हालेलुया। आइए सब अपनी अखां नूं बंद करिए। अज की मीटिंग के लिए अपने सिरां नूं झुकाइए, अपनी अखां नूं बंद करिए और प्रार्थना की हालत में चले जाइए। अपने आप को तैयार करिए खुदावंद दे पवित्र कलाम नूं सुनन दे लई। अपने दिलों नूं तैयार करिए उहदे विच खुदावंद दे वचन नूं जमा करन दे लई। अपने कन्नां नूं तैयार करिए जिहदे राहीं तुसीं अज दे वचन नूं सुनना है और कन्नां दे राहीं ही तुहाडे दिल तक पहुँचना है अज दा वचन। इसलिए अपने आप नूं बड़ी अधीनगी दे नाल खुदावंद दे हत्थां दे विच दईए। सब अपनी अखां नूं बंद करिए और प्रार्थना की हालत दे विच चले जाइए। धन्यवाद यहोवा परमेश्वर, खुदावंद यीशु मसीह के नाम दे विच तुहाडा धन्नवाद करदे हां मेरे प्रभु जी, अज दे दिन दे लई और अज दे समय दे लई जो साडी जिंदगी च बख्शिया। शुक्रगुजार हां मेरे प्रभु जी, तुहाडी वड्डी दया दे लई, तुहाडी वड्डी किरपा दे लई और तुहाडे वड्डे अनुग्रह दे लई मेरे प्रभु जी। महान मेरे प्यारे पिता परमेश्वर, प्यार करने वाले मेरे खुदाबंद, दया करने वाले मेरे खुदाबंद, दिल की गहराई तो तुहाडा धन्नवाद करदे हां मेरे प्रभु जी। मेरी विनती आ खुदाबंद की हुण तुहाडा पवित्र आत्मा तुहाडे बंदे दी बोलण दे विच और तुहाडे लोगां दी सुनण समझण दे विच सहायता करे मेरे खुदाबंद। साडे सारियां दी अमल करन दे विच मदद करे मेरे प्रभु जी, क्योंकि बाइबल तो इदां ही आखदा है कि मुबारक हो इंसान आ ਜਿਹੜਾ ਇਹਨਾਂ ਭਵਿੱਖਬਾਣੀ ਦੀ ਗੱਲਾਂ ਨੂੰ ਪੜ੍ਹਦਾ ਸੁਣਦਾ ਤੇ ਉਹਦੇ ਅਨੁਸਾਰ ਚੱਲਦਾ ਆ ਮੇਰੇ ਖੁਦਾਵੰਦ। ਅਸੀਂ ਚੱਲਣ ਵਾਲੇ ਬਣ ਜਾਈਏ, ਵਚਨ ਨੂੰ ਪੂਰਾ ਕਰਨ ਵਾਲੇ ਬਣ ਜਾਈਏ ਖੁਦਾਵੰਦ ਹਰ ਹਾਲਾਤਾਂ ਦੇ ਵਿੱਚ ਮੇਰੇ ਪ੍ਰਭੂ ਜੀ। ਔਰ ਅਸੀਂ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ। ਵਚਨ ਨੂੰ ਸਮਝਣਾ ਸਿਖਾਓ, ਵਚਨ ਨੂੰ ਪੜ੍ਹਨਾ ਸਿਖਾਓ, ਵਚਨ ਦੇ ਅਨੁਸਾਰ ਚੱਲਣਾ ਸਿਖਾਓ ਖੁਦਾਵੰਦ ਜੀ। ਔਰ ਚਾਹੁੰਦੇ ਹਾਂ ਕਿ ਪਵਿੱਤਰ ਆਤਮਾ ਪੂਰੀ ਰੀਤੀ ਦੇ ਨਾਲ ਆਪਣਾ ਅਧਿਕਾਰ ਲੈ ਲਵੇ ਸਾਡੇ ਰੂਹ ਜਿਸਮ ਜਾਨਾਂ ਦੇ ਉੱਪਰ ਮੇਰੇ ਪ੍ਰਭੂ ਜੀ। ਔਰ ਅੱਜ ਦਾ ਵਚਨ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਖੁਦਾਬੰਦ ਇਸ ਰੀਤੀ ਦੇ ਨਾਲ ਬੀਜਿਆ ਜਾਵੇ ਮੇਰੇ ਪ੍ਰਭੂ ਕਿ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ। ਅਸੀਂ ਇਹਦੀ ਕੇਅਰ ਕਰਨ ਵਾਲੇ ਬਣ ਜਾਈਏ ਖੁਦਾਬੰਦ, ਸਾਂਭ ਕਰਨ ਵਾਲੀ ਬਣ ਜਾਈਏ ਮੇਰੇ ਪ੍ਰਭੂ ਜੀ। ਔਰ ਅੱਜ ਦੇ ਵਚਨ ਤੋਂ ਅੱਜ ਅਸੀਂ ਜੋ ਸਿੱਖੀਏ ਉਹਦੇ ਦੁਆਰਾ ਅਸੀਂ ਆਪਣੀ ਜ਼ਿੰਦਗੀ ਨੂੰ ਬੜੋਤਰੀ ਦੇ ਵੱਲ ਲੈ ਕੇ ਜਾਈਏ ਮੇਰੇ ਪ੍ਰਭੂ ਜੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਅੱਜ ਦੀ ਦੁਆ ਨੂੰ ਸੁਣਨ ਦੇ ਲਈ ਔਰ ਆਪਣੇ ਲੋਕਾਂ ਨੂੰ ਆਸ਼ੀਸ਼ ਔਰ ਬਰਕਤ ਦੇਣ ਦੇ ਲਈ। ਸ਼ੁਕਰਗੁਜ਼ਾਰੀ ਦੇ ਨਾਲ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ ਆਮੀਨ। ਹਾਲੇਲੂਇਆ। ਉਮੀਦ ਕਰਦੇ ਹਾਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਸਭ ਸੁਰੱਖਿਅਤ ਹੋਣਗੇ ਔਰ ਬਿਲੀਵ ਕਰਦੇ ਹਾਂ ਕਿ ਅੱਜ ਦੀ ਆਰਾਧਨਾ ਦੇ ਦੁਆਰਾ ਤੁਸੀਂ ਆਨੰਦ ਨੂੰ ਹਾਸਲ ਕੀਤਾ ਆ। ਔਰ ਹੁਣ ਸਮਾਂ ਜੋ ਵਚਨ ਦਾ ਪਹੁੰਚਿਆ ਆ ਸਾਡੇ ਜੀਵਨ ਦੇ ਵਿੱਚ, ਪਵਿੱਤਰ ਆਤਮਾ ਸਾਡੇ ਸਾਰਿਆਂ ਦੀ ਮਦਦ ਕਰੇ। ਮੈਂ ਬਾਈਬਲ ਦੇ ਵਿੱਚੋਂ ਕੁਝ ਪੜ੍ਹਨਾ ਚਾਹੁੰਦਾ ਹਾਂ ਤੁਹਾਡੇ ਲਈ ਔਰ ਤੁਸੀਂ ਸਾਰਿਆਂ ਨੇ ਬੜੇ ਅਦਬ ਦੇ ਨਾਲ ਅੱਜ ਦੇ ਕਲਾਮ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ ਕਿ ਸਾਡੀ ਅੱਖ ਦੇਖਦੀ ਕੀ ਪਈ ਹੈ। ਜਦੋਂ ਤੁਸੀਂ ਬਾਈਬਲ ਨੂੰ ਪੜ੍ਹਦੇ ਆ ਤਾਂ ਤੁਸੀਂ ਸਮਝ ਪਾਓਗੇ ਦਾਊਦ ਔਰ ਗੋਲੀਅਤ ਦੇ ਬਾਰੇ। ਸ਼ਾਉਲ ਗੋਲੀਅਤ ਨੂੰ ਦੇਖ ਰਿਹਾ ਸੀਗਾ ਔਰ ਉਸ ਸਮੇਂ ਸ਼ਾਉਲ ਦੇ ਚੇਲੇ, ਸ਼ਾਉਲ ਦੇ ਸਾਰੇ ਸਿਪਾਹੀ ਸਿਰਫ ਗੋਲੀਅਤ ਨੂੰ ਦੇਖ ਰਹੇ ਸੀਗੇ ਕਿ ਇੰਨਾ ਯੋਧਾ ਆ, ਇੰਨੀ ਉੱਚੀ ਹਾਈਟ ਵਾਲਾ ਆ, ਇੰਨਾ ਤਕੜਾ ਆ, ਇਹਦੇ ਨਾਲ ਅਸੀਂ ਲੜ ਨਹੀਂ ਸਕਦੇ, ਇਹਦੇ ਨਾਲ ਕੋਈ ਵੀ ਲੜ ਨਹੀਂ ਸਕਦਾ, ਜੇ ਲੜੇਗਾ ਤੇ ਜਿੱਤ ਨਹੀਂ ਸਕਦਾ। ਉਹਨਾਂ ਦੀ ਅੱਖ ਸਿਰਫ ਗੋਲੀਅਤ ਨੂੰ ਦੇਖਦੀ ਪਈ ਸੀ। ਔਰ ਬਾਈਬਲ ਦੇ ਵਿੱਚ ਇੱਕ ਚੁਣਿਆ ਹੋਇਆ ਬੰਦਾ, ਪਰਮੇਸ਼ਵਰ ਦੇ ਮਨ ਭਾਉਂਦਾ ਬੰਦਾ ਜਿਹਦਾ ਨਾਮ ਦਾਊਦ ਆ, ਔਰ ਉਹ ਸਿਰਫ ਪਰਮੇਸ਼ਵਰ ਨੂੰ ਦੇਖ ਰਿਹਾ, ਪਰਮੇਸ਼ਵਰ ਦੇ ਵਚਨ ਤੇ ਭਰੋਸਾ ਕਰ ਰਿਹਾ, ਪਵਿੱਤਰ ਆਤਮਾ ਦੀ ਤਾਕਤ ਦੇ ਉੱਪਰ ਭਰੋਸਾ ਕਰ ਰਿਹਾ। ਉਹਨੂੰ ਪਤਾ ਜ਼ੁਬਾਨ ਦਾ ਇਸਤੇਮਾਲ ਕਿੱਦਾਂ ਕਰਨਾ, ਉਹਨੂੰ ਪਤਾ ਮੇਰੇ ਮੂੰਹ ਦੇ ਵਿੱਚ ਪਾਵਰ ਆ, ਉਹਨੂੰ ਪਤਾ ਮੈਂ ਜੋ ਸ਼ਬਦ ਮੂੰਹ ਚੋਂ ਕੱਢੇ ਆ ਉਹ ਮੇਰੇ ਲਈ ਪੂਰੇ ਹੋਣੇ ਆ। ਔਰ ਦੂਸਰੇ ਲੋਕ ਕੀ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕੱਢ ਰਹੇ ਸੀਗੇ ਕਿ ਇਹ ਬਹੁਤ ਵੱਡਾ ਆ, ਇਹ ਬਹੁਤ ਪਹਿਲਵਾਨ ਆ, ਅਸੀਂ ਨਹੀਂ ਇਹਨੂੰ ਹਰਾ ਸਕਦੇ, ਕੋਈ ਵੀ ਨਹੀਂ ਇਹਨੂੰ ਹਰਾ ਸਕਦਾ। ਔਰ ਵਾਕਈ ਉਹ ਹਰਾ ਨਹੀਂ ਪਾਏ ਉਹਨੂੰ। ਔਰ ਦਾਊਦ ਕੀ ਆਖਦਾ ਸੀ, ਕਹਿੰਦਾ ਮੈਂ ਆਪਣੇ ਪਰਮੇਸ਼ਵਰ ਦੇ ਵੱਡੇ ਤੇ ਉੱਚੇ ਨਾਮ ਦੀ ਖਾਤਰ ਤੇਰੇ ਸਾਹਮਣੇ ਆਉਂਦਾ ਆ ਔਰ ਤੇਰਾ ਮਾਸ ਕਹਿੰਦਾ ਜਾਨਵਰਾਂ ਨੂੰ, ਪਕਸ਼ੀਆਂ ਨੂੰ ਖਾਣ ਦੇ ਲਈ ਦਵਾਂਗਾ। ਔਰ ਦਾਊਦ ਦੀ ਅੱਖ ਪਰਮੇਸ਼ਵਰ ਨੂੰ ਵੇਖ ਰਹੀ ਆ, ਪਰਮੇਸ਼ਵਰ ਦੇ ਚਮਤਕਾਰਾਂ ਨੂੰ ਵੇਖ ਰਹੀ ਆ। ਦਾਊਦ ਜਾਣਦਾ ਆ ਕਿੱਦਾਂ ਉਹਨੇ ਮੇਮਨੇ ਨੂੰ ਬਚਾਇਆ ਭੇੜੀਏ ਤੋਂ, ਸ਼ੇਰ ਤੋਂ, ਸ਼ੇਰ ਦੇ ਮੂੰਹ ਚੋਂ ਕਿੱਦਾਂ ਉਹਨੇ ਬੱਚੇ ਨੂੰ ਛੁਡਾ ਲਿਆ ਔਰ ਉਹਨੂੰ ਕਿੱਦਾਂ ਖੁਦਾਵੰਦ ਨੇ ਤਾਕਤ ਦਿੱਤੀ।
ਔਰ ਉਹ ਬਲੀਵ ਕਰਦਾ ਆ ਪਰਮੇਸ਼ਵਰ ਦੇ ਉੱਪਰ, ਔਰ ਪੂਰੇ ਵਿਸ਼ਵਾਸ ਦੇ ਨਾਲ ਉਹਨੂੰ ਚੈਲੰਜ ਕਰਦਾ ਆ ਗੋਲੀਅਤ ਨੂੰ। ਉਹ ਗੋਲੀਅਤ ਨੂੰ ਨਹੀਂ ਦੇਖ ਰਿਹਾ ਕਿ ਬਹੁਤ ਉੱਚਾ ਵੱਡਾ ਆ, ਬਟ ਉਹ ਆਪਣੇ ਪਰਮੇਸ਼ਵਰ ਨੂੰ ਦੇਖਦਾ ਕਿ ਪਰਮੇਸ਼ਵਰ ਉਹ ਤੋਂ ਵੀ ਵੱਡਾ ਆ। ਬੋਲੋ ਆਮੀਨ, ਹਾਲੇਲੂਇਆ। ਅਸੀਂ ਲੋਕ ਕਿਉਂ ਪਰੇਸ਼ਾਨੀਆਂ ਤੋਂ ਨਿਕਲ ਨਹੀਂ ਪਾਉਂਦੇ? ਕਾਰਨ ਇਹੀ ਹੈ ਕਿ ਅਸੀਂ ਪਰੇਸ਼ਾਨੀਆਂ ਦੇ ਵੱਲ ਦੇਖਦੇ ਰਹਿੰਦੇ। ਅੱਜ ਦੇ ਵਚਨ ਦਾ ਟਾਈਟਲ ਹੈ ਕਿ ਤੁਹਾਡੀ ਅੱਖ ਦੇਖ ਕੀ ਰਹੀ ਆ? ਪਰਮੇਸ਼ਵਰ ਦੀਆਂ ਬਰਕਤਾਂ ਦੇਖ ਰਹੀ ਆ, ਪਰਮੇਸ਼ਵਰ ਦੀ ਸ਼ਕਤੀ ਦੇਖ ਰਹੀ ਆ, ਪਰਮੇਸ਼ਵਰ ਦੀ ਤਾਕਤ ਦੇਖ ਰਹੀ ਆ, ਜਾਂ ਸਾਡੀ ਅੱਖ ਕਰਜ਼ਾ ਦੇਖ ਰਹੀ ਆ, ਆਪਣੇ ਦੁੱਖਾਂ ਨੂੰ ਦੇਖ ਰਹੀ ਆ, ਆਪਣੇ ਦੁਸ਼ਮਣ ਨੂੰ ਦੇਖ ਰਹੀ ਆ, ਆਪਣੇ ਸਾਹਮਣੇ ਸ਼ੈਤਾਨ ਨੂੰ ਖੜਾ ਦੇਖ ਰਹੀ ਆ, ਜਾਂ ਆਪਣੇ ਹਾਰ ਨੂੰ ਦੇਖ ਰਹੀ ਆ? ਸਾਡੀ ਅੱਖ ਦੇਖ ਕੀ ਰਹੀ ਆ? ਹਾਲੇਲੂਇਆ। ਤੁਸੀਂ ਇਸ ਗੱਲ ਦੇ ਉੱਪਰ ਧਿਆਨ ਦੇਣਾ ਹੈ। ਦਾਊਦ ਦੇ ਜਿੱਤਣ ਦਾ ਕਾਰਨ ਇਹੀ ਸੀਗਾ ਕਿਉਂਕਿ ਉਹਨੂੰ ਆਉਣ ਵਾਲਾ ਸਮਾਂ ਦੇਖ ਰਿਹਾ ਸੀਗਾ ਆਤਮਾ ਦੇ ਵਿੱਚ, ਕਿ ਇਹ ਮੇਰੇ ਸਾਹਮਣੇ ਜੋ ਗੋਲੀਅਤ ਆ, ਇਹਨੂੰ ਮੈਂ ਅਗਰ ਇਹਦੇ ਨਾਲ ਲੜਾਂਗਾ ਨਹੀਂ, ਇਹਨੂੰ ਹਰਾਵਾਂਗਾ ਨਹੀਂ, ਤਾਂ ਮੈਂ ਰਾਜੇ ਦੀ ਪਦਵੀ ਤੇ ਨਹੀਂ ਜਾ ਸਕਦਾ। ਇਹ ਸੱਚ ਆ, ਇਹ ਸੱਚ ਆ। ਅਗਰ ਉਹ ਗੋਲੀਅਤ ਨੂੰ ਨਾ ਹਰਾਉਂਦਾ ਤੇ ਨਾ ਪਹੁੰਚ ਪਾਉਂਦਾ ਰਾਜੇ ਦੀ ਪਦਵੀ ਦੇ ਉੱਪਰ, ਔਰ ਨਾ ਪਰਮੇਸ਼ਵਰ ਦੇ ਨਾਮ ਨੂੰ ਇੰਨਾ ਉੱਚਾ ਕਰ ਪਾਉਂਦਾ। ਲੇਕਿਨ ਸਿਰਫ ਇੱਕੋ ਹੀ ਕਾਰਨ ਹੋਇਆ ਕਿ ਉਹਦਾ ਭਰੋਸਾ ਪੂਰਾ ਖੁਦਾਵੰਦ ਦੇ ਉੱਪਰ, ਉਹਦਾ ਬਲੀਵ ਪੂਰਾ ਖੁਦਾਵੰਦ ਦੇ ਉੱਪਰ। ਉਹਨੇ ਆਪਣੇ ਸਾਹਮਣੇ ਖੜੇ ਗੋਲੀਅਤ ਨੂੰ ਨਹੀਂ ਦੇਖਿਆ, ਆਪਣੇ ਸਾਹਮਣੇ ਖੜੀ ਪਰੇਸ਼ਾਨੀ ਨੂੰ ਨਹੀਂ ਦੇਖਿਆ, ਉਹਦੇ ਰਾਜਾ ਬਣਨ ਦੇ ਵਿੱਚ ਜੋ ਰੁਕਾਵਟ ਸਾਹਮਣੇ ਗੋਲੀਅਤ ਆ, ਉਹਨੂੰ ਨਹੀਂ ਦੇਖਿਆ। ਉਹਨੇ ਸਿਰਫ ਪਰਮੇਸ਼ਵਰ ਦੇ ਵੱਲ ਤੱਕਿਆ, ਉਹਨੇ ਸਿਰਫ ਪਰਮੇਸ਼ਵਰ ਨੂੰ ਤੱਕਿਆ, ਉਹਦੀ ਅੱਖ ਨੇ ਪਰਮੇਸ਼ਵਰ ਨੂੰ ਤੱਕਿਆ, ਚਮਤਕਾਰਾਂ ਨੂੰ ਤੱਕਿਆ, ਪਰਮੇਸ਼ਵਰ ਦੇ ਚਿੰਨ ਚਮਤਕਾਰਾਂ ਨੂੰ ਤੱਕਿਆ, ਔਰ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਲੜਿਆ ਔਰ ਜਿੱਤਿਆ। ਔਰ ਅੱਗੇ ਤੁਸੀਂ ਉਹਦੇ ਜੀਵਨ ਨੂੰ ਜਾਣਦੇ ਆ ਬਾਈਬਲ ਦੇ ਵਿੱਚ। ਹਾਲੇਲੂਇਆ। ਅੱਜ ਸਾਡੀ ਅੱਖ ਦੁੱਖਾਂ ਨੂੰ ਦੇਖਦੀ ਆ, ਇਸੇ ਲਈ ਅਸੀਂ ਕਾਮਯਾਬ ਨਹੀਂ ਆ। ਸਾਨੂੰ ਇੰਨਾ ਹੀ ਨਹੀਂ ਪਤਾ ਕਿ ਸਾਡਾ ਪਰਮੇਸ਼ਵਰ ਵੱਡਾ ਆ। ਜਿਹੜਾ ਆਤਮਾ ਸਾਡੇ ਅੰਦਰ ਆ, ਉਹ ਇਸ ਜਗਤ ਦੇ ਆਤਮਾ ਤੋਂ ਕਿੰਨਾ ਹੀ ਮਹਾਨ ਆ, ਕਿੰਨਾ ਹੀ ਵੱਡਾ ਆ। ਔਰ ਅਸੀਂ ਫਿਰ ਵੀ ਘਬਰਾਉਂਦੇ ਆ, ਅਸੀਂ ਫਿਰ ਵੀ ਡਰਦੇ ਆ। ਡਰਨ ਵਾਲਾ ਬੰਦਾ ਕਦੀ ਤਰੱਕੀ ਨੂੰ ਹਾਸਲ ਨਹੀਂ ਕਰ ਸਕਦਾ। ਆਤਮਾ ਦੇ ਵਿੱਚ ਤੁਸੀਂ ਤਰੱਕੀ ਨਹੀਂ ਕਰ ਸਕਦੇ, ਸਪਿਰਚੁਅਲ ਨੈਕਸਟ ਲੈਵਲ ਤੇ ਤੁਸੀਂ ਜਾ ਨਹੀਂ ਸਕਦੇ। ਉਹਦਾ ਰੀਜ਼ਨ ਇਹ ਆ ਕਿ ਅਸੀਂ ਲੋਕ ਦੁੱਖਾਂ ਨੂੰ ਦੇਖਦੇ ਆ, ਹਾਏ ਮੈਂ ਆਜ਼ਾਦ ਨਹੀਂ ਹੋ ਸਕਦਾ, ਹਾਏ ਮੈਂ ਇਸ ਕੰਮ ਤੋਂ ਛੁਟਕਾਰਾ ਨਹੀਂ ਪਾ ਸਕਦਾ, ਇਸ ਕਰਜ਼ੇ ਤੋਂ, ਇਸ ਪ੍ਰੋਬਲਮ ਤੋਂ, ਇਸ ਦੁੱਖ ਵਾਲੀ ਘੜੀ ਦੇ ਵਿੱਚੋਂ ਜਾਂ ਇਸ ਬੈਡ ਸਿਚੁਏਸ਼ਨ ਦੇ ਵਿੱਚੋਂ ਮੈਂ ਨਿਕਲ ਹੀ ਨਹੀਂ ਸਕਦਾ। ਬਸ ਇਹੀ ਸ਼ਬਦ ਤੁਹਾਨੂੰ ਨਿਕਲਣ ਨਹੀਂ ਦਿੰਦੇ, ਕਿਉਂਕਿ ਬਾਈਬਲ ਕਹਿੰਦਾ ਮਨੁੱਖ ਜੋ ਬੀਜਦਾ ਆ ਸੋ ਹੀ ਵੱਢੇਗਾ। ਤੁਸੀਂ ਆਪਣੇ ਮੂੰਹ ਤੋਂ ਦੇਖੋ, ਆਪਣੇ ਲਈ ਕੀ ਜੀਵਨ ਬੀਜਦੇ ਆ ਜਾਂ ਮੌਤ ਬੀਜਦੇ ਆ? ਬਾਈਬਲ ਕਹਿੰਦਾ ਤੁਹਾਡੇ ਮੂੰਹ ਦੇ ਵਿੱਚ ਜ਼ਿੰਦਗੀ ਹੈ ਤੇ ਤੁਹਾਡੇ ਮੂੰਹ ਦੇ ਵਿੱਚ ਹੀ ਮੌਤ ਹੈ। ਦੇਖੋ ਤੁਸੀਂ ਆਪਣੇ ਲਈ ਕੀ ਬੀਜਦੇ ਪਏ ਆ, ਤੁਸੀਂ ਆਪਣੇ ਲਈ ਕੀ ਮੰਗਦੇ ਪਏ ਆ। ਹਾਲੇਲੂਇਆ। ਮੈਂ ਬਾਈਬਲ ਦੇ ਵਿੱਚ ਤੁਹਾਨੂੰ ਪੜ੍ਹਾਵਾਂਗਾ। ਜਦੋਂ ਤੁਸੀਂ ਬਾਈਬਲ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਅੱਜ ਦੇ ਵਚਨ ਦਾ। ਮੈਂ ਸਿਰਫ ਟਾਈਟਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਕਿ ਸਾਡੀ ਅੱਖ ਦੇਖਦੀ ਕਿਹਨੂੰ ਪਈ। ਉਸ ਸਮੇਂ ਜਦੋਂ ਲਾਲ ਸਮੁੰਦਰ ਦੇ ਕੋਲ ਆ ਕੇ ਖੜ ਗਏ ਮੋਜ਼ਿਸ ਤੇ ਬਾਕੀ ਲੋਗ ਕਿਹਨੂੰ ਦੇਖ ਰਹੇ ਸੀਗੇ? ਲੋਗ ਲਾਲ ਸਮੁੰਦਰ ਨੂੰ ਦੇਖਦੇ ਪਏ ਸੀਗੇ ਕਿ ਅੱਗੇ ਰਾਸਤਾ ਹੈ ਨਹੀਂਗਾ। ਪਿੱਛੇ ਫਿਰੌਨ ਨੂੰ ਦੇਖਦੇ ਸੀਗੇ ਔਰ ਅੱਗੇ ਲਾਲ ਸਮੁੰਦਰ ਨੂੰ ਦੇਖਦੇ ਸੀਗੇ। ਪਰ ਮੋਜ਼ਿਸ ਕਿਹਨੂੰ ਦੇਖਦਾ ਸੀ? ਮੋਜ਼ਿਸ ਪਰਮੇਸ਼ਵਰ ਦੇ ਵੱਡੇ ਹੱਥ ਨੂੰ ਦੇਖਦਾ ਪਿਆ ਸੀ, ਪਰਮੇਸ਼ਵਰ ਦੇ ਵੱਡੇ ਚਮਤਕਾਰ ਨੂੰ ਦੇਖਦਾ ਪਿਆ ਸੀਗਾ। ਮੋਜ਼ਿਸ ਦੀ ਅੱਖ ਖੁਦਾਵੰਦ ਦੇ ਕੰਮਾਂ ਨੂੰ ਦੇਖਦੀ ਪਈ ਸੀਗੀ। ਹਾਲੇਲੂਇਆ। ਔਰ ਅੱਜ ਤੁਸੀਂ ਦੇਖੋ, ਜਦੋਂ ਅਸੀਂ ਪੁਰਾਣਾ ਭੁੱਲ ਜਾਂਦੇ ਆ ਨਾ, ਪਰਮੇਸ਼ਵਰ ਨੇ ਸਾਡੀ ਜ਼ਿੰਦਗੀ 'ਚ ਕੰਮ ਕੀ ਕੀਤੇ ਆ, ਜਦੋਂ ਤੁਸੀਂ ਭੁੱਲ ਜਾਓਗੇ, ਅੱਗੇ ਤੁਸੀਂ ਚਮਤਕਾਰ ਨਹੀਂ ਲੈ ਸਕਦੇ ਆਪਣੇ ਜੀਵਨ ਦੇ ਵਿੱਚ, ਤੁਸੀਂ ਅੱਗੇ ਆਸ਼ੀਸ਼ਾਂ ਨਹੀਂ ਲੈ ਸਕਦੇ, ਤੁਸੀਂ ਅੱਗੇ ਬਰਕਤਾਂ ਨਹੀਂ ਲੈ ਸਕਦੇ। ਮਸੀਹ ਦੇ ਵਿੱਚ, ਆਤਮਾ ਦੇ ਵਿੱਚ ਖੜੇ ਰਹਿਣ ਦੇ ਲਈ ਔਰ ਬਣੇ ਰਹਿਣ ਦੇ ਲਈ ਤੁਹਾਨੂੰ ਪੁਰਾਣੇ ਚਮਤਕਾਰ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਏ ਆ, ਜੋ ਬਲੈਸਿੰਗਸ ਤੁਹਾਨੂੰ ਮਿਲੀਆਂ ਆ, ਉਹਨਾਂ ਨੂੰ ਤੁਹਾਨੂੰ ਯਾਦ ਰੱਖਣਾ ਪੈਣਾ ਹੈ। ਉਹੀ ਤੁਹਾਡੇ ਵਿਸ਼ਵਾਸ ਨੂੰ ਬਣਾ ਕੇ ਰੱਖਣਗੇ ਔਰ ਉਹੀ ਤੁਹਾਨੂੰ ਯਾਦ ਦਿਲਾਏਗਾ ਕਿ ਪਰਮੇਸ਼ਵਰ ਨੇ ਅਗਰ ਉਸ ਸਮੇਂ ਵੱਡੇ ਚਮਤਕਾਰ ਕੀਤੇ ਮੇਰੇ ਜੀਵਨ 'ਚ, ਔਰ ਉਹ ਅੱਜ ਵੀ ਕਰਨ ਦੀ ਤਾਕਤ ਰੱਖਦਾ ਹੈ। ਹਾਲੇਲੂਇਆ। ਇਜ਼ਰਾਈਲੀ ਲੋਕਾਂ ਦਾ ਰਾਸਤੇ ਦੇ ਵਿੱਚ ਮਾਰਿਆ ਜਾਣਾ, ਕੁਝ ਲੋਕਾਂ ਦਾ ਖਤਮ ਹੋ ਜਾਣਾ, ਕੁਝ ਲੋਕਾਂ ਦਾ ਕਨਾਨ ਦੇਸ਼ ਤੱਕ ਨਾ ਪਹੁੰਚਣ ਦਾ ਕਾਰਨ ਕੀ ਸੀਗਾ? ਕਿ ਉਹ ਪੁਰਾਣੇ ਚਮਤਕਾਰ ਜੋ ਉਹਨਾਂ ਦੇ ਜੀਵਨ 'ਚ ਹੋਏ, ਪੁਰਾਣੀਆਂ ਆਸ਼ੀਸ਼ਾਂ ਜੋ ਉਹਨਾਂ ਦੇ ਜੀਵਨ 'ਚ ਮਿਲੀਆਂ, ਉਹਨਾਂ ਨੂੰ ਭੁੱਲ ਗਏ ਔਰ ਅੱਗੇ ਦੁੱਖ ਉਹਨਾਂ ਨੂੰ ਵੱਡਾ ਲੱਗਣ ਲੱਗ ਗਿਆ, ਪਰੇਸ਼ਾਨੀ ਵੱਡੀ ਲੱਗਣ ਲੱਗ ਗਈ। ਪਰਮੇਸ਼ਵਰ ਦੇ ਚਮਤਕਾਰ ਵੱਡੇ ਨਹੀਂ ਲੱਗੇ। ਬਟੇਰੇ ਕਿੱਦਾਂ ਆਕਾਸ਼ ਤੋਂ ਉਤਰੇ ਔਰ ਧਰਤੀ ਨੂੰ ਭਰ ਦਿੱਤਾ ਬਟੇਰਿਆਂ ਨੇ, ਉਹ ਨਹੀਂ ਦਿਖਿਆ। ਮਨ ਕਿੱਦਾਂ ਉਤਰਿਆ ਉਹਨਾਂ ਦੇ ਲਈ, ਉਹ ਨਹੀਂ ਉਹਨਾਂ ਨੇ ਯਾਦ ਰੱਖਿਆ।
चट्टान दे विचों पानी परमेश्वर ने किद्दां कढिया वो भी भुल गए, वो भी नहीं याद रखिया। लाल समुंदर नूं दो भाग किद्दां कर दिता वो भी भुल गए। फिरौन दे समय ते जदों उन्हां दा छुटकारा करना सीगा उस समय औले बरसे, मक्खियां दी बवा आई, पानी लाल खून हो गया। ये सारे चमत्कार वो भुल गए। मैं तुहानूं दसना चाहुंदा जदों अपनी जिंदगी च होए, अपने परिवार दे जीवन च होए चमत्कार जदों असीं भुल जांदे हां जां उन्हां नूं याद नहीं रखदे, असीं अगे चमत्कार हासिल नहीं कर सकते, अगे असीं आशीषां नूं हासिल नहीं कर सकते, क्योंकि साडी अख उस समय फिर अपने जीवन च आ रहे जां देख रहे दुखां नूं देखदी हुंदी आ। जिद्दां दाऊद ने परमेश्वर नूं देखिया, मोजिस ने परमेश्वर दे हत्थ नूं देखिया, और लोग उस समय की देख रहे थे? गोलियत बहुत उच्चा लंबा आ, बहुत हाइट वाला आ, योद्धा आ, हट्टा गट्टा आ, इन्ना कोई लड़ नहीं सकता, इन्हू कोई जित नहीं सकता। और मिस्र दे विचों निकले इजरायली लोग उस समय लाल समुंदर नूं देख के घबराए, फिरौन दी सेना नूं देख के घबराए, पर मोजिस घबराया नहीं। कहंदा तुसीं इसी समय परमेश्वर दे चमत्कार नूं देखोगे, चुप कर जाओ। कहंदा हालेलुया, क्योंकि साडे मूँह दे द्वारा ही साडे लई रास्ते खुलने, साडी जुबान दे द्वारा ही, साडे विश्वास दे द्वारा ही साडे लई अगे प्रोटेक्शन दे दरवाजे खुलने, आशीषां दे दरवाजे खुलने, ब्लैसिंग्स दे दरवाजे खुलने। हालेलुया। बाइबल एक थां दे उपर कहंदा यीशु मसीह दे द्वारा, यीशु मसीह ने आख्या, कहंदे हाय उस मनुख उते जिहदे करके ठोकर लगदी आ। चंगा हुंदा कि वो जम्मदा ही ना, चंगा हुंदा कि धरती दे उपर वो जम्मदा ही ना, जिहदे करके एक इंसान आत्मा च डिगदा, जेड़ा इंसान पाप दे विच डिगदा किसे उस व्यक्ति नूं देख के, और जिन्हों देख के डिगदा है तो बाइबल कहंदा उहदे द्वारा ठोकर लग गई उस इंसान नूं। और लिखिया कि चंगा हुंदा कि खरास दा पुड़ उहदे गल च पा दिता जांदा और उहनूं समुंदर च सुੱਟ दिता जांदा, तां जो थल्ले जाके ही डुੱਬ जावे, उपर आवे ना। कहंदे चंगा कि और जम्मदा ही ना। हालेलुया। तुहानूं इन्हां वचनां दा जिहड़ा सार है समझ आएगा कि जदों तुसीं अज दे वचन नूं सुणोगे। उस समय दी गल आ जदों कनान देश तक पहुंचण वाले सीगे खुदा दे लोग, मोजिस पहुंचण वाले सीगे, हारून हुणे पहुंचण वाले सीगे, पर की हुंदा है ਉਹਦੇ ਬਾਰੇ ਅਸੀਂ ਜਾਣਕਾਰੀ ਨੂੰ ਪ੍ਰਾਪਤ ਕਰਨਾ ਹੈ। ਜਦੋਂ ਮੋਜ਼ਿਸ ਨੇ ਆਖਿਆ ਖੁਦਾਵੰਦ ਦੇ ਹੁਕਮ ਦੇ ਅਨੁਸਾਰ, ਕਹਿੰਦੇ ਜਿਸ ਦੇਸ਼ ਦੇ ਵਿੱਚ ਅਸੀਂ ਜਾਣਾ ਆ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਓ, ਉਹਦੀ ਖੋਜ ਕੱਢ ਕੇ ਆਓ ਕਿ ਉੱਥੋਂ ਦੇ ਲੋਕ ਕਿੱਦਾਂ ਦੇ ਆ, ਉੱਥੋਂ ਦੀ ਧਰਤੀ ਕਿੱਦਾਂ ਦੀ ਆ, ਉੱਥੋਂ ਦਾ ਵੈਦਰ ਕਿੱਦਾਂ ਦਾ ਆ, ਆਲੇ ਦੁਆਲੇ ਦੇ ਦੇਸ਼ ਜਿਹੜੇ ਆ, ਆਲੇ ਦੁਆਲੇ ਦੇ ਲੋਕ ਕਿੱਦਾਂ ਦੇ ਆ, ਔਰ ਉੱਥੇ ਜਿਹੜੇ ਰਹਿਣ ਵਸੇਰਾ ਕੀਤਾ ਹੋਇਆ ਜਿਨ੍ਹਾਂ ਲੋਕਾਂ ਨੇ ਉਹ ਕਿੱਦਾਂ ਰਹਿ ਰਹੇ ਆ ਉੱਥੇ, ਜਿੱਥੇ ਪਰਮੇਸ਼ਵਰ ਸਾਨੂੰ ਆਖਦਾ ਆ ਕਿ ਉੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾਣਾ ਹੈ। ਔਰ ਬਾਈਬਲ ਕਹਿੰਦਾ ਉੱਥੇ ਖੋਜ ਕੱਢਣ ਦੇ ਲਈ ਉਹਨੇ ਹਰ ਇੱਕ ਗੋਤਰ ਦੇ ਵਿੱਚੋਂ ਇੱਕ ਇੱਕ ਪ੍ਰਧਾਨ ਚੁਣਿਆ, ਜਿਹਦੇ ਵਿੱਚ ਯਹੋਸ਼ੂਆ ਵੀ ਆ, ਕਾਲੇਬ ਵੀ ਆ। ਔਰ ਉਹ ਖੋਜ ਕੱਢ ਕੇ ਜਦੋਂ ਵਾਪਿਸ ਆਏ ਕੀ ਹੁੰਦਾ, ਉਹ ਸਾਰੇ ਦੇ ਸਾਰੇ ਮਾਰੇ ਜਾਂਦੇ ਬਿਮਾਰੀ ਦੇ ਨਾਲ। परमेश्वर दे वलों क्रोध उतरदा, सिर्फ दो ही बंदे बचते हैं, यहोशुआ और कालेब। ये दो ही बंदे बचते हैं, क्योंकि इन्हां दी अख ने कुछ होर देखिया, और जिहड़े बाकी प्रधान नाल गए सीगे जां सरदार नाल गए सीगे, उन्हां दी अख ने कुछ होर देखिया। तुसीं ये देखो कि तुहाडी अख अज की देखदी आ। गंदियां फिल्मां देख के असी पवित्र आत्मा नूं हासिल नहीं कर सकते, गंदे विचार अपने मन दे विच रख के असी परमेश्वर नूं प्रसन्न नहीं कर सकते। जदों परमेश्वर इजरायली लोगां तो प्रसन्न हुंदा सीगा, उदों इजरायली लोग जो खुदाबंद नूं कहंदे सी, खुदाबंद उन्हां दे लई इंतजाम करदा सी। पर जदों परमेश्वर प्रसन्न नहीं सी उन्हां तो, और वो लोग अपने वैरियां दे हथों मारे जाते थे, तलवार दे नाल मारे जाते थे, और वैरी भजा भजा के मारते हुंदे सी। हालेलुया। और मसीह दे विच अगर तुसीं चल रहे हैं, मसीह दे विच अगर तुसीं वध रहे हैं, ते मैं तुहानूं दसना चाहुंदा जज्बाती हो के नहीं, जोश दे नाल चलण वाले लोग भी मारे जाते हैं, जज्बाती होके भी लोग मारे जाते हैं कि हाँ मसीह दे विच चलना बहुत सौखा आ, आत्मा दे विच बने रहना बड़ा सौखा आ,
ਪਵਿੱਤਰਤਾਈ ਨੂੰ ਕਾਇਮ ਰੱਖਣਾ ਬੜਾ ਸੌਖਾ ਆ। ਅਸੀਂ ਤਾਂ ਇਹਦਾ ਚੁਟਕੀ ਦੇ ਨਾਲ ਹੀ ਕਰ ਲਵਾਂਗੇ। ਪਤਾ ਨਹੀਂ ਲੋਕ ਕਿਉਂ ਡਿੱਗਦੇ ਖੜਦੇ ਆ। ਜਦੋਂ ਤੁਸੀਂ ਇਦਾਂ ਦੇ ਸਵਾਲ ਆਪਣੇ ਮਨ ਦੇ ਵਿੱਚ ਉਠਾਉਂਦੇ ਆ, ਜਿੰਨਾ ਕਹਿਣਾ ਸੌਖਾ ਆ ਉਨਾ ਹੀ ਕਰਨਾ ਔਖਾ ਆ। ਜਜ਼ਬਾਤੀ ਹੋ ਕੇ ਤੁਸੀਂ ਪ੍ਰਭੂ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ। ਜੋਸ਼ ਦੇ ਵਿੱਚ ਤੁਸੀਂ ਕਾਇਮ ਨਹੀਂ ਰਹਿ ਸਕਦੇ। ਹਾਂ, ਇੱਕ ਕਦਮ ਚੱਕ ਤਾਂ ਲਓਗੇ ਜੋਸ਼ ਦੇ ਵਿੱਚ, ਪਰ ਉਹਦੇ ਵਿੱਚ ਬਣੇ ਨਹੀਂ ਰਹਿ ਸਕਦੇ ਤੁਸੀਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਔਰ ਅੱਜ ਵੀ ਦੱਸਦਾ, ਦੁਆ ਕਰਨੀ ਵੱਡੀ ਗੱਲ ਨਹੀਂ ਆ, ਦੁਆ ਕਰਦੇ ਰਹਿਣਾ ਬਹੁਤ ਵੱਡੀ ਗੱਲ ਆ। ਬਾਈਬਲ ਨੂੰ ਇੱਕ ਦਿਨ ਪੜ੍ਹ ਲੈਣਾ, 5-10 ਚੈਪਟਰ ਜਾਂ 2-3 ਕਿਤਾਬਾਂ ਪੜ੍ਹ ਲੈਣੀਆਂ ਵੱਡੀ ਗੱਲ ਨਹੀਂ ਆ, ਪਰ ਇਹਨੂੰ ਲਗਾਤਾਰ ਰੋਜ਼ ਦੀ ਆਪਣੀ ਰੂਟੀਨ ਬਣਾ ਲੈਣਾ ਬਹੁਤ ਵੱਡੀ ਗੱਲ ਆ। ਹਾਲੇਲੂਇਆ। ਮੈਂ ਪਹਿਲਾਂ ਵੀ ਦੱਸਿਆ ਔਰ ਅੱਜ ਵੀ ਦੱਸਦਾ, ਮਾਂ-ਬਾਪ ਬਣਨਾ ਬਹੁਤ ਵੱਡੀ ਗੱਲ ਨਹੀਂ ਆ, ਅੱਛੇ ਮਾਂ-ਬਾਪ ਬਣਨਾ ਬਹੁਤ ਵੱਡੀ ਗੱਲ ਆ। ਹਾਲੇਲੂਇਆ। ਤੁਸੀਂ ਦੇਖਿਆ ਹੋਏਗਾ, ਪਰ ਮੈਂ ਤੁਹਾਨੂੰ ਦੱਸਿਆ ਨਾ, ਬੱਚਿਆਂ ਦੀਆਂ ਆਦਤਾਂ ਤੋਂ ਪਤਾ ਲੱਗ ਜਾਏਗਾ ਕਿ ਮਾਂ-ਬਾਪ ਦਾ ਨੇਚਰ ਕਿੱਦਾਂ ਦਾ ਆ, ਮਾਂ-ਬਾਪ ਨੇ ਸਿੱਖਿਆ ਕਿੱਦਾਂ ਦੀ ਦਿੱਤੀ ਹੈ ਬੱਚਿਆਂ ਨੂੰ, ਔਰ ਘਰ ਦਾ ਮਾਹੌਲ ਕਿੱਦਾਂ ਦਾ। ਤੁਹਾਡੇ ਬੱਚਿਆਂ ਜੋ ਬੱਚਿਆਂ ਨੂੰ ਤੁਸੀਂ ਦੇਖੋਗੇ, ਉਹਨਾਂ ਦੀ ਬੋਲ ਚਾਲ ਤੋਂ, ਉਹਨਾਂ ਦੇ ਉੱਠਣ ਬੈਠਣ ਤੋਂ, ਖਾਣ ਪੀਣ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦੇ ਮਾਤਾ ਪਿਤਾ ਦਾ ਨੇਚਰ ਕਿੱਦਾਂ ਦਾ, ਜਾਂ ਕੀ ਉਹਨਾਂ ਨੇ ਸਿੱਖਿਆ ਦਿੱਤੀ ਆ। ਹਾਲੇਲੂਇਆ। ਤੁਹਾਡੀ ਅੱਖ ਕੀ ਦੇਖਦੀ ਆ? ਉਸ ਸਮੇਂ ਇਜ਼ਰਾਈਲੀ ਲੋਕਾਂ ਦੀ ਅੱਖ ਕੀ ਦੇਖ ਰਹੀ ਸੀਗੀ ਜਦੋਂ ਮੋਸੇਸ ਨੇ ਉਹਨਾਂ ਨੂੰ ਖੋਜ ਕੱਢਣ ਦੇ ਲਈ ਭੇਜਿਆ ਕਨਾਨ ਦੇਸ਼ ਦਾ, ਕਿ ਉੱਥੇ ਕੀ ਆ। ਉੱਥੇ ਅੰਗੂਰਾਂ ਦਾ ਗੁੱਛੇ ਜਦੋਂ ਉਹਨਾਂ ਨੇ ਤੋੜੇ ਉਸ ਦੇਸ਼ ਦੇ ਵਿੱਚ ਜਾ ਕੇ, ਔਰ ਬਾਈਬਲ ਕਹਿੰਦਾ 2 ਜਾਣਿਆਂ ਨੇ ਰੱਸੀ ਦੇ ਨਾਲ ਬੰਨ ਕੇ ਤੇ ਉਹਨਾਂ ਗੁੱਛਿਆਂ ਨੂੰ ਚੁੱਕਿਆ, ਇੰਨੇ ਹੈਵੀ ਸੀਗੇ। ਉਸ ਦੇਸ਼ ਦੇ ਜਿੱਥੇ ਦੁੱਧ ਤੇ ਸ਼ਹਿਦ ਵਗਦਾ ਆ, ਕਨਾਨ ਦੇਸ਼, ਜਿੱਥੇ ਯਹੋਵਾ ਨੇ ਵਾਅਦਾ ਕੀਤਾ। ਮੈਂ ਤੁਹਾਨੂੰ ਦੱਸ ਰਿਹਾ, ਇੱਕ ਸਫ਼ਰ ਦੇਖੋ, ਸਫ਼ਰ ਕਿੱਦਾਂ ਦਾ ਸੀਗਾ ਕਿ ਮਿਸਰ ਤੋਂ ਕਨਾਨ ਦੇਸ਼ ਤੱਕ ਦਾ ਸਫ਼ਰ ਸੀਗਾ, ਔਰ ਪਰਮੇਸ਼ਵਰ ਚਾਹੁੰਦਾ ਸੀ, ਪਰਮੇਸ਼ਵਰ ਨੇ ਦੱਸਿਆ ਸੀਗਾ ਕਿ ਮੈਂ ਕਿੱਦਾਂ ਦਾ ਇਨਸਾਨ ਚਾਹੁੰਦਾ ਕਿ ਜਿਹੜਾ ਉੱਥੇ ਜਾ ਕੇ ਵਸੇ। ਕਿਹੜਾ ਇਨਸਾਨ? ਜਿਹੜਾ ਯਹੋਵਾ ਤੇ ਭਰੋਸਾ ਕਰੇ, ਜਿਹੜਾ ਯਹੋਵਾ ਨੂੰ ਤੱਕੇ, ਜਿਹੜਾ ਯਹੋਵਾ ਦੇ ਵਚਨਾਂ ਨੂੰ ਪੂਰਾ ਕਰੇ, ਦੁੱਖਾਂ ਨੂੰ ਭੁੱਲ ਕੇ, ਪਰੇਸ਼ਾਨੀਆਂ ਦਾ ਸਾਹਮਣਾ ਕਰਕੇ, ਔਰ ਖੁਦਾਵੰਦ ਦੇ ਉੱਪਰ ਭਰੋਸਾ ਕਰਕੇ, ਔਰ ਉਸ ਥਾਂ ਦੇ ਉੱਪਰ ਪਹੁੰਚ ਜਾਵੇ। ਔਰ ਜਿਨ੍ਹਾਂ ਨੇ ਇਦਾਂ ਨਹੀਂ ਕੀਤਾ ਉਹ ਰਾਸਤੇ ਦੇ ਵਿੱਚ ਹੀ ਮਾਰੇ ਗਏ। ਜਿਨ੍ਹਾਂ ਨੇ ਪਰਮੇਸ਼ਵਰ ਦੇ ਉੱਪਰ ਭਰੋਸਾ ਨਹੀਂ ਕੀਤਾ, ਜਿਨ੍ਹਾਂ ਨੇ ਦੁੱਖਾਂ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਬੁੜਬੁੜਾਹਟ ਕੀਤੀ, ਜਿਨ੍ਹਾਂ ਨੇ ਪਰਮੇਸ਼ਵਰ ਦੇ ਦਾਸ ਦੇ ਪ੍ਰਤੀ ਬੁੜਬੁੜਾਹਟ ਕੀਤੀ, ਉਹ ਲੋਕ ਰਾਸਤੇ ਦੇ ਵਿੱਚ ਹੀ ਮਾਰੇ ਗਏ। ਔਰ ਅੱਜ ਵੀ ਉਹੀ ਸਫ਼ਰ ਆ, ਧਰਤੀ ਤੋਂ ਸਵਰਗ ਤੱਕ ਦਾ। ਔਰ ਪਰਮੇਸ਼ਵਰ ਨੂੰ ਜਿੱਦਾਂ ਦਾ ਇਨਸਾਨ ਚਾਹੀਦਾ ਹੈ, ਕਿ ਜੋ ਪਰਮੇਸ਼ਵਰ ਨੇ ਕਿਹਾ ਆ ਬਾਈਬਲ ਦੇ ਵਿੱਚ ਕਿ ਉੱਥੇ ਕਿਹੜਾ ਵਸੇਗਾ, ਮੇਰੇ ਪਵਿੱਤਰ ਪਹਾੜ ਦੇ ਉੱਪਰ ਕੌਣ ਵਸੇਗਾ, ਉਹਦਾ ਡੇਰਾ ਕਿਹੜਾ ਉੱਥੇ ਲਗਾ ਸਕਦਾ ਹੈ। ਔਰ ਬਸ ਉਹੀ ਸਫ਼ਰ ਦੇ ਵਿੱਚੋਂ ਅਸੀਂ ਲੰਘਦੇ ਪਏ ਹਾਂ, ਜਿੱਦਾਂ ਇਸਰਾਈਲੀ ਲੋਕ ਲੰਘੇ, ਅੱਜ ਅਸੀਂ ਵੀ ਉੱਦਾਂ ਹੀ ਲੰਘਦੇ ਪਏ ਹਾਂ। ਬਸ ਜਿਹੜਾ ਵਚਨ ਦੇ ਅਨੁਸਾਰ ਚੱਲ ਕੇ ਲੰਘੇਗਾ ਉੱਥੇ ਪਹੁੰਚ ਜਾਏਗਾ, ਐਂਟਰੈਂਸ ਮਿਲ ਜਾਏਗੀ ਉਹਨੂੰ ਸਵਰਗ ਦੇ ਵਿੱਚ। ਪਰ ਜਿਹੜੇ ਲੋਕ ਬੁੜਬੁੜਾਹਟ ਕਰਨਗੇ, ਦੁੱਖਾਂ ਨੂੰ ਦੇਖ ਕੇ ਘਬਰਾ ਜਾਣਗੇ, ਪਰਮੇਸ਼ਵਰ ਤੇ ਭਰੋਸਾ ਨਹੀਂ ਰੱਖਣਗੇ, ਪਰਮੇਸ਼ਵਰ ਦੇ ਨਾਮ ਨੂੰ ਉੱਚਾ ਨਹੀਂ ਕਰਨਗੇ, ਪਰਮੇਸ਼ਵਰ ਦੇ ਸੱਜੇ ਹੱਥ ਦੀ ਪਾਵਰ ਨੂੰ ਸਮਝਣਗੇ ਨਹੀਂ, ਉਹ ਧਰਤੀ ਦੇ ਉੱਪਰ ਹੀ ਖਤਮ ਹੋ ਜਾਣਗੇ। ਮਤਲਬ ਖਤਮ ਧਰਮੀ ਲੋਕਾਂ ਨੇ ਵੀ ਹੋਣਾ ਆ, ਪਰ ਮਰਨ ਤੋਂ ਬਾਅਦ ਕਿੱਧਰ ਨੂੰ ਜਾਣਾ ਆ? ਨਰਕ ਦੇ ਵਿੱਚ ਜਾਣਾ ਜਾਂ ਸਵਰਗ ਦੇ ਵਿੱਚ ਜਾਣਾ? ਹਾਲੇਲੂਇਆ। ਬਾਈਬਲ ਦੇ ਵਿੱਚ ਅਸੀਂ ਰੈਫਰੈਂਸ ਦੇਖਦੇ ਹਾਂ। ਜਦੋਂ ਤੁਸੀਂ ਮੇਰੇ ਨਾਲ ਗਿਣਤੀ ਦਾ ਪੁਸਤਕ ਓਪਨ ਕਰੋਗੇ, ਮੇਰੇ ਨਾਲ ਗਿਣਤੀ ਦਾ ਪੁਸਤਕ ਓਪਨ ਕਰੋ, ਉਹਦਾ 13 ਨੰਬਰ ਅਧਿਆਇ। ਮੈਂ ਥੋੜਾ ਰੀਡ ਕਰਵਾਉਣਾ ਆ ਜ਼ਿਆਦਾ, ਤਾਂ ਜੋ ਤੁਹਾਨੂੰ ਸਮਝ ਆ ਜਾਵੇ। ਮੈਂ ਪੜ੍ਹਨਾ ਆ, ਤੁਸੀਂ ਬੜੇ ਅਦਬ ਦੇ ਨਾਲ, ਆਰਾਮ ਦੇ ਨਾਲ ਸੁਣਨਾ ਔਰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਸਾਡੀ ਅੱਖ ਜਿਹੜੀ ਆ ਦੇਖ ਕੀ ਰਹੀ ਆ, ਔਰ ਬਾਈਬਲ ਦੇਖਣ ਦੇ ਲਈ ਕੀ ਕਹਿੰਦਾ ਹੈ। ਅਗਰ ਤੁਸੀਂ ਯਹੋਵਾ ਦੇ ਹੱਥ ਨੂੰ ਦੇਖ ਲਿਆ ਤੇ ਤੁਹਾਨੂੰ ਸਾਰੀ ਦੁਨੀਆ ਫਿੱਕੀ ਲੱਗਣੀ ਸ਼ੁਰੂ ਹੋ ਜਾਣੀ ਹੈ, ਤੁਹਾਨੂੰ ਸਾਰੇ ਦੁੱਖ ਛੋਟੇ ਜਿਹੇ ਲੱਗਣੇ ਸ਼ੁਰੂ ਹੋ ਜਾਣੇ ਆ, ਜਿਹਦਾ ਯਹੋਵਾ ਦੇ ਉੱਪਰ ਭਰੋਸਾ ਹੈ। ਜਦੋਂ ਤੁਸੀਂ ਆਤਮਾ ਦੇ ਵਿੱਚ ਖੜੇ ਆ, ਜਦੋਂ ਤੁਸੀਂ ਖੁਦਾ ਦੇ ਉੱਪਰ ਪੂਰਾ ਭਰੋਸਾ ਰੱਖਿਆ ਪਿਆ, ਤੁਹਾਨੂੰ ਬਹੁਤ ਵੱਡਾ ਦੁੱਖ ਵੀ ਛੋਟਾ ਜਿਹਾ ਲੱਗੇਗਾ। ਉਹਦਾ ਕਾਰਨ ਕਿਉਂਕਿ ਤੁਸੀਂ ਯਹੋਵਾ ਨੂੰ ਤੱਕਦੇ ਪਏ। ਹੋਰ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਜਦੋਂ ਕਸ਼ਤੀ ਦੇ ਉੱਪਰ ਚੇਲੇ ਪਾਰ ਲੰਘ ਰਹੇ ਆ ਔਰ ਯਿਸੂ ਮਸੀਹ ਦੁਆ ਕਰਕੇ ਪਾਣੀ ਦੇ ਉੱਪਰ ਤੁਰ ਕੇ ਆ ਰਹੇ ਆ, ਕੀ ਹੁੰਦਾ ਆ? ਪਤਰਸ ਜਦੋਂ ਯਿਸੂ ਮਸੀਹ ਨੂੰ ਦੇਖਦਾ ਆ ਔਰ ਕਹਿੰਦਾ, ਪ੍ਰਭੂ ਮੈਨੂੰ ਆਗਿਆ ਦੇ ਕਿ ਮੈਂ ਵੀ ਪਾਣੀ ਦੇ ਉੱਪਰ ਤੁਰਾਂ। ਔਰ ਕੀ ਹੁੰਦਾ? ਪ੍ਰਭੂ ਕਹਿੰਦੇ ਪਤਰਸ ਆ। ਔਰ ਜਦੋਂ ਪਤਰਸ ਦੀ ਅੱਖ ਯਿਸੂ ਮਸੀਹ ਨੂੰ ਦੇਖਦੀ ਪਈ ਆ, ਉਹ ਪਾਣੀ ਦੇ ਉੱਪਰ ਤੁਰਦਾ ਪਿਆ ਆ।
ਪਾਣੀ ਦੇ ਉੱਪਰ ਚੱਲ ਰਿਹਾ ਆ, ਵੱਡਾ ਚਮਤਕਾਰ ਹੋ ਰਿਹਾ ਉਹਦੇ ਜੀਵਨ 'ਚ, ਬੜਾ ਆਨੰਦਿਤ ਆ, ਬੜਾ ਖੁਸ਼ ਹੋ ਰਿਹਾ ਆ। ਪਰ ਸ਼ੈਤਾਨ ਦਾ ਕੰਮ ਆ ਇਨਸਾਨ ਨੂੰ ਗੁੰਮਰਾਹ ਕਰਨਾ, ਇਨਸਾਨ ਨੂੰ ਖੜੇ ਨਹੀਂ ਰਹਿਣ ਦੇਣਾ, ਚੱਲਣ ਨਹੀਂ ਦੇਣਾ, ਉਹਨੂੰ ਰੋਕਣਾ ਆ ਔਰ ਉਹਨੂੰ ਗਿਰਾਣਾ ਆ। ਕੀ ਹੁੰਦਾ ਆ? ਲਹਿਰਾਂ ਉੱਠ ਖੜਦੀਆਂ ਆ। ਬਾਈਬਲ ਕਹਿੰਦਾ ਜਦੋਂ ਪਤਰਸ ਦੀ ਅੱਖ ਯਿਸੂ ਮਸੀਹ ਤੋਂ ਹਟੀ, ਲਹਿਰਾਂ ਦੇ ਵੱਲ ਗਈ ਔਰ ਉਸੇ ਸਮੇਂ ਡੁੱਬਣਾ ਸ਼ੁਰੂ ਹੋ ਗਿਆ, ਉਸੇ ਸਮੇਂ ਘਬਰਾਉਣਾ ਸ਼ੁਰੂ ਹੋ ਗਿਆ, ਉਸੇ ਸਮੇਂ ਘਬਰਾਹਟ ਉਹਦੇ ਜੀਵਨ 'ਚ ਆ ਗਈ, ਉਸੇ ਸਮੇਂ ਟੈਨਸ਼ਨਾਂ ਉਹਦੇ ਜੀਵਨ ਦੇ ਵਿੱਚ ਆ ਗਈਆਂ, ਉਸੇ ਸਮੇਂ ਮਰਨ ਦਾ ਦੁੱਖ ਉਹਦੇ ਜੀਵਨ ਦੇ ਵਿੱਚ ਆ ਗਿਆ, ਉਸੇ ਸਮੇਂ ਡੁੱਬਣ ਦਾ ਦੁੱਖ ਉਹਦੇ ਜੀਵਨ ਦੇ ਵਿੱਚ ਆ ਗਿਆ। ਔਰ ਬਾਈਬਲ ਕਹਿੰਦਾ ਚੀਕ ਮਾਰ ਕੇ ਕਹਿੰਦਾ ਪ੍ਰਭੂ ਮੈਨੂੰ ਬਚਾ ਲਾ। ਔਰ ਬਾਈਬਲ ਆਖਦਾ ਯਿਸੂ ਮਸੀਹ ਨੇ ਆਪਣਾ ਹੱਥ ਵਧਾਇਆ ਉਹਦੇ ਵੱਲ, ਕਹਿੰਦੇ ਤੂੰ ਕਿਉਂ ਭਰਮ ਕੀਤਾ, ਤੂੰ ਕਿਉਂ ਮੇਰੇ ਤੋਂ ਇਲਾਵਾ ਹੋਰ ਕਿਸੇ ਚੀਜ਼ ਨੂੰ ਤੱਕਿਆ ਔਰ ਉਹਦੇ ਤੇ ਭਰੋਸਾ ਕੀਤਾ ਕਿ ਇਹਨੇ ਮੈਨੂੰ ਮਾਰ ਦੇਣਾ, ਇਹਨਾਂ ਲਹਿਰਾਂ ਨੇ ਮੈਨੂੰ ਮਾਰ ਦੇਣਾ। ਤੈਨੂੰ ਜ਼ਿੰਦਗੀ ਸਾਹਮਣੇ ਨਜ਼ਰ ਨਹੀਂ ਆਈ? ਤੈਨੂੰ ਮੈਂ ਵੱਡਾ ਨਹੀਂ ਲੱਗਾ? ਮੈਂ ਮੌਤ ਦੇ ਉੱਪਰ ਫਤਿਹ ਪਾਉਣ ਵਾਲਾ ਨਹੀਂ ਲੱਗਾ? ਤੈਨੂੰ ਲਹਿਰਾਂ ਦਬਾ ਦੇਣਗੀਆਂ, ਲਹਿਰਾਂ ਤੈਨੂੰ ਮਾਰ ਦੇਣਗੀਆਂ। ਇਹ ਵਿਸ਼ਵਾਸ ਤੇਰੇ ਜੀਵਨ 'ਚ ਜਿੱਦਾਂ ਹੀ ਵੜਿਆ ਉਸੇ ਸਮੇਂ ਇਨਸਾਨ ਮਰ ਜਾਂਦਾ। ਜਦੋਂ ਇਨਸਾਨ ਆਪਣੇ ਮਨ ਦੇ ਅੰਦਰ ਆਣ ਦਿੰਦਾ ਇਦਾਂ ਦੀਆਂ ਘਬਰਾਹਟ ਵਾਲੀਆਂ ਗੱਲਾਂ ਨੂੰ ਕਿ ਇਹ ਕਰਜ਼ਾ ਮੈਨੂੰ ਹੁਣ ਲੈ ਬੈਠੇਗਾ, ਔਰ ਵਾਕਈ ਲੈ ਬੈਠੇਗਾ ਉਹਨੂੰ। ਯਾਦ ਰੱਖਣਾ ਮੇਰੀ ਗੱਲ ਨੂੰ, ਤੁਹਾਡੀ ਅੱਖ ਦੇਖ ਕਿਹਨੂੰ ਰਹੀ ਆ? ਜਦ ਤੱਕ ਅਸੀਂ ਯਿਸੂ ਮਸੀਹ ਨੂੰ ਤੱਕਦੇ ਰਵਾਂਗੇ, ਉਹਦੇ ਵਚਨਾਂ ਦੇ ਉੱਪਰ ਪੂਰਾ ਭਰੋਸਾ ਰੱਖਾਂਗੇ, ਬਣੇ ਰਵਾਂਗੇ, ਚਾਹੇ ਦੁੱਖ ਆਣ, ਚਾਹੇ ਤਕਲੀਫਾਂ ਆਣ, ਚਾਹੇ ਪਰੇਸ਼ਾਨੀਆਂ ਆਣ, ਕੁਛ ਨਹੀਂ ਵਿਗਾੜ ਹੋਊਗਾ ਤੁਹਾਡਾ, ਕੁਛ ਵੀ ਵਿਗਾੜ ਨਹੀਂ ਹੋਊਗਾ। ਬੋਲੋ ਆਮੀਨ, ਹਾਲੇਲੂਇਆ। ਬਸ ਤੱਕਣਾ ਕਿਹਨੂੰ ਆ? ਖੁਦਾਵੰਦੀ ਯਿਸੂ ਮਸੀਹ ਨੂੰ। ਆਪਣੀਆਂ ਅੱਖਾਂ ਉਤਾਹਾਂ ਵੱਲ ਲਗਾ ਕੇ ਰੱਖਣੀ। ਯਿਸੂ ਮਸੀਹ ਕਹਿੰਦਾ ਜਿਹੜਾ ਉਤਾਹਾਂ ਦਾ ਆ ਉਹ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਂਦਾ ਹੈ, ਜਿਹੜਾ ਧਰਤੀ ਦਾ ਆ, ਹੇਠਾਂ ਦਾ ਆ, ਉਹ ਹੇਠਾਂ ਦੀਆਂ ਗੱਲਾਂ ਮਨ ਲਾਉਂਦਾ ਗੱਲਾਂ ਦੇ ਉੱਪਰ। ਅਸੀਂ ਅਗਰ ਉਤਾਹਾਂ ਦੇ ਆ, ਉਤਾਹਾਂ ਅਸੀਂ ਅਗਰ ਜਾਣਾ ਆ, ਤੇ ਸਾਨੂੰ ਫਿਰ ਕਿਹੜੀਆਂ ਗੱਲਾਂ ਦੇ ਉੱਪਰ ਮਨ ਲਗਾਉਣਾ ਪੈਣਾ? ਸਵਰਗੀय ਗੱਲਾਂ ਦੇ ਉੱਪਰ, ਬਾਈਬਲ ਦੀਆਂ ਗੱਲਾਂ ਦੇ ਉੱਪਰ, ਆਤਮਿਕ ਗੱਲਾਂ ਦੇ ਉੱਪਰ ਸਾਨੂੰ ਫਿਰ ਮਨ ਲਗਾਉਣਾ ਪੈਣਾ ਹੈ। ਹਾਲੇਲੂਇਆ। ਬਾਈਬਲ ਦੇ ਵਿੱਚ ਜਦੋਂ ਤੁਸੀਂ ਮੇਰੇ ਨਾਲ ਗਿਣਤੀ ਦਾ ਪੁਸਤਕ ਓਪਨ ਕਰੋ, ਉਹਦਾ 13 ਨੰਬਰ ਅਧਿਆਇ, ਉਹਦਾ 17 ਤੋਂ 33 ਨੰਬਰ ਪੰਕਤੀ ਤੱਕ ਪੜ੍ਹਨਾ ਹੈ। ਔਰ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ। ਇੱਕ ਸਟੋਰੀ ਵਾਈਜ਼ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਔਰ ਦੇਖਣਾ ਬੜਾ ਅੱਛਾ ਲੱਗੇਗਾ ਸੁਣ ਕੇ। ਔਰ ਮੈਂ ਬਲੀਵ ਕਰਦਾ ਹਾਂ ਕਿ ਤੁਹਾਡੀ ਜ਼ਿੰਦਗੀ 'ਚ ਅੱਜ ਦਾ ਵਚਨ ਜਿਹੜਾ ਆ 100 ਦਾ 100 ਗੁਣਾ ਕੰਮ ਕਰੇਗਾ ਸਾਰੀ ਕਲੀਸਿਆ ਬੋਲੇ ਆਮੀਨ। ਜਦੋਂ ਅਸੀਂ ਪੜ੍ਹਦੇ ਹਾਂ ਗਿਣਤੀ ਦਾ ਪੁਸਤਕ, ਉਹਦਾ 13 ਨੰਬਰ ਅਧਿਆਇ, ਉਹਦਾ 17 ਨੰਬਰ ਪੰਕਤੀ, ਸੁਣਨਾ ਬਾਈਬਲ ਕੀ ਕਹਿੰਦਾ। ਲਿਖਿਆ ਸੋ ਮੂਸਾ ਨੇ ਉਹਨਾਂ ਨੂੰ ਕਨਾਨ ਦੇਸ਼ ਦੀ ਖੋਜ ਕੱਢਣ ਦੇ ਲਈ ਘੱਲਿਆ ਅਤੇ ਉਹਨਾਂ ਨੂੰ ਆਖਿਆ ਇੱਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਹਾੜ ਉੱਤੇ ਚੜੋ ਅਤੇ ਦੇਸ਼ ਨੂੰ ਵੇਖੋ ਭਈ ਉਹ ਕਿਹੋ ਜਿਹਾ ਆ, ਨਾਲੇ ਉਹ ਲੋਕ ਜਿਹੜੇ ਉਹਦੇ ਵਿੱਚ ਵੱਸਦੇ ਹਨ ਤਕੜੇ ਹਨ ਜਾਂ ਮਾੜੇ ਹਨ, ਥੋੜੇ ਹਨ ਜਾਂ ਬਹੁਤੇ ਹਨ, ਅਤੇ ਉਹ ਧਰਤੀ ਕਿਹੋ ਜਿਹੀ ਆ ਜਿਹਦੇ ਵਿੱਚ ਉਹ ਵੱਸਦੇ ਹਨ, ਚੰਗੀ ਆ ਜਾਂ ਮਾੜੀ ਆ, ਸ਼ਹਿਰ ਕਿੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਉਹ ਵੱਸਦੇ ਹਨ, ਤੰਬੂ ਵਾਲੇ ਆ ਜਾਂ ਗੜਾਂ ਵਾਲੇ ਆ, ਧਰਤੀ ਕਿਹੋ ਜਿਹੀ ਆ, ਫਲਦਾਰ ਆ ਜਾਂ ਬੰਜਰ ਆ, ਅਤੇ ਉਹਦੇ ਵਿੱਚ ਬ੍ਰਿਸ਼ ਹਨ ਕਿ ਨਹੀਂ। ਤੁਸੀਂ ਤਕੜੇ ਹੋਵੋ ਤੇ ਉਸ ਧਰਤੀ ਦੇ ਫਲ ਤੋਂ ਕੁਝ ਲਿਆਇਓ, ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖਦਾ ਸੀ। ਸੋ ਉਹਨਾਂ ਉੱਪਰ ਜਾ ਕੇ ਧਰਤੀ ਦਾ ਖੋਜ ਕੱਢਿਆ, ਸੀਨ ਦੀ ਉਜਾੜ ਤੋਂ ਰਹੋਬ ਤੀਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ। ਤਾਂ ਉਹ ਦੱਖਣ ਵੱਲ ਚੜੇ ਅਤੇ ਹਬਰੌਨ ਤੀਕ ਆਏ ਅਤੇ ਉਥੋਂ ਹਨਾਕ ਦੀ ਅੰਸ਼ ਦੇ ਅਹਿਮਾਨ ਸ਼ਿਸ਼ਈ ਅਤੇ ਤਲਮਈ ਸਨ, ਅਤੇ ਹਬਰੌਨ ਮਿਸਰ ਦੇ ਸੋਆਨ ਤੋਂ 7 ਵਰੇ ਪਹਿਲਾਂ ਬਣਿਆ ਸੀ। ਫਿਰ ਉਹ ਸ਼ਕੋਲ ਦੀ ਦੂਣ ਤੀਕ ਆਏ ਅਤੇ ਉੱਥੇ ਦਾਖ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹਨੂੰ ਇੱਕ ਲਾਠੀ ਉੱਤੇ 2 ਮਨੁੱਖ ਚੁੱਕ ਕੇ ਲਿਆਏ ਅਤੇ ਅਨਾਰ ਅਤੇ ਹੰਜੀਰਾ ਵੀ ਲੈ ਕੇ ਆਏ। ਉੱਥੋਂ ਦਾ ਫਲ ਜਿਹੜਾ ਆ ਲੈ ਕੇ ਆਏ। ਇਹ ਸਾਰਾ ਸਫ਼ਰ 40 ਦਿਨਾਂ ਦਾ ਸੀ। 40 ਦਿਨ ਲੱਗੇ ਉਹਨਾਂ ਨੂੰ ਉਤਾਹਾਂ ਪਹੁੰਚਣ ਦੇ ਲਈ ਉੱਥੇ, ਔਰ ਉੱਥੋਂ ਦੀ ਖੋਜ ਕੱਢਣ ਦੇ ਲਈ ਔਰ ਵਾਪਸ ਪਰਤਣ ਦੇ ਲਈ ਲਗਭਗ ਕਿ 40 ਦਿਨ ਉਹਨਾਂ ਨੂੰ ਇਹ ਖੋਜ ਕੱਢਣ ਦੇ ਵਿੱਚ ਲੱਗ ਗਏ ਔਰ ਫਲ ਲਿਆਉਣ ਦੇ ਵਿੱਚ ਲੱਗ ਗਏ, ਔਰ ਉੱਥੋਂ ਦੀ ਸਾਰੀ ਰਿਪੋਰਟ ਇਕੱਠੀ ਕਰਨ ਦੇ ਵਿੱਚ ਲੱਗ ਗਏ ਕਿ ਲੋਕ ਕਿੱਦਾਂ ਦੇ ਆ, ਧਰਤੀ ਕਿੱਦਾਂ ਦੀ ਆ, ਰਹਿਣ ਬਸੇਰਾ ਉੱਥੇ ਦਾ ਕਿੱਦਾਂ ਦਾ, ਫਲ ਦਰਖਤ ਪੇੜ ਪੌਦੇ ਕਿੱਦਾਂ ਦੇ ਆ ਉੱਥੋਂ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਉਹਨਾਂ ਨੇ ਨੋਟ ਕੀਤਾ ਤੇ ਲਗਭਗ 40 ਦਿਨ ਉਹਨਾਂ ਨੂੰ ਲੱਗ ਗਏ ਇਹ ਸਾਰਾ ਕੰਮ ਜਿਹੜਾ ਆ ਨੇਪਰੇ ਚਾੜਨ ਦੇ ਵਿੱਚ, ਜੋ ਮੋਜ਼ਿਸ ਨੇ ਉਹਨਾਂ ਦੀ ਡਿਊਟੀ ਲਗਾਈ ਸੀਗੀ। ਹਾਲੇਲੂਇਆ।
ਤੁਸੀਂ ਦੇਖੋ ਤੁਹਾਡੀ ਸੰਗਤੀ ਕਹਿੰਦਾ ਲੋਕਾਂ ਦੇ ਨਾਲ, ਜਿਹੜੇ ਲੋਕ ਪ੍ਰਧਾਨ ਸਰਦਾਰ ਗਏ ਆ ਉਹਨਾਂ ਦੇ ਵਿੱਚੋਂ 2 ਹੀ ਲੋਕ ਆ ਜਿਨ੍ਹਾਂ ਦੀ ਸੋਚ ਉਹਨਾਂ ਦੇ ਨਾਲ ਮੈਚ ਨਹੀਂ ਕਰਦੀ ਆ, ਜਿਹਦਾ ਨਾਮ ਅਕਾਨ ਔਰ ਯਹੋਸ਼ੂਆ ਆ। ਹਾਂ, ਕਾਲੇਬ ਔਰ ਯਹੋਸ਼ੂਆ ਆ, ਸੌਰੀ, ਕਾਲੇਬ ਔਰ ਯਹੋਸ਼ੂਆ 2 ਜਣੇ ਆ ਜਿਨ੍ਹਾਂ ਦੀ ਸੋਚ ਜਿਹੜੀ ਆ ਇਹਨਾਂ ਦੇ ਨਾਲ ਮੈਚ ਨਹੀਂ ਕਰਦੀ ਬਾਕੀ ਲੋਕਾਂ ਦੇ ਨਾਲ, ਕਿਉਂਕਿ ਇਹਨਾਂ ਦੀ ਅੱਖ ਕੁਝ ਹੋਰ ਦੇਖ ਰਹੀ ਹੈ ਔਰ ਉਹਨਾਂ ਦੀ ਅੱਖ ਕੁਝ ਹੋਰ ਦੇਖ ਰਹੀ ਹੈ। ਜੇ ਤੁਹਾਨੂੰ ਆਸ਼ੀਸ਼ਾਂ ਦਿਖ ਰਹੀਆਂ ਅੱਗੇ, ਜੇ ਤੁਹਾਨੂੰ ਬਰਕਤਾਂ ਦਿਖ ਰਹੀਆਂ ਅੱਗੇ, ਦਿਖਦੀਆਂ ਮਤਲਬ ਮਿਲ ਨਹੀਂ ਗਈਆਂ, ਉਹਨਾਂ ਦੇ ਲਈ ਤੁਹਾਨੂੰ ਫਾਈਟ ਕਰਨੀ ਪੈਣੀ ਆ, ਉਹਨਾਂ ਦੇ ਲਈ ਤੁਹਾਨੂੰ ਲੜਾਈ ਕਰਨੀ ਪੈਣੀ ਆ ਆਤਮਾ ਦੇ ਵਿੱਚ, ਔਰ ਜਿੱਤਣਾ ਪੈਣਾ। ਲੜਾਈ ਕਾਹਦੇ ਨਾਲ? ਸ਼ੈਤਾਨ ਦਾ ਕੰਮ ਆ ਤੁਹਾਡੀ ਪਵਿੱਤਰਤਾਈ ਦੇ ਪ੍ਰਤੀ, ਪਵਿੱਤਰਤਾਈ ਦੇ ਵਰਖਲਾਫ ਲੜਨਾ, ਔਰ ਤੁਸੀਂ ਆਪਣੀ ਪਵਿੱਤਰਤਾਈ ਨੂੰ ਸੰਭਾਲ ਕੇ ਰੱਖਣਾ। ਬਾਈਬਲ ਕਹਿੰਦਾ ਵਚਨ ਇੱਕ ਢਾਲ ਆ, ਢਾਲ ਮਤਲਬ ਤੁਹਾਡੀ ਪ੍ਰੋਟੈਕਸ਼ਨ ਆ। ਦਾਊਦ ਕਹਿੰਦਾ ਪ੍ਰਭੂ ਤੇਰੇ ਵਚਨ ਨੂੰ ਮੈਂ ਆਪਣੇ ਦਿਲ 'ਚ ਜਮ੍ਹਾਂ ਕਰ ਲਿਆ, ਮੈਂ ਤੇਰਾ ਪਾਪ ਕਿੱਦਾਂ ਕਰਾਂ? ਹੁਣ ਜਦੋਂ ਤੁਸੀਂ ਵਚਨ ਆਪਣੇ ਅੰਦਰ ਜਮ੍ਹਾਂ ਕਰ ਲਿਆ, ਇਹ ਤੁਹਾਨੂੰ ਪ੍ਰੋਟੈਕਟ ਕਰੇਗਾ। ਸ਼ੈਤਾਨ ਪਾਪ ਤੁਹਾਡੇ ਅੱਗੇ ਭੇਜੇਗਾ, ਸ਼ੈਤਾਨ ਗਾਲਾਂ ਕੱਢਣਾ ਤੁਹਾਡੇ ਅੱਗੇ ਭੇਜੇਗਾ, ਸ਼ੈਤਾਨ ਬੁਰਾ ਦੇਖਣਾ ਤੁਹਾਡੇ ਲਈ ਭੇਜੇਗਾ, ਬੁਰਾ ਸੁਣਨਾ ਭੇਜੇਗਾ। ਆਹ ਵਚਨ ਜਿਹੜਾ ਢਾਲ ਦਾ ਕੰਮ ਕਰਦਾ ਕਿ ਤੁਹਾਡੇ ਤੱਕ ਉਹ ਬੁਰਾਈ ਪਹੁੰਚੇ ਹੀ ਨਾ, ਤੇ ਤੁਸੀਂ ਆਪਣਾ ਬਚਾਅ ਕਰ ਸਕਦੇ। ਜੋ ਚਮਤਕਾਰ ਤੁਹਾਡੇ ਜੀਵਨ 'ਚ ਜਿਹੜੇ ਪਹਿਲਾਂ ਹੋਏ, ਉਹਨਾਂ ਨੂੰ ਅਗਰ ਤੁਸੀਂ ਯਾਦ ਰੱਖਦੇ, ਉਹ ਵੀ ਇੱਕ ਢਾਲ ਦੇ ਤਰ੍ਹਾਂ ਕੰਮ ਕਰੇਗਾ। ਉਹ ਵੀ ਤੁਹਾਡੇ ਲਈ ਇੱਕ ਪ੍ਰੋਟੈਕਸ਼ਨ ਦਾ ਕੰਮ ਕਰੇਗਾ ਕਿ ਸ਼ੈਤਾਨ ਦਾ ਵਾਰ ਜਾਂ ਸ਼ੈਤਾਨ ਦਾ ਕੱਢਿਆ ਹੋਇਆ ਤੀਰ ਤੁਹਾਡੇ ਤੱਕ ਪਹੁੰਚੇ ਨਾ, ਤੁਹਾਡਾ ਨਾਸ਼ ਨਾ ਕਰੇ, ਤੁਹਾਡਾ ਨੁਕਸਾਨ ਨਾ ਕਰੇ। ਉਹੀ ਇਨਸਾਨ ਆਪਣਾ ਬਚਾਵ ਕਰ ਸਕਦਾ ਹੈ ਜੋ ਇਨਸਾਨ ਵਚਨ ਨੂੰ ਇੱਕ ਢਾਲ ਦੇ ਰੂਪ ਦੇ ਵਿੱਚ ਕੰਮ ਕਰਦਾ ਜਾਂ ਯੂਜ਼ ਕਰਦਾ। ਲਿਖਿਆ ਉੱਥੇ ਜਿੰਨੇ ਸਰਦਾਰ ਗਏ ਖੋਜ ਕੱਢਣ ਦੇ ਲਈ, ਹਰ ਇੱਕ ਗੋਤਰ ਦੇ ਵਿੱਚੋਂ ਮੇਨ ਬੰਦਾ ਗਿਆ, ਔਰ ਉਹਨਾਂ ਨੇ ਕੀ ਕੀਤਾ? ਉੱਥੋਂ ਦੇ ਫਲ ਦੇਖੇ, ਉੱਥੋਂ ਦਾ ਰਹਿਣ ਵਸੇਰਾ ਦੇਖਿਆ, ਔਰ ਉੱਥੋਂ ਦੇ ਲੋਕ ਦੇਖੇ, ਉੱਥੋਂ ਦੀ ਹਰ ਇੱਕ ਚੀਜ਼ ਦੇਖੀ, ਔਰ ਆ ਕੇ ਮੋਸੇਸ ਨੂੰ ਪਤਾ ਕੀ ਕਹਿੰਦੇ? ਕਹਿੰਦੇ ਵਾਕਈ, ਕਹਿੰਦਾ ਉਹ ਸ਼ਹਿਰ, ਉਹ ਦੇਸ਼ ਕਨਾਨ ਦੇਸ਼, ਉੱਥੇ ਦੁੱਧ ਤੇ ਸ਼ਹਿਦ ਵਗਦਾ, ਵਾਕਈ ਸਹੀ ਗੱਲ ਆ। ਆਹ ਦੇਖੋ, ਕਹਿੰਦਾ ਉੱਥੋਂ ਦੇ ਫਰੂਟ ਔਰ ਉੱਥੋਂ ਦੇ ਲੋਕ ਦੇਖਿਆ, ਪਰ ਇਹ ਲੋਕਾਂ ਦੇ ਡੈਥ ਦਾ ਕਾਰਨ ਕੀ ਸੀਗਾ? ਇਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਆਪਣੀ ਮੌਤ ਕੱਢੀ। ਕਹਿੰਦੇ ਪਰ ਅਸੀਂ ਉਹਨਾਂ ਨੂੰ ਜਿੱਤ ਨਹੀਂ ਸਕਦੇ, ਉਹ ਬੜੇ ਵੱਡੇ ਲੋਕ ਆ, ਅਸੀਂ ਟਿੱਡੀਆਂ ਦੀ ਤਰ੍ਹਾਂ ਆ ਉਹਦੇ ਸਾਹਮਣੇ। ਅਸੀਂ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਖੜੇ ਕਰਕੇ ਦੇਖਦੇ ਹਾਂ ਤੇ ਅਸੀਂ ਟਿੱਡੀਆਂ ਵਰਗੇ ਲੱਗਦੇ, ਤੇ ਉਹਨਾਂ ਦੀਆਂ ਨਜ਼ਰਾਂ 'ਚ ਵੀ ਅਸੀਂ ਟਿੱਡੀਆਂ ਵਰਗੇ ਹੀ ਆ। ਬਸ ਇਹ ਵਰਡ, ਆਹ ਵਿਸ਼ਵਾਸ ਸੀਗਾ ਉਹਨਾਂ ਲੋਕਾਂ ਦਾ ਕਿ ਅਸੀਂ ਜਿੱਤ ਨਹੀਂ ਸਕਦੇ, ਔਰ ਵਾਕਈ ਉਹ ਜਿੱਤੇ ਨੇ, ਮਾਰੇ ਗਏ। ਖੁਦਾ ਦੇ ਵੱਲੋਂ ਬਿਮਾਰੀ ਆਈ ਉਹਨਾਂ ਦੇ ਉੱਪਰ। ਕਿਉਂ? ਕਿਉਂਕਿ ਉਹਨਾਂ ਦੀ ਨੈਗੇਟਿਵ ਰਿਪੋਰਟ ਦੇ ਨਾਲ, ਉਹਨਾਂ ਦੀ ਬੈਡ ਟੈਸਟੀਮਨੀ ਦੇ ਨਾਲ ਕਿੰਨੇ ਲੋਕ ਜਿਹੜੇ ਆ ਗੁੰਮਰਾਹ ਹੋ ਗਏ। ਕਿੰਨੇ ਲੋਕ ਮੌਜਿਜ਼ ਸੁਣਨ ਵਾਲੇ ਲੋਕ, ਭੀੜ ਜਿੰਨੀ ਵੀ ਸੀਗੀ, ਉਹ ਸਾਰੀ ਮੌਜਿਜ਼ ਦੇ ਬਰਖਲਾਫ ਹੋ ਗਈ ਉਹਨਾਂ ਦੀ ਆ ਬੈਡ ਟੈਸਟੀਮਨੀ ਦੇ ਨਾਲ। ਹਾਲੇਲੂਇਆ। ਉਹ ਲੋਕ ਮੂਸਾ ਦੇ ਬਰਖਲਾਫ ਹੋ ਗਏ ਉਹਨਾਂ ਦੀ ਇਸ ਮਾੜੀ ਰਿਪੋਰਟ ਦੇ ਕਰਕੇ। ਸੁਣਨਾ ਬਾਈਬਲ ਦੇ ਵਿੱਚ ਤੁਹਾਨੂੰ ਸਮਝ ਆਏਗਾ। ਫਿਰ ਬਾਈਬਲ ਕਹਿੰਦਾ ਹਾਏ ਉਸ ਮਨੁੱਖ ਉੱਤੇ ਜਿਹਦੇ ਕਰਕੇ ਠੋਕਰ ਲੱਗਦੀ ਆ। ਇਹਨਾਂ ਦੀ ਮਾੜੀ ਰਿਪੋਰਟ ਕਰਕੇ ਬਾਕੀਆਂ ਨੂੰ ਠੋਕਰ ਲੱਗੀ, ਔਰ ਬਾਈਬਲ 'ਚ ਲਿਖਿਆ ਚੰਗਾ ਹੁੰਦਾ ਕਿ ਉਹ ਜੰਮ ਦੇਣਾ, ਇਸੇ ਲਈ ਫਿਰ ਉਹ ਮਾਰੇ ਗਏ। ਦੇਖੋ ਅੱਗੇ ਬਾਈਬਲ ਕੀ ਕਹਿੰਦਾ। ਲਿਖਿਆ ਫਿਰ ਉਹ ਦਾਖ ਦੇ ਗੁੱਛੇ ਦੀ ਟਹਿਣੀ ਤੋੜੀ, ਔਰ ਉਹਨਾਂ ਨੇ ਇੱਕ ਲਾਠੀ ਦੇ ਉੱਤੇ 2 ਮਨੁੱਖ ਚੁੱਕ ਕੇ ਲਿਆਏ, ਔਰ ਅਨਾਰ ਔਰ ਹੰਜੀਰਾ ਵੀ ਲੈ ਕੇ ਆਏ। ਔਰ ਅੱਗੇ ਲਿਖਿਆ ਉਸ ਗੁੱਛੇ ਦੇ ਕਾਰਨ ਜਿਹੜਾ ਇਜ਼ਰਾਈਲੀਆਂ ਨੇ ਉੱਥੋਂ ਤੋੜਿਆ ਸੀ, ਉਸ ਥਾਂ ਦਾ ਨਾਮ ਅਸ਼ਕੋਲ ਦੀ ਦੂਣ ਪੈ ਗਿਆ। ਤਾਂ ਉਹ ਉਸ ਦੇਸ਼ ਦਾ ਖੋਜ ਕੱਢ ਕੇ 40 ਦਿਨਾਂ ਪਿੱਛੋਂ ਮੁੜੇ। ਲਗਭਗ 40 ਦਿਨਾਂ ਦਾ ਸਫ਼ਰ ਸੀਗਾ ਇਹ। ਲਿਖਿਆ ਉਹ ਤੁਰ ਕੇ ਮੂਸਾ, ਹਾਰੂਨ ਔਰ ਇਜ਼ਰਾਈਲ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਦੇ ਵਿੱਚ ਕਾਦੇਸ਼ ਕੋਲ ਆਏ, ਔਰ ਸਾਰੀ ਮੰਡਲੀ ਲਈ ਖਬਰ ਲਿਆਏ, ਨਾਲੇ ਉਸ ਧਰਤੀ ਦਾ ਫਲ ਵੀ ਵਿਖਾਇਆ। ਲਿਖਿਆ ਉਹਨਾਂ ਨੇ ਉਹਨੂੰ ਨਿਰਣਾ ਕਰਕੇ ਆਖਿਆ ਕਿ ਅਸੀਂ ਉਸ ਦੇਸ਼ ਨੂੰ ਗਏ ਜਿੱਥੇ ਤੈਂ ਸਾਨੂੰ ਘੱਲਿਆ ਸੀ, ਉੱਥੇ ਸੱਚਮੁੱਚ ਦੁੱਧ ਅਤੇ ਸ਼ਹਿਦ ਵਗਦਾ ਆ, ਅਤੇ ਇਹ ਉਹਦਾ ਫਲ ਆ। ਜੋ ਫਲ ਲੈ ਕੇ ਆਏ ਉਹ ਉਹਨਾਂ ਨੂੰ ਦਿਖਾਇਆ। ਲਿਖਿਆ ਸੱਚਮੁੱਚ ਉੱਥੇ ਦੁੱਧ ਤੇ ਸ਼ਹਿਦ ਵਗਦਾ ਆ। ਠੀਕ ਹੈ, ਬਰਕਤ ਤਾਂ ਦੇਖ ਲਈ ਆ, ਆਸ਼ੀਸ਼ ਤਾਂ ਦੇਖ ਲਈ ਆ, ਪਰ ਉਹ ਪ੍ਰਾਪਤ ਕਿੱਦਾਂ ਕਰਨੀ ਆ? ਉਹਦੇ ਲਈ ਤੁਹਾਨੂੰ ਲੜਨਾ ਪਏਗਾ, ਉਹਦੇ ਲਈ ਤੁਹਾਨੂੰ ਜਿੱਤਣਾ ਪਏਗਾ। ਅਗਰ ਇਹ ਮਿਸਰੀ ਲੋਕ ਜਿਹੜੇ ਮਿਸਰ ਦੇ ਵਿੱਚ ਇਜ਼ਰਾਈਲੀ ਲੋਕ ਸੀਗੇ, ਇਹ ਕਨਾਨ ਤੱਕ ਕਿਹੜੇ ਲੋਕ ਪਹੁੰਚੇ? ਜਿਹੜੇ ਲੜੇ ਔਰ ਜਿੱਤੇ ਵੀ। ਹਾਰਨ ਵਾਲੇ ਲੋਕ, ਨੈਗੇਟਿਵ ਸੋਚਣ ਵਾਲੇ ਲੋਕ, ਖੁਦਾ ਦੇ ਉੱਤੇ ਭਰੋਸਾ ਨਾ ਕਰਨ ਵਾਲੇ ਲੋਕ ਰਾਸਤੇ ਦੇ ਵਿੱਚ ਹੀ ਮਰ ਗਏ। ਅੱਜ ਸਾਨੂੰ ਸਵਰਗ ਦਿਖਦਾ ਆ, ਅੱਜ ਸਾਨੂੰ ਆਸ਼ੀਸ਼ਾਂ ਦਿਖਦੀਆਂ ਹੈ ਕਿਸੇ ਦੇ ਜੀਵਨ 'ਚ,
ਅੱਜ ਸਾਨੂੰ ਕਿਸੇ ਦੇ ਜੀਵਨ 'ਚ ਛੁਟਕਾਰਾ ਦਿਖਦਾ ਬਿਮਾਰੀ ਤੋਂ, ਪਰ ਅਸੀਂ ਬਿਮਾਰੀ ਦੇ ਵਿੱਚ ਉਹਦਾ ਕਾਰਨ, ਤੁਸੀਂ ਉਹਦਾ ਕਾਰਨ ਨਹੀਂ ਦੇਖਦੇ। ਤੁਸੀਂ ਉਸ ਚੰਗਾਈ ਪਾਏ ਹੋਏ ਇਨਸਾਨ ਦਾ ਵਿਸ਼ਵਾਸ ਨਹੀਂ ਦੇਖਦੇ ਕਿ ਉਹਦਾ ਵਿਸ਼ਵਾਸ ਖੁਦਾਵੰਦ ਦੇ ਉੱਪਰ ਕਿੰਨਾ ਹੈ। ਦੁੱਖ ਦੇ ਵਿੱਚ, ਪਰੇਸ਼ਾਨੀ ਦੇ ਵਿੱਚ, ਕਰਜ਼ੇ ਦੇ ਵਿੱਚ, ਦੁੱਖਾਂ ਦੇ ਵਿੱਚ ਤੁਸੀਂ ਉਸ ਇਨਸਾਨ ਦਾ ਵਿਸ਼ਵਾਸ ਨਹੀਂ ਦੇਖਦੇ ਆ। ਤੁਸੀਂ ਸਿਰਫ ਉਹਦੀ ਚੰਗਾਈ ਦੇਖਦੇ ਆ, ਉਹਦਾ ਛੁਟਕਾਰਾ ਦੇਖਦੇ ਆ, ਉਹਦੀ ਬਲੇਸਿੰਗਸ ਦੇਖਦੇ ਆ। ਸਾਡੇ ਨਾ ਕਾਮਯਾਬ ਹੋਣ ਦਾ ਕਾਰਨ ਹੀ ਇਹ ਆ ਕਿ ਸਾਡੀ ਅੱਖ ਕੁਝ ਹੋਰ ਦੇਖਦੀ ਆ। ਤੁਸੀਂ ਲੋਕਾਂ ਦੀਆਂ ਬਰਕਤਾਂ ਦੇਖਦੇ ਆ, ਉਹਨਾਂ ਨੇ ਬਰਕਤਾਂ ਪ੍ਰਾਪਤ ਕਿੱਦਾਂ ਕੀਤੀਆਂ ਉਸ ਚੀਜ਼ ਨੂੰ ਨਹੀਂ ਦੇਖਦੇ। ਅਸੀਂ ਤਾਂ ਬਰਕਤਾਂ ਤੋਂ ਖਾਲੀ ਆ। ਅਸੀਂ ਪਾਸਟਰ ਨੂੰ ਦੇਖਦੇ ਆ, ਪਰ ਪਾਸਟਰ ਦਾ ਜਿਹੜਾ ਬੈਕਗ੍ਰਾਉਂਡ ਆ ਉਹਨੂੰ ਨਹੀਂ ਦੇਖਦੇ। ਅਸੀਂ ਕਿਸੇ ਦੇ ਆਤਮਿਕ ਜੀਵਨ ਨੂੰ ਦੇਖਦੇ ਆ, ਉਹਦੀ ਪ੍ਰਭਾਵਸ਼ਾਲੀ ਪ੍ਰੇਅਰ ਨੂੰ ਦੇਖਦੇ ਆ, ਪਰ ਤੁਸੀਂ ਉਹਦੀਆਂ ਕੁਰਬਾਨੀਆਂ ਨੂੰ ਨਹੀਂ ਦੇਖਦੇ। ਉਹ ਕਿੰਨੀਆਂ ਕੁਰਬਾਨੀਆਂ ਦੇ ਕੇ ਉਸ ਸਥਾਨ ਦੇ ਉੱਪਰ ਪਹੁੰਚੀ ਆ ਜਾਂ ਪਹੁੰਚਿਆ ਆ। ਸਾਡੀ ਅੱਖ ਕੀ ਦੇਖਦੀ ਪਈ ਆ? ਤੁਸੀਂ ਅੱਜ ਆਪਣੇ ਨਾਲ ਸਵਾਲ ਕਰਨਾ ਆ ਕਿ ਮੇਰੀ ਅੱਖ ਕੀ ਦੇਖਦੀ ਆ? ਪਰਮੇਸ਼ਵਰ ਦੇ ਸੱਜੇ ਹੱਥ ਨੂੰ ਦੇਖ ਰਹੀ ਆ, ਜਾਂ ਫਿਰੌਨ ਨੂੰ ਦੇਖਦੀ ਆ, ਜਾਂ ਅੱਗੇ ਲਾਲ ਸਮੁੰਦਰ ਨੂੰ ਦੇਖਦੀ ਆ, ਜਾਂ ਅੱਗੇ ਗੋਲੀਅਤ ਨੂੰ ਦੇਖਦੀ ਆ, ਜਾਂ ਲਹਿਰਾਂ ਨੂੰ ਭਟਕਦਾ ਹੋਇਆ ਦੇਖ ਰਹੀ ਆ ਜੋ ਕਿ ਮੌਤ ਨਜ਼ਰ ਆ ਰਹੀ ਆ? ਸਾਡੀ ਅੱਖ ਅੱਜ ਕਿਹਨੂੰ ਦੇਖਦੀ ਆ? ਹਾਲੇਲੂਇਆ। ਬਾਈਬਲ ਕਹਿੰਦਾ ਆ ਕਿ ਇਨਸਾਨ ਦੇ ਜਿਹੜੇ ਸ਼ਰਾਪ ਆ ਉਹ ਟੁੱਟ ਜਾਂਦੇ ਆ ਆਰਾਧਨਾ ਦੇ ਦੁਆਰਾ। ਅਸੀਂ ਆਰਾਧਨਾ ਵੀ ਕਰਦੇ ਹਾਂ, ਫਿਰ ਵੀ ਸ਼ਰਾਪਾਂ ਦੇ ਹੇਠ। ਅਸੀਂ ਪ੍ਰਾਰਥਨਾ ਵੀ ਕਰਦੇ ਹਾਂ, ਫਿਰ ਵੀ ਸ਼ਰਾਪਾਂ ਦੇ ਹੇਠ, ਦੁੱਖਾਂ ਦੇ ਹੇਠ। ਉਹਦਾ ਕਾਰਨ ਨਹੀਂ ਸਾਨੂੰ ਸਮਝ ਲੱਗ ਰਿਹਾ ਕਿ ਸਾਡੀ ਅੱਖ ਦੇਖ ਕੀ ਰਹੀ ਆ। ਗੰਦੀਆਂ ਫਿਲਮਾਂ ਦੇਖਣ ਵਾਲਾ ਬੰਦਾ ਪਵਿੱਤਰਤਾਈ ਦੇ ਨਜ਼ਦੀਕ ਵੀ ਨਹੀਂ ਜਾ ਸਕਦਾ, ਪਹੁੰਚ ਹੀ ਨਹੀਂ ਸਕਦਾ। ਔਰ ਸਾਡੀਆਂ ਦੁਆਵਾਂ ਹੁੰਦੀਆਂ, ਪ੍ਰਭੂ ਮੈਨੂੰ ਪਵਿੱਤਰ ਆਤਮਾ ਦੇ, ਪ੍ਰਭੂ ਮੈਨੂੰ ਵੀ ਪਵਿੱਤਰ ਆਤਮਾ ਦੇ। ਕਿੱਦਾਂ ਮਿਲ ਜਾਏਗਾ ਜਦ ਤੱਕ ਬੁਰਾ ਦੇਖਣਾ ਬੰਦ ਨਹੀਂ ਕਰੋਗੇ। ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਗੰਦਾ ਦੇਖਣਾ ਔਰ ਬੁਰਾ ਦੇਖਣਾ, ਤੁਸੀਂ ਦੋਨੋਂ ਇੱਕ ਅੱਖ ਤੋਂ ਕੰਮ ਨਹੀਂ ਲੈ ਸਕਦੇ। ਬਾਈਬਲ ਕਹਿੰਦਾ ਇੱਕ ਨਲ 'ਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ। ਤੁਹਾਨੂੰ ਜਾਂ ਚੰਗਾ ਦੇਖਣਾ ਪਏਗਾ ਜੇ ਪਵਿੱਤਰ ਆਤਮਾ ਪਾਉਣਾ ਚਾਹੁੰਦੇ, ਮਾੜਾ ਛੱਡਣਾ ਪਏਗਾ ਤੁਹਾਨੂੰ। ਔਰ ਤੁਸੀਂ ਦੇਖੋ, ਤੁਸੀਂ ਆਪਣੇ ਸ਼ਬਦਾਂ ਤੋਂ ਹੀ ਜ਼ਾਹਿਰ ਕਰਦੇ ਆ ਕਿ ਤੁਸੀਂ ਧਰਮੀ ਆ ਜਾਂ ਆਧਰਮੀ ਆ। ਤੁਸੀਂ ਆਪਣੇ ਸ਼ਬਦਾਂ ਤੋਂ ਹੀ ਜ਼ਾਹਿਰ ਕਰਦੇ ਆ ਕਿ ਤੁਹਾਡਾ ਭਰੋਸਾ ਖੁਦਾਵੰਦ ਦੇ ਉੱਪਰ ਆ ਜਾਂ ਇਨਸਾਨ ਦੇ ਉੱਪਰ ਆ ਜਾਂ ਆਪਣੇ ਆਪ ਦੇ ਉੱਪਰ ਆ। ਹਾਲੇਲੂਇਆ। ਲਿਖਿਆ ਉਹਨਾਂ ਲੋਕਾਂ ਨੇ ਆ ਕੇ ਰਿਪੋਰਟ ਦਿੱਤੀ। ਪਹਿਲਾਂ ਕੀ ਰਿਪੋਰਟ ਦਿੱਤੀ? ਪਹਿਲਾਂ ਬਰਕਤਾਂ ਦਸੀਆਂ ਔਰ ਡਰ ਗਏ। ਬਰਕਤਾਂ ਦੇਖ ਲਈਆਂ, ਖੁਸ਼ੀਆਂ ਦੇਖ ਲਈਆਂ, ਆਨੰਦ ਦੇਖ ਲਿਆ, ਫਰੂਟ ਦੇਖ ਲਿਆ, ਸਭ ਕੁਝ ਦੇਖ ਲਿਆ, ਪਰ ਇਹ ਵੀ ਇੱਕ ਵਿਸ਼ਵਾਸ ਆਪਣੇ ਅੰਦਰ ਧਾਰਨਾ ਬਣਾ ਲਈ ਆ ਕਿ ਅਸੀਂ ਇਹਨੂੰ ਪ੍ਰਾਪਤ ਨਹੀਂ ਕਰ ਸਕਦੇ। ਮਤਲਬ ਇਨਸਾਨ ਵੱਡਾ ਹੋ ਗਿਆ ਉਹਨਾਂ ਦੀ ਨਜ਼ਰਾਂ ਦੇ ਵਿੱਚ। ਪਰਮੇਸ਼ਵਰ ਕੁਝ ਵੀ ਨਹੀਂ, ਜਿਹੜਾ ਆਕਾਸ਼ ਤੋਂ ਬਟੇਰੇ ਭੇਜ ਸਕਦਾ, ਜਿਹੜਾ ਚਟਾਨ ਚੋਂ ਪਾਣੀ ਕੱਢ ਸਕਦਾ, ਜਿਹੜਾ ਮਨ ਬਰਸਾ ਸਕਦਾ, ਉਹ ਵੱਡਾ ਨਹੀਂ। ਜਿਹੜਾ ਮਿਸਰ ਤੋਂ ਕੱਢ ਕੇ ਇਸ ਥਾਂ ਤੱਕ ਲੈ ਆਇਆ, ਉਹ ਵੱਡਾ ਨਹੀਂ। ਉੱਥੋਂ ਦੇ ਲੋਕ ਵੱਡੇ ਹੋ ਗਏ ਉਹਨਾਂ ਦੀ ਨਜ਼ਰਾਂ 'ਚ। ਦੇਖੋ ਉਹਨਾਂ ਦੀ ਅੱਖ ਦੇਖ ਕੀ ਰਹੀ ਆ? ਆਸ਼ੀਸ਼ਾਂ ਵੀ ਦੇਖ ਰਹੀ ਆ, ਦੁੱਧ ਤੇ ਸ਼ਹਿਦ ਵਗਦਾ ਵੀ ਦੇਖ ਰਹੀ, ਫਰੂਟ ਵੀ ਦੇਖ ਰਹੀ ਆ, ਉਸਤਾਨ ਦਾ ਸਕੂਨ ਵੀ ਦੇਖ ਰਹੀ ਆ। ਪਰ ਨਾਲ ਆਪਣੇ ਅੰਦਰ ਇਹ ਧਾਰਨਾ ਵੀ ਬਣ ਗਈ ਆ ਉਹਨਾਂ ਦੇ ਅੰਦਰ ਕਿ ਅਸੀਂ ਇਹਨੂੰ ਪ੍ਰਾਪਤ ਨਹੀਂ ਕਰ ਸਕਦੇ। ਸੁਣਨਾ ਅੱਗੇ ਬਾਈਬਲ ਕੀ ਕਹਿੰਦਾ। ਲਿਖਿਆ ਉੱਤੇ ਸੱਚਮੁੱਚ ਦੁੱਧ ਤੇ ਸ਼ਹਿਦ ਵਗਦਾ ਆ ਤੇ ਇਹ ਉਹਦਾ ਫਲ ਆ, ਪਰੰਤੂ ਉਸ ਦੇਸ਼ ਦੇ ਵਾਸੀ ਜਿਹੜੇ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜਾਂ ਵਾਲੇ ਅਤੇ ਵੱਡੇ ਵੱਡੇ ਹਨ। ਨਾਲੇ ਅਸੀਂ ਉੱਥੇ ਅਨਾਕ ਦੀ ਅੰਸ਼ ਨੂੰ ਵੀ ਵੇਖਿਆ। ਉਸ ਦੇਸ਼ ਦੇ ਦੱਖਣ ਵੱਲ ਅਮਾਲੇਕੀ ਵਸਦੇ ਸਨ ਅਤੇ ਹਿੱਤੀ, ਜਬੂਸੀ, ਅਮੋਰੀ ਪਹਾੜ ਉੱਤੇ ਵਸਦੇ ਸਨ ਅਤੇ ਕਨਾਨੀ ਸਮੁੰਦਰ ਕੋਲ ਯਰਦਨ ਦੇ ਆਲੇ ਦੁਆਲੇ ਵਸਦੇ ਸਨ। ਤਾਂ ਕਾਲੇਬ ਨੇ ਮੂਸਾ ਦੇ ਅੱਗੇ ਪਰਜ਼ਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜ਼ਰੂਰ ਅਸੀਂ ਉੱਪਰ ਜਾਈਏ। ਦੋ ਹੀ ਬੰਦੇ ਸੀਗੇ, ਹੋਸ਼ਿਆ, ਯਹੋਸ਼ੂਆ ਦਾ ਨਾਮ ਪਹਿਲਾਂ ਹੋਸ਼ਿਆ ਸੀਗਾ, ਮੋਜ਼ਿਸ ਨੇ ਫਿਰ ਉਹਦਾ ਨਾਮ ਯਹੋਸ਼ੂਆ ਰੱਖਿਆ। ਕਾਲੇਬ ਨੇ ਕੀ ਕੀਤਾ? ਮੋਜ਼ਿਸ ਦੇ ਅੱਗੇ ਲਿਖਿਆ ਪਰਜ਼ਾ ਨੂੰ ਚੁੱਪ ਕਰਾਇਆ ਅਤੇ ਆਖਿਆ,
ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ਼ ਉੱਤੇ ਕਬਜ਼ਾ ਕਰੀਏ, ਕਿਉਂ ਜੋ ਅਸੀਂ ਉਹਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਇਹ ਆ ਵਿਸ਼ਵਾਸ, ਇਹ ਆ ਪਹਿਲੇ ਚਮਤਕਾਰਾਂ ਨੂੰ ਯਾਦ ਰੱਖਣਾ, ਇਹ ਆ ਕਿ ਯਹੋਵਾ ਕਿੱਦਾਂ ਸਾਡੇ ਨਾਲ ਰਾਤ ਨੂੰ ਚੱਲਿਆ, ਕਿੱਦਾਂ ਸਾਡੇ ਨਾਲ ਦਿਨ ਨੂੰ ਚੱਲਿਆ, ਔਰ ਕਿੱਦਾਂ ਹਰ ਵਕਤ ਸਾਡੇ ਲਈ ਸਵਰਗ ਤੋਂ ਉਤਰ ਆਇਆ ਧਰਤੀ ਦੇ ਉੱਪਰ। ਇਹਨਾਂ ਗੱਲਾਂ ਨੂੰ ਜਦੋਂ ਨੇ ਯਾਦ ਰੱਖਿਆ ਕਾਲੇਬ ਨੇ, ਔਰ ਉਹਨੇ ਆਪਣੇ ਮੂੰਹ ਤੋਂ ਜ਼ਿੰਦਗੀ ਨੂੰ ਖੋਲਿਆ, ਆਪਣੇ ਮੂੰਹ ਤੋਂ ਉਹਨੇ ਅੰਗੀਕਾਰ ਕੀਤਾ, ਖੁਦਾਵੰਦ ਦੇ ਉੱਪਰ ਉਹਦਾ ਭਰੋਸਾ ਆ, ਇਸ ਗੱਲ ਨੂੰ ਉਹਨੇ ਆਪਣੇ ਮੂੰਹ ਤੋਂ ਜ਼ਾਹਿਰ ਕੀਤਾ। ਲਿਖਿਆ ਪਰਜ਼ਾ ਨੂੰ ਮੋਜ਼ਿਸ ਦੇ ਅੱਗੇ ਉਹਨੇ ਚੁੱਪ ਕਰਾਇਆ ਔਰ ਆਖਿਆ ਕਿ ਅਸੀਂ ਜ਼ਰੂਰ ਉਚਾਈ ਤੇ ਜਾਵਾਂਗੇ ਔਰ ਉਸ ਦੇਸ਼ ਦੇ ਉੱਪਰ ਕਬਜ਼ਾ ਕਰਾਂਗੇ, ਕਿਉਂਕਿ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ। ਔਰ ਅੱਗੇ ਕੀ ਲਿਖਿਆ? ਲਿਖਿਆ ਪਰ ਉਹਨਾਂ ਮਨੁੱਖਾਂ ਨੇ ਜਿਹੜੇ ਉਹਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਹਨਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸਕਦੇ, ਕਿਉਂ ਜੋ ਉਹ ਸਾਡੇ ਤੋਂ ਬਲਵਾਨ ਹਨ। ਆ ਵਿਸ਼ਵਾਸ ਅਗਰ ਇੱਕ ਇਨਸਾਨ ਦਾ ਆ ਤੇ ਉਹ ਕਦੀ ਵੀ ਨਹੀਂ ਜਿੱਤ ਸਕਦਾ। ਕਈ ਲੋਕ ਖੁਦ ਹੀ ਆਪਣੀਆਂ ਆਦਤਾਂ ਨੂੰ ਬਦਲਦੇ ਨਹੀਂ ਆ ਔਰ ਘਰ ਦੇ ਵਿੱਚ ਕਲੇਸ਼ ਰਹਿੰਦਾ, ਫਿਰ ਕਹਿੰਦੇ ਸ਼ੈਤਾਨ ਨੇ ਇਦਾਂ ਕਰਤਾ, ਸ਼ੈਤਾਨ ਨੇ ਉਦਾਂ ਕਰ ਦਿੱਤਾ। ਉਹ ਬੇਸ਼ੱਕ ਕਰਦਾ ਨਾ ਹੋਵੇ, ਤੁਹਾਡੀਆਂ ਮਾੜੀਆਂ ਆਦਤਾਂ ਕਰਕੇ ਹੀ ਤੁਹਾਡੇ ਘਰ ਦੇ ਵਿੱਚ ਕਲੇਸ਼ ਆ। ਕਿਉਂਕਿ ਕਲੇਸ਼ ਕਦੋਂ ਪੈਦਾ ਹੁੰਦਾ? ਇੱਕ ਤਾਂ ਕਲੇਸ਼ ਗਰੀਬੀ ਦੇ ਕਾਰਨ ਹੁੰਦਾ ਹੈ, ਪੈਸੇ ਦੀ ਤੰਗੀ ਦੇ ਕਾਰਨ ਘਰ ਦੇ ਵਿੱਚ ਕਲੇਸ਼ ਹੁੰਦਾ। ਦੂਸਰਾ, ਜਦੋਂ ਕੋਈ ਇਨਸਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਨਹੀਂ ਆ, ਚਾਹੇ ਉਹ ਔਰਤ ਆ ਘਰ ਦੇ ਵਿੱਚ, ਚਾਹੇ ਉਹ ਮਰਦ ਆ ਘਰ ਦੇ ਵਿੱਚ, ਜਦੋਂ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਿਸਲੇਗਾ ਜਾਂ ਜ਼ਿੰਮੇਵਾਰੀਆਂ ਤੋਂ ਫਿਸਲੇਗੀ, ਉਦੋਂ ਘਰ ਦੇ ਵਿੱਚ ਕਲੇਸ਼ ਹੋਏਗਾ। ਡੈਫੀਨੇਟਲੀ ਆ, ਉਦੋਂ ਘਰ ਦੇ ਵਿੱਚ ਕਲੇਸ਼ ਹੋਏਗਾ, ਉਦੋਂ ਘਰ ਦੇ ਵਿੱਚ ਲੜਾਈ ਹੋਏਗੀ। ਇਹਦੇ ਵਿੱਚ ਸ਼ੈਤਾਨ ਦਾ ਕੋਈ ਦੋਸ਼ ਨਹੀਂ ਹੈ, ਐਵੇਂ ਨਹੀਂ ਉਹਨੂੰ ਬਦਨਾਮ ਕਰੀ ਜਾਓ। ਅੱਜ ਦੇ ਲੋਕ ਕੀ ਕਰਦੇ ਆ? ਮੈਂ ਬਿਮਾਰੀ ਤੋਂ ਆਜ਼ਾਦ ਨਹੀਂ ਹੋ ਸਕਦਾ, ਇਹ ਬਿਮਾਰੀ ਦਾ ਤਾਂ ਇਲਾਜ ਹੀ ਹੈ ਨੀਗਾ। ਮੈਂ ਕਰਜ਼ੇ ਦੇ ਵਿੱਚ ਇੰਨਾ ਡੁੱਬ ਗਿਆ ਜਾਂ ਡੁੱਬ ਗਈਆਂ, ਮੈਂ ਆਜ਼ਾਦ ਹੀ ਨਹੀਂ ਹੋ ਸਕਦੀ। ਮੈਂ ਕਿੱਦਾਂ ਕੀ ਕੰਮ ਹੋਏਗਾ ਜਦੋਂ ਜਿਹਦੇ ਦੁਆਰਾ ਮੇਰਾ ਛੁਟਕਾਰਾ ਹੋ ਜਾਵੇ? ਬਸ ਇਹੀ ਸ਼ਬਦ ਤੁਹਾਨੂੰ ਬੰਧਨ 'ਚ ਬੰਨ੍ਹ ਕੇ ਰੱਖਦੇ ਆ। ਸਵੇਰੇ ਉੱਠਦਿਆਂ ਹੀ ਵਚਨ ਦਾ ਕਲੇਮ ਕਰੋ ਆਪਣੇ ਜੀਵਨ 'ਚ। ਉੱਠਦਿਆਂ ਹੀ ਜਦੋਂ ਜਾਗ ਖੁੱਲ ਗਈ, ਬ੍ਰੇਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਬਿਸਤਰ ਦੇ ਉੱਪਰ ਉੱਠ ਚੁੱਕੇ ਆ, ਔਰ ਉਦੋਂ ਹੀ ਕਲੇਮ ਕਰਨਾ ਸ਼ੁਰੂ ਕਰੋ, ਮੈਂ ਆਜ਼ਾਦ ਹੋ ਚੁੱਕਾ ਆ, ਮੈਂ ਆਤਮਕ ਤਰੱਕੀ ਕਰ ਚੁੱਕਾ ਆ, ਮੈਂ ਪਵਿੱਤਰ ਆਤਮਾ ਪਾ ਚੁੱਕਾ ਆ, ਮੈਂ ਬਲੈਸ ਹੋ ਚੁੱਕਾ ਆ, ਮੈਂ ਨਵੀਂ ਗੱਡੀ ਦੇ ਨਾਲ ਬਲੈਸ ਹੋ ਚੁੱਕਾ ਆ, ਮੈਂ ਬਾਈਬਲ ਦੀਆਂ ਬਰਕਤਾਂ ਦੇ ਨਾਲ ਆਸ਼ੀਸ਼ ਹੋ ਚੁੱਕਾ ਆ, ਮੈਂ ਫਾਈਨਾਂਸ ਦੀ ਬਲੈਸਿੰਗਸ ਦੇ ਨਾਲ ਬਲੈਸ ਹੋ ਚੁੱਕਾ ਆ। ਵਚਨ ਨੂੰ ਕਲੇਮ ਕਰੋ ਆਪਣੇ ਜੀਵਨ 'ਚ ਉੱਠ ਕੇ। ਅਸੀਂ ਉੱਠਦੇ ਪਹਿਲਾਂ ਮੋਬਾਈਲ ਨੂੰ ਦੇਖਦੇ ਹਾਂ, ਅਸੀਂ ਉੱਠਦੇ ਪਹਿਲਾਂ ਚੈਟਿੰਗ ਕਰਦੇ ਹਾਂ, ਅਸੀਂ ਉੱਠਦੇ ਪਹਿਲਾਂ ਆਪਣੇ ਦੁਨਿਆਵੀ ਕੰਮ ਕਰਨ ਲੱਗ ਜਾਂਦੇ ਹਾਂ। ਤੁਸੀਂ ਉੱਠਦਿਆਂ ਹੀ ਪਹਿਲਾਂ ਸਥਾਨ ਪਰਮੇਸ਼ਵਰ ਨੂੰ ਦਿਓ ਔਰ ਆਪਣੀ ਜ਼ਿੰਦਗੀ ਦੇ ਲਈ ਵਚਨ ਨੂੰ ਕਲੇਮ ਕਰੋ। ਮੈਂ ਕਰਜ਼ੇ ਤੋਂ ਆਜ਼ਾਦ ਨਹੀਂ ਹੋ ਸਕਦਾ, ਮੈਨੂੰ ਜੌਬ ਨਹੀਂ ਮਿਲ ਸਕਦੀ, ਮੈਨੂੰ ਅੱਛਾ ਲਾਈਫ ਪਾਰਟਨਰ ਨਹੀਂ ਮਿਲ ਸਕਦਾ, ਮੈਨੂੰ ਅੱਛਾ ਪਰਿਵਾਰ ਨਹੀਂ ਮਿਲ ਸਕਦਾ, ਮੈਨੂੰ ਆਹ ਨਹੀਂ ਮਿਲ ਸਕਦਾ, ਮੈਨੂੰ ਉਹ ਨਹੀਂ ਮਿਲ ਸਕਦਾ। ਇਹ ਤੁਹਾਡੇ ਸ਼ਬਦ ਤੁਹਾਡੇ ਲਈ ਬੀਜੇ ਜਾਂਦੇ ਆ ਔਰ ਇਹ ਉੱਗਣਗੇ, ਇੱਕ ਨਾ ਇੱਕ ਦਿਨ ਉੱਗਣਗੇ। ਜੋ ਬੀਜਿਆ ਗਿਆ ਧਰਤੀ ਦੇ ਵਿੱਚ ਉਹਨੇ ਫੁੱਟ ਨਿਕਲਣਾ ਆ, ਉਹਨੇ ਫੁੱਟ ਨਿਕਲਣਾ ਆ। ਯਾਦ ਰੱਖਣਾ ਮੇਰੀ ਗੱਲ ਨੂੰ। ਔਰ ਤੁਸੀਂ ਆਪਣੇ ਲਈ ਕੀ ਬੀਜਦੇ ਪਏ ਆ? ਦੇਖੋ ਉਹ ਕਾਲੇਬ ਕੀ ਬੋਲਦਾ ਪਿਆ ਕਿ ਅਸੀਂ ਸੱਚਮੁੱਚ ਚੜ੍ਹਾਈ ਕਰਾਂਗੇ ਔਰ ਉਹਨਾਂ ਦੇ ਉੱਪਰ ਫਤਿਹ ਪਾਵਾਂਗੇ ਔਰ ਉਹਨਾਂ ਨੂੰ ਜਿੱਤ ਲਵਾਂਗੇ, ਕਬਜ਼ਾ ਕਰਾਂਗੇ ਉਸ ਦੇਸ਼ ਦੇ ਉੱਪਰ। ਪਰ ਨਾਲ ਦੇ ਜਿਹੜੇ ਲੋਕ ਗਏ ਆ, ਉਹਨਾਂ ਨੇ ਕੀ ਅੱਗੇ ਆਨਸਰ ਦਿੱਤਾ? ਕਹਿੰਦੇ ਨਾ, ਅਸੀਂ ਉਹਨਾਂ ਦੇ ਵਿਰੁੱਧ ਲੜ ਨਹੀਂ ਸਕਦੇ, ਕਿਉਂਕਿ ਉਹ ਸਾਡੇ ਤੋਂ ਕੀ ਆ? ਬਲਵਾਨ ਆ। ਬਰਕਤਾਂ ਦੇਖ ਲਈਆਂ, ਆਹ ਫਾਲਿਆ ਜੀ ਉੱਥੇ ਦੁੱਧ ਤੇ ਸ਼ਹਿਦ ਵਗਦਾ ਆ, ਪਰ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਇੱਛਾ ਨਹੀਂ, ਉਹਨੂੰ ਪ੍ਰਾਪਤ ਕਰਨ ਦੇ ਲਈ ਕੋਈ ਤਰੱਦਦ ਨਹੀਂ। ਬਸ ਦੇਖ ਲਿਆ। ਕਈ ਲੋਕ ਇਦਾਂ ਦੇ ਵੀ ਆ, ਲੋਕਾਂ ਦੇ ਜੀਵਨਾਂ 'ਚ ਬਰਕਤਾਂ ਦੇਖਦੇ ਆ, ਲੋਕਾਂ ਦੇ ਜੀਵਨਾਂ 'ਚ ਛੁਟਕਾਰਾ ਦੇਖਦੇ ਆ, ਲੋਕਾਂ ਨੂੰ ਫਲਵੰਤ ਹੁੰਦਾ ਦੇਖਦੇ ਆ, ਪਰ ਆਪ ਖਾਲੀ ਰਹਿ ਜਾਂਦੇ। ਉਹਦਾ ਕਾਰਨ ਇਹੀ ਆ ਕਿ ਤੁਹਾਡੇ ਜੀਵਨ 'ਚ ਹਲੇ ਵਿਸ਼ਵਾਸ ਦਾ ਪੇੜ ਨਹੀਂ ਬਣਿਆ। ਤੁਹਾਡਾ ਜੀਵਨ ਦੇ ਵਿੱਚ ਵਿਸ਼ਵਾਸ ਜਿਹੜਾ ਆ ਉਹ ਪੇੜ ਦਾ ਰੂਪ ਨਹੀਂ ਲਿਆ ਉਹਨੇ। ਤੁਹਾਨੂੰ ਪਤਾ ਜਦੋਂ ਬੀਜ ਪੁੰਗਰਦਾ ਆ, ਇੱਕ ਪੌਦਾ ਬਣਦਾ ਆ, ਵੱਡਾ ਹੁੰਦਾ ਆ ਥੋੜਾ ਜਿਹਾ, ਔਰ ਹਨੇਰੀ ਤੂਫਾਨ ਆਂਦਾ ਤੇ ਉਹ ਗਿਰ ਵੀ ਜਾਂਦਾ, ਜੜੋਂ ਉਖੜ ਵੀ ਜਾਂਦਾ ਆ। ਪਰ ਜਦੋਂ ਦਰਖਤ ਬਣ ਜਾਂਦਾ ਨਾ, ਵੱਡਾ ਦਰਖਤ ਬਣ ਜਾਂਦਾ, ਜਿੰਨਾ ਉੱਪਰ ਨੂੰ ਜਾਂਦਾ, ਤੁਹਾਨੂੰ ਪਤਾ ਮਜ਼ਬੂਤ ਦਰਖਤ ਕਿਹੜਾ ਹੁੰਦਾ ਆ? ਜਿਹੜਾ ਜਿੰਨਾ ਹੀ ਉੱਪਰ ਨੂੰ ਹੁੰਦਾ ਉਨਾ ਹੀ ਜ਼ਮੀਨ ਦੇ ਵਿੱਚ ਵੀ ਹੁੰਦਾ ਆ। ਆਪਾਂ ਨੂੰ ਤਾਂ ਸਿਰਫ ਉੱਪਰਲਾ ਦੇਖਦਾ ਨਾ, ਪਰ ਉਹਦੀਆਂ ਜੜ੍ਹਾਂ ਦੇਖਿਓ ਖੋਦ ਕੇ, ਉਨਾ ਹੀ ਉਹਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਗਈਆਂ ਹੋਣੀਆਂ ਜਿੰਨਾ ਉਹ ਆਕਾਸ਼ ਵੱਲ ਨੂੰ ਗਿਆ ਹੋਣਾ।
ਅੱਜ ਦਾ ਇਨਸਾਨ ਉੱਪਰ ਜਾਣਾ ਚਾਹੁੰਦਾ ਪਰ ਨੀਵਾਂ ਨਹੀਂ ਹੋਣਾ ਚਾਹੁੰਦਾ, ਅਧੀਨ ਨਹੀਂ ਹੋਣਾ ਚਾਹੁੰਦਾ। ਇਸੇ ਲਈ ਜਦੋਂ ਹਨੇਰੀ ਤੂਫਾਨ ਚੱਲਦੇ ਤਾਂ ਡਿੱਗ ਜਾਂਦਾ, ਚਾਹੇ ਉਹ ਘਮੰਡ ਨਾਲ ਡਿੱਗੇ, ਚਾਹੇ ਉਹ ਆਪਣੇ ਉਲਝਣਾਂ ਦੇ ਵਿੱਚ ਡਿੱਗੇ, ਚਾਹੇ ਉਹ ਆਪਣੇ ਘੱਟ ਵਿਸ਼ਵਾਸ ਦੇ ਕਰਕੇ ਡਿੱਗੇ। ਉਹਦਾ ਕਾਰਨ ਇਹ ਹੈ, ਪੇੜ ਉਹੀ ਹਨੇਰੀ ਤੂਫਾਨ ਨੂੰ ਸਹਿੰਦਾ ਆ ਔਰ ਹਨੇਰੀ ਤੂਫਾਨ ਦੇ ਉੱਪਰ ਫਤਿਹ ਪਾਉਂਦਾ ਜਿਹੜਾ ਜਿੰਨਾ ਉੱਪਰ ਆ ਉਨਾ ਹੀ ਜ਼ਮੀਨ ਦੇ ਅੰਦਰ ਆ। ਹਾਲੇਲੂਇਆ। ਔਰ ਉਹਨਾਂ ਲੋਕਾਂ ਨੇ ਕੀ ਟੈਸਟਮਨੀ ਦਿੱਤੀ, ਆ ਕੇ ਕੀ ਰਿਪੋਰਟ ਦਿੱਤੀ, ਕਹਿੰਦੇ ਅਸੀਂ ਜਿੱਤ ਨਹੀਂ ਸਕਦੇ। ਅੱਜ ਦੇ ਲੋਕਾਂ ਨੂੰ ਇੰਨਾ ਪਤਾ ਆ ਕਿ ਚਰਚ ਦੇ ਵਿੱਚ ਆ ਕੇ ਬਿਮਾਰੀ ਤੋਂ ਸ਼ਿਫਾ ਮਿਲਦੀ ਆ, ਚਰਚ ਦੇ ਵਿੱਚ ਆ ਕੇ ਬੰਧਨ ਟੁੱਟਦੇ ਆ, ਚਰਚ ਦੇ ਵਿੱਚ ਆ ਕੇ ਗਰੀਬੀ ਦੇ ਸ਼ਰਾਪ ਟੁੱਟਦੇ ਆ, ਕਰਜ਼ੇ ਦੇ ਸ਼ਰਾਪ ਟੁੱਟਦੇ ਆ, ਦੁਸ਼ਟ ਆਤਮਾ ਤੋਂ ਆਜ਼ਾਦੀ ਮਿਲਦੀ ਆ। ਲੋਕਾਂ ਨੂੰ ਪਤਾ ਆ, ਪਰ ਉਹ ਆਉਣ ਦੇ ਬਾਵਜੂਦ ਵੀ ਬੰਧਨ ਦੇ ਵਿੱਚ ਹੀ ਆ। ਉਹਦਾ ਕਾਰਨ ਉਹ ਦੂਸਰਿਆਂ ਨੂੰ ਛੁਟਕਾਰਾ ਪਾਉਂਦੇ ਦੇਖਦੇ ਆ। ਪਤਾ ਆ, ਇਹਨਾਂ ਨੂੰ ਪਤਾ ਆ, ਫਲ ਵੀ ਦੇਖ ਲਿਆ, ਉੱਥੋਂ ਦੇ ਲੋਕ ਵੀ ਦੇਖ ਲਏ, ਉੱਥੋਂ ਦਾ ਰਹਿਣ ਸਹਿਣ ਵੀ ਦੇਖ ਲਿਆ ਔਰ ਬੜੇ ਖੁਸ਼ ਆ, ਪਰ ਉਹਨੂੰ ਪ੍ਰਾਪਤ ਨਹੀਂ ਕਰਨ ਦੀ ਤਰੱਦਦ ਰੱਖਦੇ ਆ ਔਰ ਕਹਿੰਦੇ ਅਸੀਂ ਨਹੀਂ ਉਹਨਾਂ ਨੂੰ ਜਿੱਤ ਸਕਦੇ, ਉਹ ਸਾਡੇ ਤੋਂ ਬਹੁਤ ਬਲਵਾਨ ਆ। ਇਦਾਂ ਹੀ ਉਸ ਸਮੇਂ ਸ਼ਾਉਲ ਦੇ ਟਾਈਮ ਦੇ ਉੱਪਰ ਹੋਇਆ। ਕਹਿੰਦੇ ਗੋਲੀਅਤ ਕਹਿੰਦਾ ਕੋਈ ਆਵੇ ਮੇਰੇ ਨਾਲ ਲੜੇ, ਕਹਿੰਦਾ ਮੈਨੂੰ ਹਰਾਵੇ, ਕਹਿੰਦਾ ਤੇ ਅਸੀਂ ਕਹਿੰਦਾ ਸਾਰੇ ਤੁਹਾਡੇ ਗੁਲਾਮ ਹੋ ਜਾਵਾਂਗੇ। ਗੋਲੀਅਤ ਕਹਿੰਦਾ ਗਾਲਾਂ ਕੱਢ ਕੇ ਕਹਿੰਦਾ ਅਗਰ ਕੋਈ ਮੇਰਾ ਸਾਹਮਣਾ ਕਰੇ, ਮੈਨੂੰ ਹਰਾਵੇ, ਕਹਿੰਦਾ ਕੋਈ, ਤੇ ਅਸੀਂ ਸਾਰੇ ਕਹਿੰਦਾ ਤੁਹਾਡੇ ਗੁਲਾਮ ਹੋ ਜਾਵਾਂਗੇ। ਹਾਂ, ਅਗਰ ਕਹਿੰਦਾ ਤੁਹਾਡਾ ਬੰਦਾ ਜਿਹੜਾ ਮੇਰੇ ਨਾਲ ਲੜੇਗਾ ਅਗਰ ਉਹ ਹਾਰ ਗਿਆ ਤੇ ਤੁਸੀਂ ਸਾਡੀ ਟਹਿਲ ਸੇਵਾ ਕਰਿਓ, ਤੁਸੀਂ ਸਾਡੇ ਗੁਲਾਮ ਹੋ ਜਾਓਗੇ। ਕੋਈ ਵੀ ਨਹੀਂ ਅੱਗੇ ਆਇਆ। ਕਿਉਂ? ਕਿਉਂਕਿ ਉਹਦਾ ਕੱਦ ਦੇਖਦੇ ਆ, ਕਿਉਂਕਿ ਉਹ ਕਿੰਨਾ ਪਹਿਲਵਾਨ ਆ ਉਹ ਦੇਖ ਰਿਹਾ, ਉਹਦੀ ਹਾਈਟ ਦੇਖ ਰਿਹਾ, ਉਹਦੀ ਬਾਡੀ ਦੇਖ ਰਿਹਾ, ਉਹ ਪਹਿਲਵਾਨ ਆ ਇਹ ਦੇਖ ਰਿਹਾ। ਪਰ ਦਾਊਦ ਨੇ ਸਿਰਫ ਪਰਮੇਸ਼ਵਰ ਨੂੰ ਦੇਖਿਆ, ਉਹਦੀ ਅੱਖ ਨੇ ਸਿਰਫ ਪਰਮੇਸ਼ਵਰ ਨੂੰ ਤੱਕਿਆ ਔਰ ਆ ਗਿਆ ਉਹਦਾ ਸਾਹਮਣਾ ਕਰਨ ਦੇ ਲਈ। ਕਾਹਦੇ ਨਾਲ? ਪਹਿਲਾਂ ਉਹਨੇ ਆਪਣੇ ਲਈ ਜ਼ਿੰਦਗੀ ਨੂੰ ਬੀਜਿਆ। ਕਹਿੰਦਾ ਮੈਂ ਪਰਮੇਸ਼ਵਰ ਦੇ ਨਾਮ ਦੇ ਉੱਤੇ ਤੇਰੇ ਅੱਗੇ ਆਉਣਾ, ਤੇਰਾ ਸਾਹਮਣਾ ਕਰਦਾ, ਕਹਿੰਦਾ। ਔਰ ਤੁਸੀਂ ਦੇਖੋ ਜੋ ਕਰਨਾ ਆ ਆਪਣੇ ਮੂੰਹ ਤੋਂ ਪਹਿਲਾਂ ਉਹਨੇ ਬੋਲਿਆ, ਜੋ ਬੋਲੂਗੇ ਤੁਹਾਡੇ ਲਈ ਹੋਏਗਾ। ਕਹਿੰਦਾ ਮੈਂ ਤੇਰਾ ਮਾਂਸ ਪਾਉਣ ਦੇ ਪੰਛੀਆਂ ਨੂੰ ਖਾਣ ਦੇ ਲਈ ਦਵਾਂਗਾ ਔਰ ਡੈਫੀਨੇਟਲੀ ਇਦਾਂ ਹੀ ਹੋਇਆ। ਮੂੰਹ ਦੇ ਵਿੱਚ ਹੀ ਤੁਹਾਡੇ ਪਾਵਰ ਆ, ਮੂੰਹ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਆ। ਜੋ ਤੁਸੀਂ ਬੋਲ ਦੋਗੇ ਤੁਹਾਡੇ ਲਈ ਹੋ ਜਾਣਾ ਆ। ਦਾਊਦ ਨੇ ਕਿਹਾ ਕਿ ਤੇਰਾ ਮਾਂਸ ਮੈਂ ਪੰਛੀਆਂ ਨੂੰ ਖਾਣ ਦੇ ਲਈ ਦਵਾਂਗਾ ਔਰ ਖਾਧਾ ਪੰਛੀਆਂ ਨੇ। ਹਾਲੇਲੂਇਆ। ਅਸੀਂ ਆਪਣੇ ਮੂੰਹ ਤੋਂ ਆਪਣੇ ਲਈ ਕੀ ਬੋਲਦੇ ਹਾਂ? ਅਸੀਂ ਆਪਣੇ ਬੱਚਿਆਂ ਦੇ ਲਈ ਕੀ ਬੋਲਦੇ? ਜਦੋਂ ਬੱਚੇ ਸਾਡੇ ਸ਼ਰਾਰਤ ਕਰਦੇ ਆ, ਮਾਂ ਆਪਣੇ ਬੱਚੇ ਦੇ ਲਈ ਗੁੱਸੇ 'ਚ ਕੀ ਬੋਲਦੀ ਆ? ਹੁਣ ਤੁਸੀਂ ਆਪ ਸਮਝ ਲਓ ਤੁਹਾਡੇ ਪਰਿਵਾਰਾਂ 'ਚ ਕੀ ਆ। ਔਰ ਜੋ ਮਾਂ ਬੋਲਦੀ ਆਪਣੇ ਬੱਚੇ ਲਈ ਉਹਦੇ ਲਈ ਹੋਣਾ ਹੀ ਹੋਣਾ ਹੈ। ਜਾਂ ਭੈਣ ਭਰਾ ਆਪਸ ਦੇ ਵਿੱਚ ਜਦੋਂ ਲੜਦੇ ਆ ਜਾਂ ਭਰਾ ਲੜਦੇ ਉਦੋਂ ਕੀ ਬੋਲਦੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜੋ ਬੋਲੂਗੇ। ਔਰ ਅੱਗੇ ਲੋਕਾਂ ਨੇ ਕੀ ਆਖਿਆ? ਕਹਿੰਦੇ ਉਹ ਬਲਵਾਨ ਆ, ਸਾਡੇ ਤੋਂ ਅਸੀਂ ਲੜ ਨਹੀਂ ਸਕਦੇ, ਨਾ ਹੀ ਜਿੱਤ ਸਕਦੇ ਆ। ਬਸ ਉਹ ਦੇਖ ਕੇ ਖੁਸ਼ ਹੋ ਗਏ, ਉੱਥੋਂ ਦਾ ਫਲ ਦੇਖ ਲਿਆ ਔਰ ਬਾਕੀ ਚੀਜ਼ਾਂ ਦੇਖ ਲਈਆਂ। ਪਰ ਇਹ ਨਹੀਂ ਪਤਾ ਲੱਗਾ ਉਹਨਾਂ ਨੂੰ ਕਿ ਪਰਮੇਸ਼ਵਰ ਨੇ ਸਾਨੂੰ ਵਾਅਦਾ ਦਿੱਤਾ ਹੈ ਉੱਥੇ ਪਹੁੰਚਾਉਣ ਦਾ। ਇਹ ਪਰਮੇਸ਼ਵਰ ਦੀ ਜ਼ਿੰਮੇਵਾਰੀ ਹੈ, ਉਹ ਕਿੱਦਾਂ ਪਹੁੰਚਾਏਗਾ। ਜਿਹੜਾ ਇੱਥੇ ਤੱਕ ਲੈ ਆਇਆ ਉਹ ਉੱਥੇ ਵੀ ਲੈ ਕੇ ਜਾਏਗਾ। ਇਹ ਵਿਸ਼ਵਾਸ ਕਿੱਥੇ ਗਿਆ? ਇਹ ਸ਼ਬਦ ਕਿੱਥੇ ਗਏ? ਰਾਸਤੇ 'ਚ ਜਿਹੜੇ ਚਮਤਕਾਰ ਹੋਏ ਉਹ ਕਿੱਥੇ ਗਏ? ਜਦੋਂ ਇਨਸਾਨ ਭੁੱਲਦਾ ਆ ਉਦੋਂ ਡਿੱਗਦਾ ਆ। ਯਾਦ ਰੱਖਣਾ, ਜਦੋਂ ਤੁਸੀਂ ਵਚਨ ਨੂੰ ਭੁੱਲੋਗੇ, ਜਦੋਂ ਤੁਸੀਂ ਆਪਣੀਆਂ ਪ੍ਰਾਪਤ ਕੀਤੀਆਂ ਹੋਈਆਂ ਆਸ਼ੀਸ਼ਾਂ ਨੂੰ ਭੁੱਲੋਗੇ, ਉਦੋਂ ਡਿੱਗੋਗੇ। ਸਦਾ ਯਾਦ ਰੱਖੋ ਔਰ ਖੁਦਾ ਦਾ ਸ਼ੁਕਰ ਕਰਦੇ ਰਹੋ। ਬਾਈਬਲ ਕਹਿੰਦਾ ਮਾਤਾ ਪਿਤਾ ਦੇ ਲਈ ਇਹ ਹੁਕਮ ਆ ਕਿ ਉਹ ਆਪਣੇ ਬੱਚਿਆਂ ਨੂੰ ਮੇਰੇ ਚਮਤਕਾਰਾਂ ਦੇ ਬਾਰੇ ਦੱਸੇ, ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਕਿ ਯਹੋਵਾ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਦੇ ਨਾਲ ਕਿੱਡੇ ਵੱਡੇ ਕੰਮ ਕੀਤੇ। ਇੱਕ ਬੱਚਾ ਪੈਦਾ ਹੋਇਆ, ਵੱਡਾ ਹੋਇਆ, ਹੋਸ਼ ਸੰਭਾਲੀ ਉਹਨੇ, ਉਹਨੂੰ ਕਿੱਦਾਂ ਪਤਾ ਲੱਗੇਗਾ ਦਾਊਦ ਦੇ ਨਾਲ ਕੀ ਹੋਇਆ, ਮੋਜ਼ਿਸ ਦੇ ਨਾਲ ਕੀ ਹੋਇਆ, ਲੋਕ ਕਨਾਨ ਦੇਸ਼ ਤੱਕ ਕਿੱਦਾਂ ਪਹੁੰਚੇ, ਕਿੱਦਾਂ ਪਤਾ ਲੱਗੇਗਾ? ਜਦੋਂ ਬੱਚੇ ਦੇ ਮਾਂ-ਬਾਪ ਉਹਨੂੰ ਦੱਸਣਾ ਸ਼ੁਰੂ ਕਰੂਗੇ। ਹਾਲੇਲੂਇਆ। ਪਰ ਅੱਜ ਦੇ ਮਾਂ-ਬਾਪ ਕੀ ਕਹਿੰਦੇ ਆ? ਮੋਬਾਈਲ ਫੜਾ ਦਿੰਦੇ ਆ, ਚੱਲ ਕਹਿੰਦੇ ਸਾਈਡ ਤੇ ਬੈਠਾ ਰਹਿ, ਗੇਮ ਖੇਡੀ ਜਾ, ਮੈਂ ਆਪਣੇ ਸਹੇਲੀ ਨਾਲ ਗੱਲਾਂ ਕਰਨੀਆਂ, ਕੋਈ ਡਿਸਟਰਬ ਨਾ ਕਰੇ। ਤੁਸੀਂ ਜੋ ਦੇਖਦੇ ਆ ਔਰ ਉਹਨਾਂ ਬੱਚਿਆਂ ਦਾ ਫਿਊਚਰ ਕੀ ਆ? ਹਾਲੇਲੂਇਆ। ਔਰ ਉਸ ਤੋਂ ਬਾਅਦ ਕੀ ਹੋਇਆ? ਕਹਿੰਦੇ ਉਹ ਬਲਵਾਨ ਆ, ਸਾਡੇ ਤੋਂ ਅਸੀਂ ਜਿੱਤ ਨਹੀਂ ਸਕਦੇ ਉਹਨਾਂ ਦੇ ਲਈ। ਅੱਗੇ ਲਿਖਿਆ ਉਹ ਇਜ਼ਰਾਈਲੀਆਂ ਕੋਲ ਉਸ ਦੇਸ਼ ਦੀ ਬੁਰੀ ਖਬਰ ਲਿਆਏ ਜਿਹਦਾ ਉਹਨਾਂ ਨੇ ਖੋਜ ਕੱਢਿਆ ਸੀ ਅਤੇ ਆਖਣ ਲੱਗੇ ਕਿ ਜਿਸ ਦੇਸ਼ ਦੇ ਵਿੱਚ ਦੀ ਅਸੀਂ ਲੰਘੇ ਪਈ ਉਸ ਦਾ ਖੋਜ ਕੱਢੀਏ। ਅਜਿਹਾ ਦੇਸ਼ ਆ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਆ, ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸਾਂ ਉਸ ਦੇ ਵਿੱਚ ਵੇਖਿਆ ਵੱਡੇ ਕੱਦਾਂ ਵਾਲੇ ਮਨੁੱਖ ਹਨ। ਔਰ ਉੱਥੇ ਅਸਾਂ
ਨਫਿਲੀਮ ਤੋਂ ਜਿਹੜੀ ਹਨਾਕ ਦੀ ਅੰਸ਼ ਹੈ ਦੈਂਤ ਵੇਖੇ, ਅਤੇ ਅਸੀਂ ਆਪਣੀ ਨਿਗਾਹ ਦੇ ਵਿੱਚ ਉਹਨਾਂ ਦੇ ਸਾਹਮਣੇ ਟਿੱਡੀਆਂ ਵਰਗੇ ਸੀਗੇ, ਅਤੇ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਅਸੀਂ ਐਵੇਂ ਹੀ ਸੀਗੇ। ਅਸੀਂ ਆਪਣੇ ਆਪ ਨੂੰ ਦੇਖਿਆ ਤੇ ਬਹੁਤ ਛੋਟੇ ਲੱਗੇ, ਔਰ ਉਹ ਵੀ ਉਹਨਾਂ ਦੀ ਨਜ਼ਰਾਂ 'ਚ ਵੀ ਅਸੀਂ ਬਹੁਤ ਛੋਟੇ ਛੋਟੇ ਸੀਗੇ। ਔਰ ਬਸ ਇਹੀ ਚੀਜ਼, ਸਰੀਰ ਨੂੰ ਦੇਖਿਆ ਨਾ, ਆਤਮਾ ਨੂੰ ਨਹੀਂ ਦੇਖਿਆ, ਆਤਮਾ ਦੀ ਸ਼ਕਤੀ ਨਹੀਂ ਦੇਖੀ, ਵਰਡ ਦੀ ਪਾਵਰ ਨਹੀਂ ਦੇਖੀ, ਸਿਰਫ ਸਰੀਰ ਦੇਖਿਆ, ਔਰ ਉੱਥੇ ਹੀ ਮਾਰੇ ਗਏ। ਅੱਗੇ ਮੈਂ ਤੁਹਾਨੂੰ ਰੈਫਰੈਂਸ ਦਵਾਂਗਾ, ਦੇਖਿਓ ਅੱਗੇ ਕੀ ਹੋਇਆ। ਔਰ ਇਹ ਲੋਕ ਮਾੜੀ ਖਬਰ ਲੈ ਕੇ ਆਏ। ਮਾੜੀ ਖਬਰ ਲਿਆਉਣ ਦੇ ਕਰਕੇ ਜਿਹੜੇ ਪਰਜਾ ਨੇ ਸੁਣਿਆ ਉਹ ਮੂਸਾ ਦੇ ਵਰਖਲਾਫ ਹੋ ਗਏ। ਮੂਸਾ ਦੇ ਵਰਖਲਾਫ ਉਹਨਾਂ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੂੰ ਸਾਨੂੰ ਇੱਥੇ ਲਿਆਇਆ ਮਾਰਨ ਦੇ ਲਈ, ਕਿ ਮਿਸਰ 'ਚ ਕਬਰਾਂ ਘੱਟ ਸੀਗੀਆਂ, ਤੂੰ ਸਾਨੂੰ ਕਿਉਂ ਦੁੱਖ ਦੇਣ ਦੇ ਲਈ ਇੱਥੇ ਲਿਆਇਆ, ਤੂੰ ਸਾਨੂੰ ਕਿਉਂ ਕਸ਼ਟ ਦੇ ਵਿੱਚ ਪਾਇਆ, ਤੂੰ ਸਾਨੂੰ ਕਿਉਂ ਭੁੱਖੇ ਮਾਰਿਆ ਇਸ ਥਾਂ ਦੇ ਉੱਪਰ ਲਿਆ ਕੇ। ਔਰ ਜਦੋਂ ਉਹਨਾਂ ਨੇ ਮੂਸਾ ਨੂੰ ਤਾਨੇ ਮਾਰੇ, ਮੂਸਾ ਦੇ ਪ੍ਰਤੀ ਬੁੜਬੁੜਾਹਟ ਕੀਤੀ, ਤੇ ਖੁਦਾ ਫਿਰ ਉਤਰਿਆ ਬੱਦਲ ਦੀ ਨਿਆਈ ਦੇ ਵਿੱਚ, ਧੂਏ ਦੀ ਨਿਆਈ ਦੇ ਵਿੱਚ ਤੰਬੂ 'ਚ ਉਤਰਿਆ। ਕਹਿੰਦੇ ਮੂਸਾ ਸਾਈਡ ਤੇ ਹੋ ਤੂੰ, ਮੈਂ ਸਾਰੇ ਮਾਰ ਦੇਣੇ ਆ, ਕਹਿੰਦੇ ਤੇਤੋਂ ਨਵੀਂ ਪੀੜ੍ਹੀ ਸ਼ੁਰੂ ਕਰੂੰਗਾ, ਤੇਤੋਂ ਨਵੀਂ ਪੀੜ੍ਹੀ ਸ਼ੁਰੂ ਕਰੂੰਗਾ, ਕਹਿੰਦੇ ਤੇਤੋਂ ਫਿਰ ਅੰਸ਼ ਵਧਾਵਾਂਗਾ ਅੱਗੇ। ਫਿਰ ਮੋਜ਼ਿਸ ਨੇ ਦੇਖੋ ਖੁਦਾ ਦੇ ਅੱਗੇ ਵਿਨਤੀ ਕੀਤੀ, ਖੁਦਾ ਨੂੰ ਸਮਝਾਇਆ। ਮੈਂ ਕਹਿੰਦਾ ਦੇਖੋ ਇੱਕ ਇਨਸਾਨ ਹੋਣ ਦੇ ਨਾਤੇ ਉਹਨੇ ਖੁਦਾ ਨੂੰ ਸਮਝਾਇਆ, ਕਹਿੰਦਾ ਨਾ ਨਾ ਨਾ, ਕਹਿੰਦਾ ਪ੍ਰਭੂ ਏਦਾਂ ਨਹੀਂ ਕਰਨਾ। ਕਹਿੰਦਾ ਮਿਸਰੀ ਕੀ ਕਹਿਣਗੇ ਕਿ ਯਹੋਵਾ ਪਰਮੇਸ਼ਰ ਆਪਣੇ ਲੋਕਾਂ ਨੂੰ ਕੱਢ ਕੇ ਲਿਆਇਆ, ਇੱਕ ਵਾਅਦਾ ਦਿੱਤਾ ਸੀ ਉੱਥੇ ਲੈ ਕੇ ਜਾਣ ਦਾ, ਕਨਾਨ ਦੇਸ਼ 'ਚ ਲੈ ਕੇ ਹੀ ਨਹੀਂ ਜਾ ਪਾਇਆ, ਔਰ ਰਾਸਤੇ 'ਚ ਹੀ ਮਰ ਗਏ ਉਹ। ਕਹਿੰਦਾ ਲੋਕ ਇਦਾਂ ਗੱਲਾਂ ਕਰਨਗੇ। ਕਹਿੰਦਾ ਤੂੰ, ਮੈਂ ਜਾਣਦਾ ਤੂੰ ਗੁੱਸੇ ਦੇ ਵਿੱਚ ਧੀਰਜ ਕਰਨ ਵਾਲਾ ਪਰਮੇਸ਼ਵਰ ਹੈ। ਉਹਨੇ ਪਰਮੇਸ਼ਵਰ ਨੂੰ ਸਮਝਾਇਆ ਤਾਂ ਪਰਮੇਸ਼ਵਰ ਦਾ ਕ੍ਰੋਧ ਜਿਹੜਾ ਟਲਿਆ, ਪਰ ਉਹਨਾਂ ਲੋਕਾਂ ਤੇ ਨਹੀਂ ਜਿਹੜੇ ਮਾੜੀ ਖਬਰ ਲੈ ਕੇ ਆਏ, ਉਹਨਾਂ ਲੋਕਾਂ ਦੇ ਲਈ ਟਲ ਗਿਆ ਜਿਹੜੇ ਗੁੰਮਰਾਹ ਹੋ ਗਏ ਉਸ ਟੈਸਟਮਨੀ ਦੇ ਨਾਲ, ਜਾਂ ਉਸ ਰਿਪੋਰਟ ਦੇ ਨਾਲ, ਨੈਗੇਟਿਵ ਰਿਪੋਰਟ ਦੇ ਨਾਲ। ਔਰ ਕੀ ਹੁੰਦਾ, ਮੈਂ ਸਾਰਾ ਤਾਂ ਨਹੀਂ ਪੜ੍ਹਾ ਸਕਦਾ, ਟਾਈਮ ਨਹੀਂ ਹੈ। 14 ਨੰਬਰ ਅਧਿਆਇ, ਉਹਦਾ 6 ਤੋਂ 10 ਨੰਬਰ ਪੰਕਤੀ। ਫਿਰ ਕਾਲੇਬ ਔਰ ਯਹੋਸ਼ੂਆ ਨੇ ਕੀ ਕਿਹਾ, ਸੁਣੋ। ਗਿਣਤੀ ਦਾ ਪੁਸਤਕ ਉਹਦਾ 14 ਨੰਬਰ ਅਧਿਆਇ ਔਰ ਉਹਦਾ 6 ਨੰਬਰ ਪੰਕਤੀ ਤੋਂ ਮੈਂ 10 ਨੰਬਰ ਪੰਕਤੀ ਤੱਕ ਪੜ੍ਹਦਾ ਹਾਂ, ਸੁਣਨਾ। ਲਿਖਿਆ, ਫਿਰ ਤਾਂ ਨੂਨ ਦੇ ਪੁੱਤਰ ਯਹੋਸ਼ੂਆ ਔਰ ਯਫੰਨਾ ਦੇ ਪੁੱਤਰ ਕਾਲੇਬ ਨੇ, ਜਿਹੜੇ ਧਰਤੀ ਦਾ ਖੋਜ ਕੱਢਣ ਵਾਲਿਆਂ ਦੇ ਵਿੱਚੋਂ ਸਨ, ਆਪਣੇ ਕੱਪੜੇ ਪਾੜੇ। ਇਸ ਤੋਂ ਉੱਪਰ ਜਦੋਂ ਸਟਾਰਟਿੰਗ 'ਚ ਤੁਸੀਂ ਇਸ ਚੈਪਟਰ ਨੂੰ ਪੜ੍ਹੋਗੇ ਫਿਰ ਤੁਹਾਨੂੰ ਪਤਾ ਲੱਗਣਾ ਲੋਕਾਂ ਨੇ ਕਿੱਦਾਂ ਬੁੜਬੁੜਾਹਟ ਕੀਤੀ ਪਰਮੇਸ਼ਵਰ ਦੇ ਪ੍ਰਤੀ, ਮੋਜ਼ਿਸ ਦੇ ਪ੍ਰਤੀ। ਤਾਂ ਉਹਨਾਂ ਨੇ ਫਿਰ ਕੱਪੜੇ ਪਾੜੇ, ਕਾਲੇਬ ਨੇ ਔਰ ਯਹੋਸ਼ੂਆ ਨੇ। ਲਿਖਿਆ, ਉਹਨਾਂ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜੇ ਦੇ ਵਿੱਚ ਦੀ ਅਸੀਂ ਖੋਜ ਕੱਢਣ ਦੇ ਲਈ ਲੰਘੇ, ਡਾਢੀ ਹੀ ਚੰਗੀ ਆ, ਬਹੁਤ ਅੱਛੀ ਆ। ਲਿਖਿਆ, ਜੇ ਯਹੋਵਾ ਸਾਡੇ ਨਾਲ ਪ੍ਰਸੰਨ ਆ ਤਾਂ ਉਹ ਸਾਨੂੰ ਇਸ ਧਰਤੀ ਦੇ ਵਿੱਚ ਲੈ ਜਾਵੇਗਾ ਔਰ ਸਾਨੂੰ ਦੇ ਦੇਵੇਗਾ। ਵਰਡ ਸੁਣਨਾ ਜਰਾ, ਜੇ ਪਰਮੇਸ਼ਵਰ ਖੁਸ਼ ਆ ਸਾਡੇ ਤੋਂ, ਕਿੱਦਾਂ ਖੁਸ਼ ਹੋਏਗਾ? ਜਦੋਂ ਬਿਨਾਂ ਬੁੜਬੁੜਾਹਟ ਦੇ ਅੱਗੇ ਵਧਾਂਗੇ, ਜਦੋਂ ਬਿਨਾਂ ਪਾਪ ਦੇ ਅੱਗੇ ਵਧਾਂਗੇ। ਜਦੋਂ ਪਰਮੇਸ਼ਵਰ ਖੁਸ਼ ਹੈ ਇੱਕ ਇਨਸਾਨ ਤੋਂ, ਬਾਈਬਲ ਦੀਆਂ ਬਰਕਤਾਂ ਨਿਕਲ ਕੇ ਉੱਡ ਕੇ ਤੁਹਾਡੇ ਜੀਵਨ ਦੇ ਵਿੱਚ ਉਤਰ ਜਾਣੀਆਂ। ਬੋਲੋ ਆਮੀਨ, ਹਾਲੇਲੂਇਆ। ਜੇ ਪਰਮੇਸ਼ਵਰ ਖੁਸ਼ ਆ ਤਾਂ। ਜੇ ਪਰਮੇਸ਼ਵਰ ਖੁਸ਼ ਨਹੀਂ ਆ ਤੇ ਭਾਵੇਂ ਗੋਡੇ ਰਗੜ ਲਓ, ਤੇ ਭਾਵੇਂ ਨੱਕ ਰਗੜ ਲਓ, ਤੇ ਭਾਵੇਂ ਜਿੰਨੇ ਮਰਜ਼ੀ ਰੋਜ਼ੇ ਰੱਖ ਲਓ, ਕੁਝ ਨਹੀਂ ਨਿਕਲ ਕੇ ਬਾਹਰ ਹੋਣਾ ਬਾਈਬਲ ਦੇ ਵਿੱਚੋਂ। ਬਾਈਬਲ ਦੀਆਂ ਬਰਕਤਾਂ ਬਾਈਬਲ ਦੇ ਵਿੱਚ ਹੀ ਰਹਿ ਜਾਣੀਆਂ ਆ। ਕਿਸ ਇਨਸਾਨ ਦੇ ਲਈ ਬਰਕਤਾਂ ਬਾਈਬਲ ਚੋਂ ਨਿਕਲ ਕੇ ਉਹਦੇ ਜੀਵਨ 'ਚ ਪਹੁੰਚਦੀਆਂ ਆ? ਜਿਹੜਾ ਇਨਸਾਨ ਪਰਮੇਸ਼ਵਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਆ। ਹਾਲੇਲੂਇਆ। ਜਿਹੜਾ ਇਨਸਾਨ ਪਰਮੇਸ਼ਵਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ, ਕਹਿੰਦਾ ਅਸੀਂ ਉਹ ਧਰਤੀ ਦੇਖਣ ਦੇ ਵਿੱਚ ਡਾਢੀ ਹੀ ਸੋਹਣੀ ਆ, ਕਹਿੰਦਾ। ਔਰ ਇਹ ਕਾਲੇਬ ਨੇ ਔਰ ਯਹੋਸ਼ੂਆ ਨੇ ਲੋਕਾਂ ਨੂੰ ਦੱਸਿਆ ਔਰ ਲਿਖਿਆ, ਜੇ ਯਹੋਵਾ ਸਾਡੇ ਤੋਂ ਪ੍ਰਸੰਨ ਆ ਤੇ ਉਹ ਧਰਤੀ ਸਾਨੂੰ ਦਊਗਾ। ਔਰ ਲਿਖਿਆ, ਕਹਿੰਦੇ ਉਹ ਇੱਕ ਧਰਤੀ ਆ ਜਿਹਦੇ ਵਿੱਚ ਦੁੱਧ ਦੇ ਸ਼ਹਿਦ ਵਗਦਾ ਆ। ਕੇਵਲ ਨਾ ਤਾਂ ਤੁਸੀਂ ਯਹੋਵਾ ਦੇ ਵਿਰੁੱਧ ਆਕੀ ਹੋਵੋ, ਕਹਿੰਦਾ ਨਾ ਤਾਂ ਯਹੋਵਾ ਦੇ ਵਿਰੁੱਧ ਕੁਝ ਬੋਲੋ, ਤੇ ਨਾ ਹੀ ਕਹਿੰਦਾ ਤੁਸੀਂ ਉਸ ਦੇਸ਼ ਦੇ ਲੋਕਾਂ ਤੋਂ ਡਰੋ, ਕਿਉਂ ਜੋ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ। ਹਾਲੇਲੂਇਆ। ਅਵਿਸ਼ਵਾਸੀਆਂ ਖੁਦਾਵੰਦ ਦੇ ਉੱਪਰ। ਉਹਨਾਂ ਨੇ ਲੋਕਾਂ ਨੂੰ ਨਹੀਂ ਦੇਖਿਆ, ਉਹਨਾਂ ਦੀ ਹਾਈਟ ਨੂੰ ਨਹੀਂ ਦੇਖਿਆ, ਉਹ ਕਿੰਨੇ ਬਲਵਾਨ ਹਨ ਇਹ ਨਹੀਂ ਦੇਖਿਆ। ਆਪਣੀਆਂ ਅੱਖਾਂ ਦੇ ਨਾਲ ਇਸ ਚੀਜ਼ ਨੂੰ ਦੇਖਣ ਦੇ ਬਾਵਜੂਦ ਵੀ ਇਗਨੋਰ ਕੀਤਾ। ਹਾਲੇਲੂਇਆ। ਔਰ ਉਹਨਾਂ ਲੋਕਾਂ ਨੇ ਇਗਨੋਰ ਨਹੀਂ ਕੀਤਾ, ਔਰ ਉਹਨਾਂ ਲੋਕਾਂ ਨੇ ਸਿਰਫ ਉਹੀ ਡਰ ਪੈ ਗਿਆ, ਉਹਨਾਂ ਦੇ ਜੀਵਨ 'ਚ ਹਊਆ ਬਣ ਗਿਆ ਕਿ ਉਹ ਬਲਵਾਨ ਹਨ, ਅਸੀਂ ਜਿੱਤ ਨਹੀਂ ਸਕਦੇ। ਪਰ ਕਾਲੇਬ ਤੇ ਯਹੋਸ਼ੂਆ ਨੇ ਕੀ ਦੇਖਿਆ?
ਦੇਖਿਆ, ਉਹਨਾਂ ਦੀ ਅੱਖ ਨੇ ਵੀ ਇਹ ਸਾਰਾ ਕੁਝ ਆ, ਪਰ ਸਭ ਤੋਂ ਪਹਿਲਾਂ ਉਹਨਾਂ ਨੇ ਯਹੋਵਾ ਦੇ ਕੰਮਾਂ ਨੂੰ ਜੋ ਦੇਖਿਆ ਨਾ, ਉਹਨਾਂ ਨੂੰ ਯਾਦ ਰੱਖਿਆ ਕਿ ਯਹੋਵਾ ਦੇ ਕੰਮ ਤਾਂ ਇਹਨਾਂ ਤੋਂ ਵੀ ਵੱਡੇ ਆ, ਇਹ ਕਿੰਨੇ ਕੁ ਵੱਡੇ ਆ ਕਿਤੇ। ਯਹੋਵਾ ਦੇ ਕੰਮ ਜੋ ਸਾਡੇ ਜੀਵਨ 'ਚ ਸਾਡੇ ਪਿਓ ਦਾਦਿਆਂ ਦੇ ਨਾਲ, ਸਾਡੇ ਪਰਿਵਾਰ ਦੇ ਨਾਲ ਹੋਏ ਨੇ, ਉਹ ਇਹਨਾਂ ਤੋਂ ਵੀ ਕਿੰਨੇ ਵੱਡੇ ਕੰਮ ਹੋਏ ਨੇ। ਔਰ ਇਹਨਾਂ ਗੱਲਾਂ ਨੂੰ ਯਾਦ ਰੱਖਿਆ। ਕਹਿੰਦਾ ਉਹ ਸਾਡੀ ਇੱਕ ਬੁਰਕੀ ਹੀ ਆ। ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਜਿੱਤਣਾ ਇੱਕ ਬੁਰਕੀ ਤੋੜਨ ਦੇ ਬਰਾਬਰ ਆ। ਕਹਿੰਦਾ ਇਹ ਯਹੋਸ਼ੂਆ ਔਰ ਕਾਲੇਬ ਦੇ ਵਰਡ ਆ। ਇਹ ਦੋਨੋਂ ਹੀ ਬਚਾਏ ਗਏ ਜਿੰਨੇ ਖੋਜ ਕੱਢਣ ਦੇ ਲਈ ਗਏ ਸੀਗੇ ਔਰ ਵਾਪਿਸ ਆਏ। ਹਾਲੇਲੂਇਆ। ਔਰ ਅੱਗੇ ਦੇਖੋ ਕੀ ਲਿਖਿਆ। ਕਹਿੰਦਾ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ, ਉਹਨਾਂ ਦੀ ਰਚਿਆ ਉਹਨਾਂ ਤੋਂ ਜਾਂਦੀ ਰਹੀ ਆ। ਕਹਿੰਦਾ ਉਹ ਜਿਹੜੇ ਕਨਾਨ ਦੇਸ਼ 'ਚ ਹੈਗੇ ਇਸ ਸਮੇਂ ਲੋਕ, ਜਿਨ੍ਹਾਂ ਨੂੰ ਤੁਸੀਂ ਬਲਵਾਨ ਕਹਿੰਦੇ ਆ, ਉਹਨਾਂ ਦੀ ਰਕਸ਼ਾ ਜਿਹੜੀ ਆ ਉਹਨਾਂ ਤੋਂ ਜਾਂਦੀ ਰਹੀ ਆ, ਅਤੇ ਯਹੋਵਾ ਸਾਡੇ ਨਾਲ ਆ। ਕਹਿੰਦੇ ਉਹਨਾਂ ਤੋਂ ਨਾ ਡਰੋ। ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਹਨਾਂ ਨੂੰ ਪੱਥਰਾਂ ਦੇ ਨਾਲ ਮਾਰੀਏ, ਕਾਲੇਬ ਤੇ ਯਹੋਸ਼ੂਆ ਨੂੰ, ਜਦੋਂ ਉਹਨਾਂ ਨੇ ਇਹ ਗੱਲਾਂ ਉਹਨਾਂ ਲੋਕਾਂ ਨੂੰ ਆਖੀਆਂ ਤੇ ਉਹਨਾਂ ਨੇ ਵਿਚਾਰ ਕਰਤਾ ਕਿ ਇਹਨਾਂ ਨੂੰ ਹੁਣ ਪਥਰਾ ਕਰਕੇ ਮਾਰ ਦਿੱਤਾ ਜਾਵੇ, ਤਾਂ ਲਿਖਿਆ ਉਸੇ ਸਮੇਂ ਯਹੋਵਾ ਉਤਰ ਆਇਆ। ਉਸੇ ਸਮੇਂ ਯਹੋਵਾ ਉਤਰ ਆਇਆ ਉਹਨਾਂ ਲੋਕਾਂ ਦੇ ਵਿੱਚ, ਮੋਜ਼ਿਸ ਦੇ ਵਿੱਚ, ਆਪਣੇ ਤੰਬੂ ਦੇ ਵਿੱਚ ਉਤਰ ਆਇਆ। ਹਾਲੇਲੂਇਆ। ਔਰ ਲਿਖਿਆ ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਹਨਾਂ ਨੂੰ ਪੱਥਰਾਂ ਦੇ ਨਾਲ ਮਾਰੀਏ, ਤਦ ਯਹੋਵਾ ਦਾ ਪ੍ਰਤਾਪ ਸਾਰੇ ਇਜ਼ਰਾਈਲ ਉਤੇ ਮੰਡਲੀ ਦੇ ਤੰਬੂ ਦੇ ਵਿੱਚ ਪ੍ਰਗਟ ਹੋ ਗਿਆ। ਫਿਰ ਮੋਜ਼ਿਸ ਦੇ ਨਾਲ ਖੁਦਾ ਨੇ ਗੱਲਾਂ ਕੀਤੀਆਂ ਕਿ ਮੈਂ ਇਹਨਾਂ ਨੂੰ ਬਿਮਾਰੀ ਦੇ ਨਾਲ ਮਾਰਾਂਗਾ, ਇਹਨਾਂ ਚੋਂ ਬਚੇਗਾ ਕੋਈ ਨਹੀਂ। ਤੂੰ ਕਹਿੰਦੇ ਮੋਜ਼ਿਸ ਸਾਈਡ ਤੇ ਹੋ ਜਾ, ਮੈਂ ਖਤਮ ਕਰ ਦਵਾਂਗਾ ਇਹਨਾਂ ਨੂੰ। ਇਹ ਲੋਕਾਂ ਦੇ ਵੱਡੇਪਨ ਨੂੰ ਦੇਖਦੇ, ਉਹਨਾਂ ਦੀ ਹਾਈਟ ਦੇਖਦੇ, ਉਹਨਾਂ ਦਾ ਯੋਧਾਪਨ ਦੇਖਦੇ ਪਏ ਆ, ਪਰ ਇਹ ਮੈਨੂੰ ਨਹੀਂ ਦੇਖਦੇ ਪਏ ਕਿ ਮੈਂ ਇਹਨਾਂ ਨੂੰ ਇੱਥੇ ਤੱਕ ਕਿੱਦਾਂ ਲੈ ਕੇ ਆਇਆ। ਇਹ ਵੱਡੇ ਚਮਤਕਾਰਾਂ ਨੂੰ ਭੁੱਲ ਗਏ ਆ, ਵੱਡੇ ਮਿਰਾਕਲਸ ਨੂੰ ਭੁੱਲ ਗਏ ਆ, ਔਰ ਅੱਜ ਇਹਨਾਂ ਦਾ ਵਿਸ਼ਵਾਸ ਕੀ ਆ ਮੇਰੇ ਉੱਪਰ। ਕਹਿੰਦੇ ਮੋਜ਼ਿਸ ਸਾਈਡ ਤੇ, ਉਹ ਮੈਂ ਖਤਮ ਕਰਾਂ ਇਹਨਾਂ ਨੂੰ। ਫਿਰ ਮੋਜ਼ਿਸ ਨੇ ਖੁਦਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤੁਸੀਂ ਇਸ ਚੈਪਟਰ ਨੂੰ ਪੜੋਗੇ ਤੁਹਾਨੂੰ ਪਤਾ ਲੱਗੇਗਾ। ਔਰ ਇਹਦਾ 36 ਨੰਬਰ ਪੰਕਤੀ ਖੋਲੋ ਮੇਰੇ ਨਾਲ, ਇਸੇ ਚੈਪਟਰ ਦੇ 36 ਨੰਬਰ ਪੰਕਤੀ ਔਰ ਉਹਦਾ 45 ਨੰਬਰ ਪੰਕਤੀ ਤੱਕ ਪੜ੍ਹਨਾ ਹੈ। ਸੁਣਨਾ ਬੜੇ ਧਿਆਨ ਦੇ ਨਾਲ। 36 ਨੰਬਰ ਪੰਕਤੀ, 14 ਅਧਿਆਏ ਔਰ ਉਹਦਾ 36 ਨੰਬਰ 36 ਨੰਬਰ ਵਰਸ ਲਿਖਿਆ। ਫਿਰ ਉਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਖੋਜ ਕੱਢਣ ਲਈ ਘੱਲਿਆ ਸੀ, ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜਿਹੀ ਬੁਰੀ ਖਬਰ ਲਿਆਏ ਕਿ ਸਾਰੀ ਮੰਡਲੀ ਉਹਦੇ ਵਿਰੁੱਧ ਬੁੜਬੁੜਾਉਣ ਲੱਗ ਗਈ। ਅਗਰ ਉਹ ਬੁਰੀ ਖਬਰ ਨਾ ਦਿੰਦੇ ਤੇ ਲੋਕਾਂ ਦਾ ਬੁੜਬੁੜਾਉਣਾ ਜਿਹੜਾ ਆ ਉਹਨਾਂ ਦੀ ਜ਼ੁਬਾਨ ਦੇ ਉੱਪਰ ਆਉਣਾ ਹੀ ਨਹੀਂ ਸੀਗਾ। ਅਗਰ ਉਹ ਚੰਗੀ ਖਬਰ ਦੇ ਦਿੰਦੇ ਜਿੱਦਾਂ ਕਾਲੇਬ ਔਰ ਯਹੋਸ਼ੂਆ ਨੇ ਦਿੱਤੀ, ਔਰ ਇਹ ਵੀ ਲੋਕ ਮਾਰੇ ਨਾ ਜਾਂਦੇ, ਪਰ ਇਹਨਾਂ ਦੀ ਬੁਰੀ ਖਬਰ, ਬੁਰੇ ਵਰਡ ਮੂੰਹ ਦੇ ਵਿੱਚੋਂ ਕੱਢਣੇ। ਅੱਜ ਗਾਲਾਂ ਕੱਢਦਾ ਤਾਂ ਹੈਗਾ ਆ ਮਨੁੱਖ, ਪਰ ਉਹਨੂੰ ਪਤਾ ਨਹੀਂ ਇਹਦਾ ਰਿਜ਼ਲਟ ਕੀ ਆ ਮੇਰੇ ਲਈ। ਅੱਜ ਚੁਗਲੀ ਤਾਂ ਕਰਦਾ ਆ ਇਨਸਾਨ ਮੂੰਹ ਤੋਂ, ਪਰ ਉਹਨੂੰ ਪਤਾ ਨਹੀਂ ਕਿ ਇਹ ਮੈਂ ਕੀ ਬੀਜਦਾ ਪਿਆ ਆਪਣੇ ਲਈ। ਔਰ ਲਿਖਿਆ ਉਹਨਾਂ ਨੇ ਜਿਹੜੀ ਬੁਰੀ ਖਬਰ ਲਿਆਈ ਸੀਗੇ, ਸਾਰੀ ਮੰਡਲੀ ਉਹਦੇ ਵਿਰੁੱਧ ਬੁੜਬੁੜਾਉਣ ਲੱਗ ਪਈ। ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖਬਰ ਲਿਆਈ ਯਹੋਵਾ ਦੇ ਅੱਗੇ ਬਿਮਾਰੀ ਦੇ ਨਾਲ ਮਰ ਗਏ। ਉਹ ਸਾਰੇ ਬਿਮਾਰੀ ਦੇ ਨਾਲ ਮਰ ਗਏ। ਔਰ ਲਿਖਿਆ ਪਰ ਨੂਨ ਦਾ ਪੁੱਤਰ ਯਹੋਸ਼ੂਆ ਅਤੇ ਯਫੰਨਾ ਦਾ ਪੁੱਤਰ ਕਾਲੇਬ ਉਹਨਾਂ ਮਨੁੱਖਾਂ ਦੇ ਵਿੱਚੋਂ ਜਿਹੜੇ ਧਰਤੀ ਦਾ ਖੋਜ ਕੱਢਣ ਦੇ ਲਈ ਗਏ ਸਨ, ਜਿਉਂਦੇ ਬਚ ਰਹੇ। ਸਿਰਫ 2 ਬੰਦੇ ਬਚੇ, ਸਿਰਫ ਆਪਣੇ ਮੂੰਹ ਦੇ ਕਰਕੇ, ਆਪਣੇ ਵਿਸ਼ਵਾਸ ਦੇ ਕਰਕੇ, ਔਰ ਆਪਣੇ ਪਹਿਲੇ ਜੋ ਚਮਤਕਾਰ ਖੁਦਾ ਨੇ ਕੀਤੇ ਉਹਨਾਂ ਨੂੰ ਯਾਦ ਰੱਖਣ ਦੇ ਕਰਕੇ। ਖੁਦਾ ਕਿੱਦਾਂ ਉਹਨਾਂ ਨੂੰ 100 ਦੇ ਨਾਲ ਫਤਿਹ ਦਿਲਾਈ, ਕਿੱਦਾਂ ਹਜ਼ਾਰਾਂ ਦੇ ਨਾਲ ਫਤਿਹ ਦਿਲਾਈ, ਕਿੱਦਾਂ ਉਹਨੇ ਲੱਖਾਂ ਦੇ ਉੱਪਰ ਫਤਿਹ ਦਿਲਾਈ। ਇਹਨਾਂ ਗੱਲਾਂ ਨੂੰ ਯਾਦ ਰੱਖਿਆ ਉਹਨਾਂ ਨੇ ਕਿ ਪਰਮੇਸ਼ਵਰ ਕੀ ਗੱਲ ਇਹਨਾਂ ਨੂੰ ਨਹੀਂ ਹਰਾ ਸਕਦਾ, ਕਿ ਪਰਮੇਸ਼ਵਰ ਸਾਨੂੰ ਇਹਨਾਂ ਤੇ ਫਤਿਹ ਨਹੀਂ ਬਖਸ਼ ਸਕਦਾ, ਜਿਹਨੇ 100 ਦੇ ਨਾਲ ਹੀ ਹਜ਼ਾਰਾਂ ਨੂੰ ਮਰਵਾ ਦਿੱਤਾ ਸਾਡੇ ਹੱਥੋਂ, ਸਾਡੇ ਹੱਥਾਂ 'ਚ ਦੇ ਦਿੱਤਾ ਸਾਡੇ ਵੈਰੀਆਂ ਨੂੰ। ਤੇ ਕੀ ਉਹ ਕਨਾਨ ਦੇ ਦੇਸ਼ ਦੇ ਵਿੱਚ ਜਿਹੜੇ ਬਲਵਾਨ ਲੋਕ ਆ, ਕਿ ਉਹਨਾਂ ਨੂੰ ਸਾਡੇ ਹੱਥਾਂ 'ਚ ਨਹੀਂ ਦੇਗਾ? ਡੈਫੀਨੇਟਲੀ ਦੇਗਾ। ਇਸੇ ਵਿਸ਼ਵਾਸ ਦੇ ਨਾਲ ਉਹ ਜਿਉਂਦੇ ਰਹੇ। ਬੋਲੋ ਹਾਲੇਲੂਇਆ। ਔਰ ਅੱਗੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਜ਼ਬਾਤੀ ਹੋ ਕੇ ਖੁਦਾ ਦਾ ਕੰਮ ਨਹੀਂ ਹੋ ਸਕਦਾ। ਜਜ਼ਬਾਤੀ ਹੋ ਕੇ ਖੁਦਾ ਦਾ ਕੰਮ ਨਹੀਂ ਹੋ ਸਕਦਾ ਕਿ ਹਾਂ ਜੋਸ਼ ਦੇ ਵਿੱਚ ਨਹੀਂ ਕਲਾਮ ਸੁਣ ਲਿਆ, ਬੜਾ ਜੋਸ਼ ਆ ਗਿਆ ਕਿ ਨਹੀਂ ਹੁਣ ਮੈਂ ਇਦਾਂ ਹੀ ਕਰਨਾ, ਹੁਣ ਮੈਂ ਇਦਾਂ ਕਰਨਾ, ਹੁਣ ਮੈਂ ਉਦਾਂ ਕਰਨਾ। ਕਦੀ ਵੀ ਨਹੀਂ ਕਰ ਪਾਉਂਗੇ। ਖੁਦਾ ਦਾ ਕੰਮ ਜੋਸ਼ ਦੇ ਵਿੱਚ ਨਹੀਂ ਹੁੰਦਾ, ਨਾ ਜਜ਼ਬਾਤੀ ਹੋ ਕੇ ਹੁੰਦਾ, ਹੋਸ਼ ਦੇ ਨਾਲ ਹੁੰਦਾ ਆ, ਸਬਰ ਦੇ ਨਾਲ ਹੁੰਦਾ ਹੈ। ਦੇਖੋ ਅੱਗੇ ਇੱਥੇ ਲੋਕ ਹੁਣ ਕੀ ਹੋ ਗਏ? ਜਜ਼ਬਾਤੀ ਹੋ ਗਏ। ਲੋਕ ਇੱਥੇ ਜੋਸ਼ ਦੇ ਵਿੱਚ ਆ ਗਏ, ਜੋਸ਼ ਦੇ ਵਿੱਚ ਆ ਗਏ। ਜੋਸ਼ ਦੇ ਵਿੱਚ ਕੀ ਕਦਮ ਚੱਕ ਲਿਆ? ਚਲੇ ਗਏ ਉਚਾਈ ਦੇ ਉੱਪਰ, ਕਨਾਨ ਦੇਸ਼ ਵੱਲ ਨੂੰ। ਕਹਿੰਦੇ ਲੈ ਅਸੀਂ ਮਾਰ ਦੇਵਾਂਗੇ ਉਹਨਾਂ ਨੂੰ, ਕਹਿੰਦੇ ਯਹੋਵਾ ਸਾਡੇ ਨਾਲ ਆ, ਕਹਿੰਦੇ ਅਸੀਂ ਉਹਨਾਂ ਦੇ ਉੱਪਰ ਫਤਿਹ ਪਾਵਾਂਗੇ, ਕਹਿੰਦੇ ਕਬਜ਼ਾ ਕਰਾਂਗੇ ਉਸ ਧਰਤੀ ਦੇ ਉੱਪਰ। ਪਰ ਯਹੋਵਾ ਉਹਨਾਂ ਦੇ ਨਾਲ ਨਹੀਂ ਸੀਗਾ, ਕਿਉਂਕਿ ਲੋਕ ਜੋਸ਼ ਦੇ ਵਿੱਚ ਸੀਗੇ, ਜਜ਼ਬਾਤੀ ਹੋ ਗਏ ਸੀਗੇ।
ਔਰ ਕੀ ਹੁੰਦਾ ਆ, ਉਹ ਵੀ ਲੋਕ ਮਾਰੇ ਗਏ। ਕਿਹਨਾਂ ਤੋਂ? ਉਹੀ ਕਨਾਨ ਦੇਸ਼ ਜਿਹੜੇ ਲੋਕ ਵੱਸਦੇ ਸੀਗੇ। ਸੁਣੋ ਅੱਗੇ ਬਾਈਬਲ ਕੀ ਕਹਿੰਦਾ। ਲਿਖਿਆ, ਤਾਂ ਮੂਸਾ ਨੇ ਸਾਰੇ ਇਜ਼ਰਾਈਲੀਆਂ ਨੂੰ ਇਹ ਗੱਲਾਂ ਦਸੀਆਂ ਤੇ ਪਰਜਾ ਨੂੰ ਵੱਡਾ ਵਿਰਲਾਪ ਕੀਤਾ। ਤਾਂ ਉਹ ਸਵੇਰੇ ਹੀ ਉੱਠ ਕੇ ਪਹਾੜ ਦੀ ਟੀਸੀ ਉੱਤੇ ਇਹ ਕਹਿ ਕੇ ਗਏ, ਭਈ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਵਾਂਗੇ ਜਿਹਦੇ ਲਈ ਯਹੋਵਾ ਨੇ ਫਰਮਾਇਆ ਆ, ਕਿਉਂ ਜੋ ਅਸੀਂ ਪਾਪ ਕੀਤਾ ਆ। ਹੁਣ ਜੇ ਪਾਪ ਕੀਤਾ ਆ ਤੇ ਫਿਰ ਉਹਨੂੰ ਪਛਤਾਤਾਪ ਨਹੀਂ ਕਰਨਾ, ਤੌਬਾ ਨਹੀਂ ਕਰਨੀ, ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰਨਾ। ਇੰਨਾ ਪਤਾ ਲੱਗ ਗਿਆ ਕਿ ਪਾਪ ਕੀਤਾ ਆ, ਫਿਰ ਤੁਸੀਂ ਲੜਨ ਨੂੰ ਚਲੇ ਗਏ ਆ। ਤੁਹਾਨੂੰ ਇੰਨਾ ਪਤਾ ਕਿ ਖੁਦਾ ਨੇ ਤੁਹਾਨੂੰ ਮਾਫ ਕਰ ਦਿੱਤਾ। ਇਸ ਗੱਲ ਦੀ ਸ਼ੋਰਿਟੀ ਹੋਈ ਕਿ ਨਹੀਂ ਹੋਈ? ਇੰਨਾ ਤੁਸੀਂ ਆਪਣੇ ਮੂੰਹ ਤੋਂ ਕਹਿ ਦਿੱਤਾ ਕਿ ਅਸੀਂ ਪਾਪ ਕੀਤਾ ਆ। ਪਾਪ ਕਰਨ ਦਾ ਪਤਾ ਲੱਗ ਗਿਆ, ਪਰ क्षमा ਮੰਗਣ ਦਾ ਨਹੀਂ ਪਤਾ ਸੀ। ਪਰਮੇਸ਼ਵਰ ਦੇ ਵੱਲੋਂ ਅਨਸਰ ਨਹੀਂ ਆਇਆ ਹੱਲੇ ਕਿ ਤੁਹਾਨੂੰ क्षमा ਮਿਲ ਚੁੱਕੀ ਆ ਤਾਂ ਤੁਸੀਂ ਚੜ੍ਹਾਈ ਕਰ ਸਕਦੇ ਆ। ਪਰ ਨਹੀਂ, ਜਜ਼ਬਾਤੀ ਜੋਸ਼ ਦੇ ਵਿੱਚ ਇੱਦਾਂ ਲੋਕ, ਬਹੁਤ ਸਾਰੇ ਲੋਕ ਅੱਜ ਦੇ ਸਮੇਂ ਦੇ ਵਿੱਚ ਵੀ ਡਿੱਗੇ ਪਏ ਆ ਔਰ ਪਰੇਸ਼ਾਨੀਆਂ ਦੇ ਨਾਲ ਘਿਰੇ ਪਏ ਆ। ਜਿਹੜੇ ਜੋਸ਼ ਦੇ ਵਿੱਚ ਆ, 2-4 ਦਿਨ ਹੀ ਦਿਖਦੇ ਆ, ਉਹ ਮੁੜ ਕੇ ਦਿਖਦੇ ਨਹੀਂ ਹੈਗੇ। ਉਹ ਦੇਖਣਾ ਕਿ ਬਾਈਬਲ ਕੀ ਕਹਿੰਦਾ। ਲਿਖਿਆ, ਕਿਉਂ ਜੋ ਅਸਾਂ ਉਹਦਾ ਪਾਪ ਕੀਤਾ ਆ। ਪਰ ਕਹਿੰਦੇ ਮੂਸਾ ਨੇ ਆਖਿਆ, ਤੁਸੀਂ ਯਹੋਵਾ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਆ? ਕਿਉਂ ਜੋ ਇਹ ਸਫਲ ਨਹੀਂ ਹੋਊਗਾ। ਤੁਹਾਨੂੰ ਪਤਾ ਕਿ ਤੁਸੀਂ ਪਾਪ ਕੀਤਾ ਆ, क्षमा ਤਾਂ ਮੰਗ ਲਓ, ਪ੍ਰਾਸ਼ਚਿਤ ਤਾਂ ਕਰ ਲਓ ਔਰ ਅਨਸਰ ਤਾਂ ਲੈ ਲਓ ਖੁਦਾ ਦੇ ਕੋਲੋਂ ਕਿ ਉਹਨੇ ਤੁਹਾਨੂੰ ਮਾਫ ਕਰ ਦਿੱਤਾ ਆ। ਪੁੱਛ ਤਾਂ ਲਓ ਕਿ ਕਦੋਂ ਚੜ੍ਹਾਈ ਕਰੀਏ, ਕਿਸ ਦਿਨ ਚੜ੍ਹਾਈ ਕਰੀਏ, ਕਿ ਸਾਡੇ ਵੈਰੀਆਂ ਨੂੰ ਸਾਡੇ ਹੱਥਾਂ 'ਚ ਦੇ ਵੀ ਦਿੱਤਾ ਆ ਕਿ ਨਹੀਂ। ਕਹਿੰਦਾ ਇਹ ਤੁਸੀਂ ਗਲਤ ਕਰਦੇ ਪਏ ਆ, ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਕਰਦੇ ਆ, ਆਪਣੇ ਉੱਪਰ ਭਰੋਸਾ ਰੱਖਦੇ ਪਏ ਆ। ਔਰ ਫਿਰ ਕੀ ਹੁੰਦਾ ਆ? ਲਿਖਿਆ, ਕਹਿੰਦਾ ਇਹ ਸਫਲ ਨਹੀਂ ਹੋਊਗਾ। ਕਹਿੰਦੇ ਤੁਸੀਂ ਉਤਾਹਾਂ ਨਾ ਜਾਓ। ਮੋਜ਼ਸ ਨੇ ਮਨਾ ਕੀਤਾ, ਕਹਿੰਦਾ ਤੁਸੀਂ ਉਤਾਹਾਂ ਨਾ ਜਾਓ, ਕਿਉਂ ਜੋ ਯਹੋਵਾ ਤੁਹਾਡੇ ਵਿਚਕਾਰ ਨਹੀਂ ਆ। ਮਤੇ ਕਹਿੰਦਾ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਭਾਂਜ ਖਾ ਕੇ ਜਾਓ। ਕਹਿੰਦਾ ਯਹੋਵਾ ਤੁਹਾਡੇ ਵਿਚਕਾਰ ਹੈ ਹੀ ਨਹੀਂ। ਜਿੱਥੇ ਪਾਪ ਹੈ ਉੱਥੇ ਖੁਦਾ ਹੈ ਹੀ ਨਹੀਂ। ਜਿਸ ਜੀਵਨ ਦੇ ਅੰਦਰ ਬੁਰਾ ਦੇਖਣਾ ਹੈਗਾ ਆ, ਉਸ ਜੀਵਨ 'ਚ ਖੁਦਾ ਨਹੀਂ ਆ। ਉਸ ਜੀਵਨ ਦੇ ਵਿੱਚ ਪਰਮੇਸ਼ਵਰ ਨਹੀਂ, ਉਸ ਪਰਿਵਾਰ 'ਚ ਪਰਮੇਸ਼ਵਰ ਨਹੀਂ ਆ, ਉਸ ਬਿਜ਼ਨਸ ਦੇ ਵਿੱਚ, ਉਸ ਜੌਬ 'ਚ, ਉਸ ਹੱਥਾਂ ਦੇ ਕੰਮਾਂ ਦੀ ਮਿਹਨਤ ਦੇ ਵਿੱਚ ਯਿਸੂ ਨਹੀਂ ਆ, ਪਰਮੇਸ਼ਵਰ ਨਹੀਂ ਆ, ਉਹਦੀ ਆਸ਼ੀਸ਼ ਨਹੀਂ ਆ। ਔਰ ਅੱਗੇ ਲਿਖਿਆ ਨਾਲੇ ਅਮਾਲੇਕੀ ਅਤੇ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਤੇ ਤੁਸੀਂ ਤੇਗ ਦੇ ਨਾਲ ਡਿੱਗ ਪਾਓਗੇ। ਮਤਲਬ ਤੁਸੀਂ, ਉਹ ਤੁਹਾਨੂੰ ਤਲਵਾਰ ਦੇ ਨਾਲ ਮਾਰ ਦੇਣਗੇ, ਇਸ ਲਈ ਕਿ ਤੁਸੀਂ ਯਹੋਵਾ ਦੇ ਪਿੱਛੇ ਚੱਲਣ ਤੋਂ ਫਿਰ ਗਏ ਆ। ਯਹੋਵਾ ਤੁਹਾਡੇ ਸੰਗ ਨਹੀਂ ਆ, ਪਰੰਤੂ ਉਹ ਹੱਠ ਧਰਮੀ ਨਾਲ ਪਹਾੜ ਦੀ ਟੀਸੀ ਉੱਤੇ ਚੜ ਗਏ ਜੋਸ਼ ਦੇ ਨਾਲ। ਮੂਸਾ ਦੀਆਂ ਗੱਲਾਂ ਨਹੀਂ ਸੁਣੀਆਂ। ਮੂਸਾ ਕੀ ਕਹਿ ਰਿਹਾ ਆ? ਸਿਰਫ ਜੋਸ਼ ਦੇ ਵਿੱਚ ਕਿ ਨਹੀਂ, ਲੈ ਸਾਡੇ ਵਰਗਾ ਧਰਮੀ ਕੋਈ ਹੈ ਨਹੀਂ, ਅਸੀਂ ਜਿੱਤਾਂਗੇ। ਆਪਣੇ ਸਰੀਰ ਦੇ ਉੱਪਰ ਪੂਰਾ ਭਰੋਸਾ ਉਹਨਾਂ ਨੂੰ ਵੀ ਅਸੀਂ ਬਾਡੀ ਬਿਲਡਰ ਆ, ਅਸੀਂ ਜੋਸ਼ ਦੇ ਵਿੱਚ ਆ, ਅਸੀਂ ਜਿੱਤ ਲਵਾਂਗੇ। ਇਹ ਕਿਹੜਾ ਔਖਾ ਕੰਮ ਹੈ? ਪਰ ਜਦ ਤੱਕ ਤੁਹਾਡਾ ਵੈਰੀ ਚਾਹੇ ਬਹੁਤ ਕਮਜ਼ੋਰ ਕਿਉਂ ਨਾ, ਜਦ ਤੱਕ ਖੁਦਾ ਨੇ ਉਹਨੂੰ ਤੁਹਾਡੇ ਹੱਥਾਂ 'ਚ ਨਹੀਂ ਦਿੱਤਾ, ਤੁਸੀਂ ਉਹਦੇ ਉੱਪਰ ਜਿੱਤ ਨਹੀਂ ਸਕਦੇ। ਤੁਸੀਂ ਉਹਦੇ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਯਾਦ ਰੱਖਣਾ, ਜਦ ਤੱਕ ਖੁਦਾ ਉਹਨੂੰ ਤੁਹਾਡੇ ਹੱਥਾਂ 'ਚ ਨਹੀਂ ਦਿੰਦਾ। ਔਰ ਅੱਗੇ ਲਿਖਿਆ, ਕਹਿੰਦਾ ਉਹ ਪਰੰਤੂ ਉਹ ਹੱਠ ਧਰਮੀ ਨਾਲ ਪਹਾੜ ਦੀ ਟੀਸੀ ਉੱਤੇ ਚੜ ਗਏ, ਪਰ ਯਹੋਵਾ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ। ਤਾਂ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜ ਦੇ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਹਨਾਂ ਨੂੰ ਮਾਰਿਆ ਤੇ ਉਹਨਾਂ ਨੂੰ ਹਾਰਮਾ ਤੀਕ ਵੱਢ ਦੇ ਗਏ। ਹਾਲੇਲੂਇਆ। ਜੋਸ਼ ਦੇ ਨਾਲ ਖੁਦਾਵੰਦ ਦਾ ਕੰਮ ਨਹੀਂ ਹੁੰਦਾ। ਜੋਸ਼ ਦੇ ਨਾਲ ਤੁਸੀਂ ਪਵਿੱਤਰਤਾ ਨੂੰ ਹਾਸਲ ਨਹੀਂ ਕਰ ਸਕਦੇ। ਕਰ ਵੀ ਲਓਗੇ ਤੇ ਬਰਕਰਾਰ ਨਹੀਂ ਰੱਖ ਸਕਦੇ। ਵਿਸ਼ਵਾਸ ਕਾਇਮ ਤਾਂ ਕਰ ਲਓਗੇ, ਪਰ ਸਦਾ ਦੇ ਲਈ ਕਾਇਮ ਨਹੀਂ ਕਰ ਸਕਦੇ। ਤੁਸੀਂ ਦੇਖਿਆ ਵੀ ਹੋਏਗਾ ਜੋਸ਼ ਦੇ ਵਿੱਚ ਲੋਕਾਂ ਨੂੰ ਚੱਲਦੇ ਹੋਏ। ਮੈਂ ਦੇਖਿਆ ਜਦੋਂ ਮਿਨਿਸਟਰੀ ਦੀ ਸ਼ੁਰੂਆਤ ਹੋਈ, ਉਦੋਂ ਮੇਰੇ ਨਾਲ ਸੀਗੇ ਲੋਕ ਜੋਸ਼ ਦੇ ਵਿੱਚ ਡਿੱਗਦੇ ਦੇਖੇ, ਪਾਪ ਦੇ ਵਿੱਚ ਜਾਂਦੇ ਦੇਖੇ, ਸ਼ੈਤਾਨ ਦੇ ਗੁਲਾਮ ਹੁੰਦੇ ਦੇਖੇ, ਔਰ ਅੱਜ ਤੱਕ ਡਿੱਗੇ ਪਏ ਆ। ਹਾਲੇਲੂਇਆ। ਸਾਡੀ ਅੱਖ ਵੇਖਦੀ ਕੀ ਪਈ ਆ? ਪਰਮੇਸ਼ਵਰ ਦੇ ਵੱਡੇ ਹੱਥ ਨੂੰ, ਪਰਮੇਸ਼ਵਰ ਦੇ ਛੁਟਕਾਰੇ ਨੂੰ ਦੇਖ ਰਹੀ। ਮੈਂ ਫਿਰ ਤੁਹਾਨੂੰ ਦੱਸਦਾ, ਦੁੱਖ ਵੱਡਾ ਨਹੀਂ ਆ। ਯਾਦ ਰੱਖੋ ਕਿ ਖੁਦਾ ਨੇ ਇਜ਼ਰਾਈਲੀ ਲੋਕਾਂ ਨੂੰ ਕਿੱਦਾਂ ਮਿਸਰ ਦੇ ਵਿੱਚੋਂ ਆਜ਼ਾਦ ਕੀਤਾ ਆਪਣੇ ਵੱਡੇ ਹੱਥ ਦੇ ਨਾਲ। ਉਹਦੇ ਹੱਥ ਨੂੰ ਦੇਖੋ, ਉਹਦੇ ਚਮਤਕਾਰ ਨੂੰ ਦੇਖੋ, ਉਹਦੇ ਪਿਆਰ ਨੂੰ ਦੇਖੋ ਆਪਣੇ ਲੋਕਾਂ ਦੇ ਪ੍ਰਤੀ। ਹਾਲੇਲੂਇਆ। ਉਹ ਵੀ ਲੋਕ ਖੁਦਾ ਦੇ ਹੱਥਾਂ ਦੇ ਬਣਾਏ ਹੋਏ ਸੀਗੇ, ਬਸ ਇਹ ਖਾਸ ਪਰਜਾ ਕਰਕੇ ਖੁਦਾ ਨੇ ਉਹਨਾਂ ਲੋਕਾਂ ਨੂੰ ਵੀ ਮਾਰਿਆ। ਇਹ ਮੇਰੀ ਖਾਸ ਪ੍ਰਜਾ ਆ, ਇਹ ਮੇਰੀ ਖਾਸ ਕੌਮ ਆ,
ਔਰ ਇਹਨਾਂ ਨੂੰ ਕਨਾਨ ਦੇਸ਼ ਤੱਕ ਜਾਣ ਦਾ ਵਾਅਦਾ ਦਿੱਤਾ ਸੀ, ਲੈ ਕੇ ਜਾਣ ਦਾ, ਔਰ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਉਹਨਾਂ ਲੋਕਾਂ ਨੂੰ ਮਾਰਿਆ। ਹਾਲੇਲੂਇਆ। ਔਰ ਉਹ ਵੀ ਲੋਕ ਮਾਰੇ ਗਏ ਜਿਨ੍ਹਾਂ ਦੇ ਕਾਰਨ ਠੋਕਰ ਲੱਗੀ, ਜਿਨ੍ਹਾਂ ਦੀ ਨੈਗੇਟਿਵ ਰਿਪੋਰਟ ਦੇ ਨਾਲ ਉਹ ਲੋਕ ਜਿਹੜੇ ਸੁਣਨ ਵਾਲੇ ਸੀ ਮੂਸਾ ਦੇ ਵਰਖਲਾਫ ਹੋ ਗਏ, ਪਰਮੇਸ਼ਵਰ ਦੇ ਵਰਖਲਾਫ ਹੋ ਗਏ। ਔਰ ਕਾਲੇਬ ਔਰ ਯਹੋਸ਼ੂਆ ਨੇ ਜਦੋਂ ਪੋਜ਼ਿਟਿਵ ਰਿਪੋਰਟ ਦਿੱਤੀ, ਉਹਨਾਂ ਦਾ ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਨੇ ਪੱਥਰਾਂ ਦੇ ਨਾਲ ਯਹੋਸ਼ੂਆ ਨੂੰ, ਕਾਲੇਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਯਹੋਵਾ ਉਤਰਿਆ, ਫਿਰ ਉਹ ਲੋਕ ਬਿਮਾਰੀ ਦੇ ਨਾਲ ਮਾਰੇ ਗਏ। ਹਾਲੇਲੂਇਆ। ਸਾਡੀ ਅੱਖ ਕਿਹਨੂੰ ਵੇਖਦੀ ਆ? ਇਸ ਗੱਲ ਦੇ ਉੱਪਰ ਧਿਆਨ ਦੇਣਾ। ਦੁੱਖਾਂ ਦੇ ਵੱਲ ਨਾ ਦੇਖੋ, ਪਰੇਸ਼ਾਨੀਆਂ ਦੇ ਵੱਲ ਨਾ ਦੇਖੋ, ਕਰਜ਼ੇ ਵੱਲ ਨਾ ਦੇਖੋ, ਦੁੱਖਾਂ ਦੇ ਵੱਲ ਨਾ ਦੇਖੋ, ਮੇਰੇ ਕੋਲ ਜੌਬ ਨਹੀਂ ਹੈ, ਇਸ ਗੱਲ ਦੇ ਉੱਪਰ ਨਾ ਦੇਖੋ। ਸੁਬਹ ਉੱਠ ਕੇ, ਇਹ ਆਤਮਿਕ ਬੰਦੇ ਦਾ ਕੰਮ ਆ, ਸੁਬਹ ਉੱਠ ਕੇ ਅੰਗੀਕਾਰ ਕਰੋ ਆਪਣੀ ਜ਼ੁਬਾਨ ਤੋਂ, ਮੰਨੋ ਆਪਣੇ ਬੋਲੋ ਜ਼ੁਬਾਨ ਤੋਂ ਕਿ ਹਾਂ ਮੈਂ ਅੱਛੀ ਜੌਬ ਦੇ ਨਾਲ ਬਲੈਸ ਹੋ ਚੁੱਕੀ ਹਾਂ, ਹਾਂ ਮੈਂ ਅੱਛੀ ਜੌਬ ਦੇ ਨਾਲ ਬਲੈਸ ਹੋ ਚੁੱਕਾ ਹਾਂ। ਡੈਫੀਨੇਟਲੀ ਤੁਸੀਂ ਗੁੱਡ ਨਿਊਜ਼ ਦੇਖੋਗੇ ਆਪਣੇ ਜੀਵਨ ਦੇ ਵਿੱਚ। ਬੋਲੋ ਆਮੀਨ। ਹਾਲੇਲੂਇਆ। ਮੈਂ ਕਰਜ਼ੇ ਤੋਂ ਆਜ਼ਾਦ ਹੋ ਗਈ ਹਾਂ, ਮੈਂ ਬਿਮਾਰੀ ਤੋਂ ਸ਼ਿਫਾ ਪਾ ਲਈ ਆ, ਮੈਂ ਆਤਮਿਕ ਜੀਵਨ ਨੂੰ ਹਾਸਲ ਕਰ ਲਿਆ ਆ, ਮੈਂ ਲੋਕਾਂ ਦੇ ਲਈ ਛੁਟਕਾਰੇ ਦਾ ਕਾਰਨ ਬਣ ਗਿਆ ਆ, ਮੈਂ ਲੋਕਾਂ ਦੇ ਲਈ ਛੁਟਕਾਰੇ ਦਾ ਕਾਰਨ ਬਣ ਗਈ ਆ, ਮੇਰੇ ਦੁਆ ਕਰਨ ਦੇ ਨਾਲ ਲੋਕ ਸ਼ਿਫਾ ਪਾ ਰਹੇ ਆ। ਇਹ ਅੰਗੀਕਾਰ ਕਰਨਾ ਸੁਬਹ ਉੱਠ ਕੇ, ਔਰ ਡੈਫੀਨੇਟਲੀ ਤੁਸੀਂ ਜੋ ਸੁਬਹ ਬੀਜ ਦੋਗੇ ਸ਼ਾਮ ਤੱਕ ਤੁਹਾਡੇ ਲਈ ਉੱਗ ਪਏਗਾ। ਯਾਦ ਰੱਖਣਾ ਮੇਰੀ ਗੱਲ ਨੂੰ। ਹਾਲੇਲੂਇਆ। ਬੋਲੋ ਆਮੀਨ। ਖੁਦਾ ਤੁਹਾਨੂੰ ਅੱਜ ਦੇ ਵਚਨ ਦੇ ਦੁਆਰਾ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇ। ਆਪਣੇ ਜੀਵਨ ਦੇ ਵਿੱਚ ਅੱਛੀ ਗਵਾਹੀ ਦੇ ਨਾਲ ਖੜੇ ਹੋਣਾ, ਬੁਰੀ ਗਵਾਹੀ ਦੇ ਨਾਲ ਨਹੀਂ। ਆ ਦੇਖ ਲਓ, ਬੁਰੀ ਗਵਾਹੀ ਦੇ ਨਾਲ ਜਿਹੜੇ ਲੋਕ ਆਏ ਔਰ ਉਹ ਮਾਰੇ ਗਏ ਬਿਮਾਰੀ ਦੇ ਨਾਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਹੁਣ ਅੱਜ ਵੀ ਦੱਸਦਾ, ਟੈਸਟੀਮਨੀ ਦੋ ਤਰ੍ਹਾਂ ਦੀ ਹੁੰਦੀ। ਇੱਕ ਤਾਂ ਜਦੋਂ ਕੋਈ ਚੰਗਾ ਹੁੰਦਾ ਇਨਸਾਨ, ਜਾਂ ਛੁਟਕਾਰਾ ਪਾਉਂਦਾ ਆ, ਜਾਂ ਸ਼ਿਫਾ ਲੈਂਦਾ ਆ, ਉਹਦੀ ਗਵਾਹੀ ਲੋਕਾਂ ਤੱਕ ਪਹੁੰਚਦੀ ਔਰ ਲੋਕ ਵਿਸ਼ਵਾਸ ਕਰਦੇ ਆ ਕਿ ਵਾਕਈ ਯਿਸੂ ਮਸੀਹ ਨੇ ਉਹਨੂੰ ਚੰਗਾ ਕੀਤਾ। ਔਰ ਉਹੀ ਇਨਸਾਨ ਜਦੋਂ ਫਿਰ ਦੁਬਾਰਾ ਪਾਪ ਕਰੇ, ਫਿਰ ਦੁਬਾਰਾ ਨਸ਼ੇ ਕਰੇ, ਔਰ ਉਹੀ ਰਿਪੋਰਟ ਫਿਰ ਲੋਕਾਂ ਤੱਕ ਪਹੁੰਚਦੀ ਆ, ਲੋਕ ਫਿਰ ਕੀ ਗੱਲ ਕਰਦੇ ਉਹਦੇ ਬਾਰੇ? ਇਹ ਆ ਬੈਡ ਟੈਸਟੀਮਨੀ। ਔਰ ਅਸੀਂ ਬੈਡ ਟੈਸਟੀਮਨੀ ਲੈ ਕੇ ਲੋਕਾਂ ਦੇ ਵਿੱਚ ਨਹੀਂ ਪਹੁੰਚਣਾ। ਲੋਕ ਸਾਡੇ ਪ੍ਰਤੀ ਬੁੜਬੁੜਾਏ ਨਾ, ਲੋਕ ਸਾਡੇ ਕਰਕੇ ਖੁਦਾ ਨੂੰ ਕੁਛ ਕਵੇ ਨਾ। ਅਸੀਂ ਕਿਸੇ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ। ਅਗਰ ਖੁਦਾ ਨੇ ਚਮਤਕਾਰ ਕੀਤਾ ਤੁਹਾਡੇ ਜੀਵਨ 'ਚ, ਅਗਰ ਖੁਦਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਉਹਨੂੰ ਪਕੜ ਕੇ ਰੱਖੋ ਜ਼ੋਰ ਦੇ ਨਾਲ। ਨੈਗੇਟਿਵ ਰਿਪੋਰਟ ਦੇ ਲਈ ਨਹੀਂ, ਪੋਜ਼ਿਟਿਵ ਰਿਪੋਰਟ ਲੈ ਕੇ ਆਣੀ ਹੈ। ਖੁਦਾ ਦੇ ਲੋਕਾਂ ਦਾ ਵਿਸ਼ਵਾਸ ਦੇ ਵਿੱਚ ਵਾਧਾ ਕਰਨ ਵਾਲੇ ਅਸੀਂ ਬਣਨਾ ਹੈ। ਵਿਸ਼ਵਾਸ ਨੂੰ ਖਤਮ ਕਰਨ ਵਾਲੇ ਨਹੀਂ, ਵਿਸ਼ਵਾਸ ਨੂੰ ਘਟਾਉਣ ਵਾਲੇ ਨਹੀਂ ਬਣਨਾ। ਜਿੱਦਾਂ ਉਹ ਸਰਦਾਰ ਜਿਹੜੇ ਸੀਗੇ, ਉਹਨਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਘਟਾ ਦਿੱਤਾ। ਔਰ ਕਾਲੇਬ ਔਰ ਯਹੋਸ਼ੂਆ ਦੀ ਤਰ੍ਹਾਂ ਬਣਨਾ, ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਔਰ ਜੋਸ਼ ਦੇ ਵਿੱਚ ਖੁਦਾ ਦਾ ਕੰਮ ਨਹੀਂ ਹੁੰਦਾ, ਔਰ ਨਾ ਹੀ ਹੋ ਸਕਦਾ ਹੈ, ਯਾਦ ਰੱਖਣਾ। ਔਰ ਠੋਕਰ ਦਾ ਕਾਰਨ ਨਹੀਂ ਬਣਨਾ ਸੀ ਕਿਸੇ ਦੇ ਲਈ। ਔਰ ਸਾਡੀ ਅੱਖ ਯਿਸੂ ਮਸੀਹ ਨੂੰ ਤੱਕਦੀ ਰਵੇ, ਉਹਦੇ ਵਚਨਾਂ ਨੂੰ ਯਾਦ ਰੱਖੋ। ਕਦੀ ਵੀ ਆਉਣ ਵਾਲੀ ਸਿਚੁਏਸ਼ਨ ਦੇ ਵਿੱਚ ਗਿਰੋਗੇ ਨਹੀਂ, ਚਾਹੇ ਕਿੰਨੀ ਵੀ ਬੈਡ ਕਿਉਂ ਨਾ ਹੋਵੇ। ਉਹਦਾ ਸਾਹਮਣਾ ਕਰੋਗੇ ਔਰ ਉਹਦੇ ਪਰ ਜਿੱਤ ਪ੍ਰਾਪਤ ਕਰੋਗੇ। ਸਾਰੀ ਸੰਗਤ ਬੋਲੇ ਆਮੀਨ। ਹਾਲੇਲੂਇਆ। ਆइए अपनी अखा ਨੂੰ ਬੰਦ ਕਰੀਏ ਔਰ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਅਸੀਂ ਲੋਕ ਆਸ਼ੀਸ਼ਾਂ ਨੂੰ ਦੇਖਦੇ ਹਾਂ, ਪਰ ਉਹਨਾਂ ਨੂੰ ਪ੍ਰਾਪਤ ਕਿੱਦਾਂ ਕਰਨਾ ਆ, ਉਹਦੇ ਬਾਰੇ ਸੋਚਣ ਦੀ ਜ਼ਰੂਰਤ ਆ। ਉਹਦੇ ਲਈ ਤੁਹਾਨੂੰ ਲੜਨਾ ਵੀ ਪਏਗਾ, ਉਹਦੇ ਲਈ ਤੁਹਾਨੂੰ ਜਿੱਤਣਾ ਵੀ ਪੈਣਾ ਆ। ਕੱਲਾ ਲੜਨ ਦੇ ਨਾਲ ਕੁਝ ਨਹੀਂ ਮਿਲਣਾ, ਜਿੱਤਣ ਦੇ ਨਾਲ ਮਿਲੇਗਾ। ਜਦੋਂ ਵੈਰੀ ਨੂੰ ਬੰਨ ਲਓਗੇ, ਜਦੋਂ ਵੈਰੀ ਨੂੰ ਹਰਾ ਦੋਗੇ, ਜਦੋਂ ਵੈਰੀ ਨੂੰ ਕੁਚਲ ਦੋਗੇ, ਫਿਰ ਸਾਰੀਆਂ ਚੀਜ਼ਾਂ ਦੇ ਉੱਪਰ ਤੁਹਾਡਾ ਹੱਕ ਆ। ਆइए अपनी ਅੱਖਾਂ ਨੂੰ ਬੰਦ ਕਰੀਏ ਔਰ ਦੁਆ ਦੀ ਹਾਲਤ ਦੇ ਵਿੱਚ ਚਲੀਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਮੇਰੇ ਪ੍ਰਭੂ। ਅੱਜ ਦੀ ਮੀਟਿੰਗ ਦੇ ਲਈ ਜੋ ਆਸ਼ੀਸ਼ ਦੇ ਨਾਲ ਭਰੀ, ਜੋ ਬਰਕਤ ਦੇ ਨਾਲ ਭਰੀ, ਜੋ ਸਾਮਰਥ ਦੇ ਨਾਲ ਭਰੀ ਮੇਰੇ ਪ੍ਰਭੂ, ਤੁਹਾਡੇ ਲੋਕਾਂ ਨੇ ਖੁਦਾਵੰਦ ਅੱਜ ਦੀ ਮੀਟਿੰਗ ਨੂੰ ਅਟੈਂਡ ਕੀਤਾ। ਆਸ਼ੀਸ਼ਿਤ ਹੋਣ ਮੇਰੇ ਪ੍ਰਭੂ ਜੀ। ਸਾਡੀ ਅੱਖ ਵੇਖਦੀ ਕਿਹਨੂੰ ਪਈ ਆ, ਕੀ ਕੁਝ ਦੇਖਦੀ ਆ ਪ੍ਰਭੂ, ਇਹਦੇ ਵੱਲ ਅਸੀਂ ਅੱਜ ਸਿੱਖਿਆ ਪ੍ਰਾਪਤ ਕੀਤੀ ਆ ਖੁਦਾਵੰਦ। ਔਰ ਜੋ ਅਸੀਂ ਸਮਝਿਆ ਹੈ ਅੱਜ ਦੇ ਵਚਨ ਤੋਂ, ਪਵਿੱਤਰ ਆਤਮਾ ਇਹਦੇ ਬਾਰੇ ਖੁਦਾਵੰਦ ਸਾਨੂੰ ਸਦਾ ਦੇ ਲਈ ਖੁਦਾਵੰਦ ਯਾਦ ਰੱਖਣਾ ਸਿਖਾਵੇ ਮੇਰੇ ਪ੍ਰਭੂ। ਅਸੀਂ ਤੁਹਾਨੂੰ ਤੱਕਦੇ ਰਹੀਏ ਖੁਦਾਵੰਦ।
ਅਸੀਂ ਤੁਹਾਡੇ ਵਚਨਾਂ ਨੂੰ ਤੱਕਦੇ ਰਹੀਏ। ਯਾਦ ਰੱਖੀਏ ਕਿ ਯਹੋਵਾ ਨੇ ਸਾਡੇ ਲਈ ਕਿੰਨੇ ਵੱਡੇ ਵੱਡੇ ਕੰਮ ਕੀਤੇ ਆ ਮੇਰੇ ਪ੍ਰਭੂ। ਖੁਦਾਵੰਦ ਕੁਝ ਕੰਮ ਤਾਂ ਬਹੁਤ ਵੱਡੇ ਤੁਸੀਂ ਸਾਡੇ ਪਿੱਠ ਦੇ ਪਿੱਛੇ ਹੀ ਕੀਤੇ ਆ, ਸਾਨੂੰ ਪਤਾ ਵੀ ਨਹੀਂ ਆ ਮੇਰੇ ਖੁਦਾਵੰਦ ਕਿ ਡਰਾਈਵ ਕਰਦੇ ਤੁਸੀਂ ਕਿੱਦਾਂ ਸਾਨੂੰ ਸੰਭਾਲਦੇ ਆ ਪ੍ਰਭੂ। ਅਸੀਂ ਪ੍ਰੋਟੈਕਸ਼ਨ ਦੇ ਨਾਲ, ਪੂਰੀ ਹਿਫਾਜ਼ਤ ਦੇ ਨਾਲ ਅਸੀਂ ਆਪਣੇ ਕੰਮ ਤੇ ਵੀ ਚਲੇ ਜਾਂਦੇ, ਘਰ ਵੀ ਆ ਜਾਂਦੇ ਪ੍ਰਭੂ। ਰਾਸਤੇ 'ਚ ਦੁਰਘਟਨਾਵਾਂ ਤੋਂ ਤੁਸੀਂ ਸਾਨੂੰ ਪ੍ਰੋਟੈਕਟ ਕਰਦੇ ਆ, ਬਚਾਉਂਦੇ ਆ ਪ੍ਰਭੂ। ਇਹਨਾਂ ਦੇ ਬਾਰੇ ਤਾਂ ਸਾਡੀ ਅੱਖ ਦੇਖਦੀ ਨਹੀਂ ਆ ਮੇਰੇ ਪ੍ਰਭੂ, ਇਹ ਸਾਡੇ ਅੱਖਾਂ ਤੋਂ ਪਰੋਖੇ ਆ ਪ੍ਰਭੂ। ਤੂੰ ਸਾਨੂੰ ਕਿੰਨਾ ਪਿਆਰ ਕਰਦਾ ਆ, ਬਿਮਾਰੀਆਂ, ਲਾਚਾਰੀਆਂ, ਦੁੱਖਾਂ ਤੋਂ ਬਚਾਉਂਦਾ ਆ ਪ੍ਰਭੂ। ਦੁੱਖ ਆ ਵੀ ਜਾਂਦੇ ਤਾਂ ਉਹਨਾਂ ਦਾ ਸਾਹਮਣਾ ਕਰਨ ਦਾ ਬਲ ਦਿੰਦਾ ਆ ਮੇਰੇ ਪ੍ਰਭੂ। ਸਾਡੇ ਹੌਸਲੇ ਨੂੰ ਬੁਲੰਦ ਰੱਖਦਾ ਆ ਮੇਰੇ ਪ੍ਰਭੂ ਜੀ। ਅਸੀਂ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਖੁਦਾਵੰਦ ਸਾਰੀਆਂ ਗੱਲਾਂ ਬਾਤਾਂ ਦੇ ਲਈ ਪ੍ਰਭੂ। ਅੱਜ ਦੇ ਵਚਨ ਦਾ ਬੀਜ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ। ਮੈਂ ਬਲੀਵ ਕਰਦਾ ਕਿ ਅੱਜ ਦੇ ਵਚਨ ਤੋਂ ਤੁਹਾਡੇ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਬਹੁਤਾਇਤ ਦੇ ਨਾਲ ਵਧਿਆ ਆ ਮੇਰੇ ਪ੍ਰਭੂ ਜੀ। ਉੱਚ ਲੈਵਲ ਤੇ ਚਲਾ ਗਿਆ ਆ ਮੇਰੇ ਪ੍ਰਭੂ ਜੀ, ਉੱਚ ਕੋਟੀ ਤੇ ਚਲਾ ਗਿਆ ਆ ਮੇਰੇ ਪ੍ਰਭੂ ਜੀ। ਔਰ ਤੁਹਾਡੇ ਲੋਕ ਆਸ਼ੀਸ਼ਿਤ ਹੋਣ ਮੇਰੇ ਪ੍ਰਭੂ, ਤੁਹਾਨੂੰ ਤੱਕਦੇ ਰਹਿਣ ਮੇਰੇ ਖੁਦਾਵੰਦ। ਵੈਰੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਖੁਦਾਵੰਦ। ਵੈਰੀ ਹਾਰਿਆ ਹੋਇਆ ਆ, ਸ਼ਰਮਿੰਦਾ ਕੀਤਾ ਹੋਇਆ ਆ ਪ੍ਰਭੂ। ਯਿਸੂ ਨੇ ਉਹਨੂੰ ਸ਼ਰਮਿੰਦਾ ਕਰ ਦਿੱਤਾ ਆ, ਉਹਦੀ ਖੋਪੜੀ ਨੂੰ ਪੈਰਾਂ ਦੀ ਤਲੀ ਦੇ ਨਾਲ ਮਿੱਧ ਦਿੱਤਾ ਆ ਮੇਰੇ ਪ੍ਰਭੂ। ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਦੇ ਲਈ ਪ੍ਰਭੂ। ਅੱਛਾ ਖਾਣ ਨੂੰ ਦਿੱਤਾ, ਅੱਛਾ ਪਾਉਣ ਨੂੰ ਦਿੱਤਾ, ਅੱਛਾ ਰਹਿਣ ਨੂੰ ਦਿੱਤਾ, ਔਰ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ। ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਜੋ ਜੌਬ ਕਰਦੇ ਨੇ ਖੁਦਾਵੰਦ, ਉਹਨਾਂ ਦੇ ਲਈ ਖੁਦਾਵੰਦ ਆਸ਼ੀਸ਼ ਔਰ ਬਰਕਤ ਦੀ ਮੰਗ ਕਰਦੇ ਹਾਂ ਮੇਰੇ ਪ੍ਰਭੂ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਖੁਦਾਵੰਦ, ਬੇਘਰਿਆਂ ਨੂੰ ਘਰ ਦੇਣਾ, ਬੇਔਲਾਦਾਂ ਨੂੰ ਔਲਾਦ ਦੇਣਾ ਖੁਦਾਵੰਦ, ਬੇਸ਼ਾਂਤੀਆਂ ਨੂੰ ਸ਼ਾਂਤੀ ਦੇਣਾ ਮੇਰੇ ਖੁਦਾਵੰਦ। ਕੋਈ ਬਿਮਾਰ ਆ ਉਹਨੂੰ ਚੰਗਾਈ ਦੇਣਾ ਮੇਰੇ ਪ੍ਰਭੂ ਜੀ। ਅਸੀਂ ਆਪਣੇ ਮੂੰਹ ਦੀ ਰਾਖੀ ਕਰਨ ਵਾਲੇ ਬਣ ਜਾਈਏ ਮੇਰੇ ਖੁਦਾਵੰਦ। ਸਮਝਦਾਰ ਇਨਸਾਨ, ਬੁੱਧੀਮਾਨ ਮਨੁੱਖ ਆ ਜੋ ਆਪਣੇ ਸ਼ਬਦਾਂ ਦੀ ਰਾਖੀ ਕਰਦਾ, ਆਪਣੇ ਮੂੰਹ ਦੀ ਰਾਖੀ ਕਰਦਾ ਆ ਖੁਦਾਵੰਦ, ਉਹ ਆਪਣੇ ਘਰ ਨੂੰ ਵਸਾਉਂਦਾ ਆ ਮੇਰੇ ਪ੍ਰਭੂ ਜੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਪ੍ਰਭੂ। ਅੱਜ ਦੇ ਦਿਨ ਦੀ ਬਰਕਤ ਦੇਣ ਦੇ ਲਈ ਤੁਹਾਡਾ ਧੰਨਵਾਦ ਮੇਰੇ ਪ੍ਰਭੂ। ਸਾਰੀਆਂ ਗੱਲਾਂ ਬਾਤਾਂ ਦੇ ਲਈ ਤੁਹਾਡੇ ਹੀ ਨਾਮ ਨੂੰ ਸਾਰਾ ਆਦਰ ਦਿੰਦੇ ਹੋਏ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ, ਆਮੀਨ, ਆਮੀਨ। ਗॉड ਬlesਸ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਬਲੀਵ ਕਰਦਾ ਹਾਂ ਕਿ ਅੱਜ ਦੇ ਵਚਨ ਦੇ ਦੁਆਰਾ, ਅੱਜ ਦੀ ਮੀਟਿੰਗ ਦੇ ਦੁਆਰਾ ਤੁਸੀਂ ਬਰਕਤ ਨੂੰ ਪ੍ਰਾਪਤ ਕੀਤਾ ਆ। ਪਵਿੱਤਰ ਆਤਮਾ ਨੇ ਤੁਹਾਡੇ ਮੇਰੇ ਨਾਲ ਗੱਲਬਾਤ ਕੀਤੀ ਅੱਜ ਦੇ ਵਚਨ ਦੇ ਦੁਆਰਾ, ਔਰ ਮੈਂ ਇਹ ਬਲੀਵ ਕਰਦਾ ਹਾਂ ਕਿ ਉਹ ਤੁਹਾਨੂੰ ਤੇ ਮੈਨੂੰ ਸਾਮਰਥ ਵੀ ਦੇਗਾ ਅੱਜ ਦੇ ਵਚਨ ਨੂੰ ਜਮ੍ਹਾਂ ਕਰਨ ਦੇ ਲਈ। ਜਿੱਦਾਂ ਦਾਊਦ ਬੋਲਦਾ ਆ ਕਿ ਪ੍ਰਭੂ ਤੇਰੇ ਵਚਨ ਨੂੰ ਮੈਂ ਆਪਣੇ ਦਿਲ 'ਚ ਜਮ੍ਹਾਂ ਕਰ ਲਿਆ ਤੇ ਤੇਰਾ ਪਾਪ ਕਿੱਦਾਂ ਕਰਾਂ। ਪ੍ਰਭੂ ਤੇਰੇ ਚਮਤਕਾਰਾਂ ਨੂੰ ਮੈਂ ਆਪਣੇ ਦਿਲ 'ਚ ਜਮ੍ਹਾਂ ਕਰਾਂ, ਤੇਰੀਆਂ ਆਸ਼ੀਸ਼ਾਂ ਨੂੰ ਆਪਣੇ ਦਿਲ 'ਚ ਜਮ੍ਹਾਂ ਕਰਾਂ, ਤੇਰੇ ਚਮਤਕਾਰਾਂ ਨੂੰ ਆਪਣੇ ਦਿਲ 'ਚ ਜਮ੍ਹਾਂ ਕਰਾਂ ਕਿ ਜਦੋਂ ਸਿਚੁਏਸ਼ਨ ਸ਼ੈਤਾਨ ਅੱਗੇ ਕ੍ਰੀਏਟ ਕਰੇ ਤੇ ਇਹ ਜਮ੍ਹਾਂ ਹੋਈਆਂ ਗੱਲਾਂ, ਜਮ੍ਹਾਂ ਹੋਏ ਵਚਨ ਮੇਰੇ ਸਾਹਮਣੇ ਆਉਣ ਤੇ ਸਿਚੁਏਸ਼ਨ ਡਾਊਨ ਜਾਵੇ ਖੁਦਾਵੰਦ। ਅਸੀਂ ਗੋਲੀਅਤ ਨੂੰ ਨਾ ਦੇਖੀਏ ਖੁਦਾਵੰਦ, ਤੁਹਾਡੇ ਵੱਡੇ ਹੱਥ ਨੂੰ ਦੇਖੀਏ ਮੇਰੇ ਪ੍ਰਭੂ ਜੀ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਮੈਂ ਬਲੀਵ ਕਰਦਾ ਤੁਸੀਂ ਅੱਜ ਆਸ਼ੀਸ਼ਿਤ ਹੋ, ਤੁਸੀਂ ਫਲਵੰਤ ਹੋ, ਤੁਸੀਂ ਬਲੈਸ ਹੋ। ਮੈਂ ਪਰਮੇਸ਼ਵਰ ਦਾ ਦਾਸ ਹੋਣ ਦੇ ਨਾਤੇ ਤੁਹਾਡੀ ਜ਼ਿੰਦਗੀਆਂ ਦੇ ਉੱਪਰ ਅੱਜ ਦੀ ਆਸ਼ੀਸ਼ ਨੂੰ ਭੇਜਦਾ ਹਾਂ, ਇਸ ਬਲੈਸਿੰਗਸ ਦੇ ਨਾਲ ਤੁਹਾਨੂੰ ਬਲੈਸ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਖੁਦਾਵੰਦ ਦੇ ਵਿੱਚ ਬਣੇ ਰਹੋਗੇ ਔਰ ਅੱਜ ਦੇ ਵਚਨ ਦੀ ਕਦਰ ਕਰੋਗੇ, ਅੱਜ ਦੀ ਆਸ਼ੀਸ਼ ਦੀ ਕਦਰ ਕਰੋਗੇ, ਅੱਜ ਦੇ ਮਸਾਂ ਦੀ ਕਦਰ ਕਰੋਗੇ, ਉਹਦੀ ਸਾਂਭ ਕਰੋਗੇ। ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੇਗਾ ਕਿ ਵਚਨ ਨੂੰ ਸਾਂਭਣ ਦੇ ਨਾਲ ਕਿੰਨੀਆਂ ਆਸ਼ੀਸ਼ਾਂ ਅੱਗੇ ਨਾਲ ਜੁੜਦੀਆਂ ਹੈ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਤੁਸੀਂ ਅੱਜ ਦੇ ਮੀਟਿੰਗ ਤੋਂ ਬਰਕਤ ਪਾਈ। ਧੰਨਵਾਦ ਹੈ ਖੁਦਾਵੰਦ ਦਾ ਸਾਰੀ ਗੱਲਾਂ ਬਾਤਾਂ ਦੇ ਲਈ। ਮੈਂ ਪਾਸਟਰ ਆਸਟਿਨ ਸੈਮੂਅਲ ਖੁਦਾਵੰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਸ਼ਾਂਤੀ ਭੇਜਦਾ ਹਾਂ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਬੋਲੋ ਆਮੀਨ, ਆਮੀਨ।